ਅਮਨ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਬੈਠ ਕੇ ਅਤੇ ਘਰਾਂ ਵਿੱਚ ਗੁਰਬਾਣੀ ਕੀਰਤਨ ਦੇ ਰਾਹੀਂ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਜੋ ਅੰਮ੍ਰਿਤ ਵੇਲੇ ਦੀਆਂ ਇਸ ਭਾਗ ਘੜੀਆਂ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਨ ਵਾਲੀਆਂ ਪ੍ਰਾਪਤ ਹੋਈਆਂ ਨੇ। ਗੁਰਬਾਣੀ ਦਾ ਮਨੋਹਰ ਕੀਰਤਨ ਆਪ ਜੀ ਨੇ ਗੁਰੂ ਕੇ ਕੀਰਤਨੀਆਂ ਪਾਸੋਂ ਸਰਵਣ ਕੀਤਾ ਹੈ। ਵਾਹਿਗੁਰੂ ਜੀ ਦੀ ਸਿਫਤ ਸਲਾਹ ਜੋ ਮਨੁੱਖ ਦੇ ਅੰਦਰ ਖੇੜਾ ਪੈਦਾ ਕਰਦੀ ਹੈ, ਚਾਉ ਪੈਦਾ ਕਰਦੀ ਹੈ। ਰੱਬੀ ਪਿਆਰਿਆਂ ਦੀ ਗੱਲ ਕਰਦੇ ਹਾਂ। ਸਤਿਗੁਰੂ ਨਾਨਕ ਸਾਹਿਬ ਜੀ ਨੇ ਗੱਲ ਕੀ, ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ, ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਆਛਾਰ। ਉਹ ਵਾਹਿਗੁਰੂ ਜੀ ਦੀ ਸਿਫਤ ਸਲਾਹ ਵਿੱਚ ਆਪ ਜੀ ਨੇ ਜੁੜ ਕੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਇਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਜੋ ਵਿਚਾਰ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਬਾਬਾ ਫਰੀਦ ਸਾਹਿਬ ਜੀ ਦੇ ਇਹ ਅਮੋਲ ਬਚਨ ਆਪ ਜੀ ਸਰਵਣ ਕਰ ਰਹੇ ਸੀ। ਬਾਬਾ ਫਰੀਦ ਸਾਹਿਬ ਜੀ ਦੇ ਨਾਮ ਹੇਠ 130 ਪਵਿੱਤਰ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਅੰਕਿਤ ਨੇ, ਜਿਹਦੇ ਵਿੱਚੋਂ 4 ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਨੇ, 5 ਗੁਰੂ ਅਮਰਦਾਸ ਜੀ ਮਹਾਰਾਜ ਦੇ ਨੇ, 1 ਗੁਰੂ ਰਾਮਦਾਸ ਜੀ ਮਹਾਰਾਜ ਪਾਤਸ਼ਾਹ ਦਾ ਹੈ ਅਤੇ 8 ਗੁਰੂ ਅਰਜਨ ਦੇਵ ਜੀ ਮਹਾਰਾਜ ਦੇ, ਤੇ 112 ਸ਼ਲੋਕ ਬਾਬਾ ਫਰੀਦ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਨੇ। ਕੁੱਲ ਇਹਨਾਂ ਦਾ ਜੋੜ 130 ਬਣ ਜਾਂਦਾ ਹੈ। ਬਾਬਾ ਫਰੀਦ ਸਾਹਿਬ ਜੀ ਦੇ 4 ਪਦੇ 2 ਆਸਾ ਰਾਗ ਵਿੱਚ, 2 ਸੂਹੀ ਰਾਗ ਵਿੱਚ ਅੰਕਿਤ ਨੇ, ਤੇ ਇਵੇਂ ਕਹਿ ਲਓ ਕਿ ਉਹਨਾਂ ਪਦਿਆਂ ਦਾ ਹੀ ਵਿਸਥਾਰ ਜਿਵੇਂ ਬਾਬਾ ਫਰੀਦ ਸਾਹਿਬ ਜੀ ਨੇ ਇਹਨਾਂ ਪਵਿੱਤਰ ਸ਼ਲੋਕਾਂ ਵਿੱਚ ਕੀਤਾ ਹੋਵੇ। ਬਾਬਾ ਫਰੀਦ ਸਾਹਿਬ ਜੀ ਨੇ ਮਨੁੱਖ ਨੂੰ ਮਨੁੱਖ ਦੀ ਜ਼ਿੰਦਗੀ ਦਾ ਮਕਸਦ ਦੱਸਦਿਆਂ ਕਿ ਮਨੁੱਖ ਇਸ ਧਰਤੀ ਤੇ ਆਇਆ ਕੀ ਹੈ, ਕੀ ਲੈਣ ਲਈ ਆਇਆ, ਉਹਦੀ ਜ਼ਿੰਦਗੀ ਦਾ ਮਕਸਦ ਕੀ ਹੈ, ਉਸ ਮਕਸਦ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ, ਜਾਂ ਮਨੁੱਖ ਆਪਣੇ ਮਕਸਦ ਨਾਲੋਂ ਟੁੱਟ ਗਏ ਕਿਵੇਂ ਕੇਵਲ ਦੁਨੀਆ ਦੀ ਮੋਹ ਮਾਇਆ ਦੀ ਪੋਟਲੀ ਨੂੰ ਬੰਨਣ ਵਾਲੇ ਬੰਨੇ ਲੱਗ ਗਏ। ਇਹਨਾਂ ਗੱਲਾਂ ਵੱਲ ਧਿਆਨ ਬਾਬਾ ਫਰੀਦ ਸਾਹਿਬ ਜੀ ਨੇ ਆਪਣੀ ਇਹਨਾਂ ਪਵਿੱਤਰ ਸ਼ਲੋਕਾਂ ਰਾਹੀਂ ਦਰਸਾਇਆ। ਬਾਬਾ ਫਰੀਦ ਸਾਹਿਬ ਜੀ ਦੀ ਇਹ ਪਵਿੱਤਰ ਬਾਣੀ ਠੇਠ ਪੰਜਾਬੀ ਅੰਦਰ ਬੜੀ ਮਿੱਠੀ ਬੋਲੀ ਵਿੱਚ ਹੈ। ਬਾਬਾ ਫਰੀਦ ਸਾਹਿਬ ਜੀ ਨੂੰ ਗੰਜ ਸ਼ੱਕਰ ਜਾਂ ਸ਼ੱਕਰ ਗੰਜ ਵੀ ਕਹਿੰਦੇ ਸਨ ਲੋਕ। ਸ਼ੱਕਰ ਮਿੱਠੀ ਹੁੰਦੀ ਹੈ, ਗੰਜ ਕਹਿੰਦੇ ਨੇ ਖਜ਼ਾਨੇ ਨੂੰ। ਦਰਅਸਲ ਬਾਬਾ ਫਰੀਦ ਸਾਹਿਬ ਜੀ ਇੰਨੀ ਮਹਾਨ ਸ਼ਖਸੀਅਤ ਦੇ ਮਾਲਕ ਸਨ, ਜੋ ਉਹਨਾਂ ਦੇ ਬਚਨ ਨੂੰ ਸੁਣਦਾ ਸੀ ਉਹਨਾਂ ਤੋਂ ਪ੍ਰਭਾਵਿਤ ਹੋ ਜਾਂਦਾ ਸੀ। ਉਹਨਾਂ ਦੇ ਬਚਨ ਇੰਨੇ ਮਨ ਨੂੰ ਖਿੱਚ ਪਾਉਣ ਵਾਲੇ ਜਾਂ ਇੰਨੇ ਮਿੱਠ ਬੋਲੜੇ ਸਨ, ਇਸ ਕਰਕੇ ਉਹਨਾਂ ਨੂੰ ਉਸ ਵੇਲੇ ਦੇ ਲੋਕਾਂ ਨੇ ਸ਼ਕਰਗੰਜ ਕਹਿ ਕੇ ਵੀ ਯਾਦ ਕੀਤਾ। ਆਪਾਂ ਬਾਬਾ ਫਰੀਦ ਸਾਹਿਬ ਜੀ ਦੇ ਪਵਿੱਤਰ ਸ਼ਲੋਕ ਪੜ੍ਹਦੇ ਹਾਂ, ਕਿੰਨੀ ਮਿਠਾਸ ਭਰੀ ਹੋਈ ਹੈ, ਕਿੰਨਾ ਜ਼ਿੰਦਗੀ ਦਾ ਗਿਆਨ ਭਰਿਆ ਹੋਇਆ ਹੈ। ਉਹਨਾਂ ਵਿੱਚੋਂ 3 ਸ਼ਲੋਕਾਂ ਦਾ ਪਾਠ ਅੱਜ ਆਪ ਜੀ ਸਰਵਣ ਕਰ ਰਹੇ ਸੀ। 8ਵਾਂ 9ਵਾਂ ਅਤੇ 10ਵਾਂ ਪਵਿੱਤਰ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਹੈ। ਬਾਬਾ ਫਰੀਦ ਸਾਹਿਬ ਜੀ ਨੇ ਮਨੁੱਖ ਨੂੰ ਮਨੁੱਖ ਦੀ ਜ਼ਿੰਦਗੀ ਦਾ ਜੋ ਮਕਸਦ ਹੈ ਕਿ ਮਨੁੱਖ ਇਸ ਧਰਤੀ ਤੇ ਲੈਣ ਕੀ ਆਇਆ, ਉਹਦੇ ਵੱਲ ਧਿਆਨ ਦਵਾ ਕੇ ਕਿ ਮਨੁੱਖ ਕੇ ਕੇਵਲ ਦੁਨੀਆ ਦੀ ਪੋਟਲੀ ਇਕੱਠੀ ਕਰੀ ਜਾਂਦਾ ਹੈ। ਨਾਲ ਇਹ ਗੱਲ ਚੇਤੇ ਕਰਾਈ ਕਿ ਜੇ ਤੂੰ ਆਪਣੀ ਜ਼ਿੰਦਗੀ ਦੇ ਮਕਸਦ ਨੂੰ ਪੂਰੀਆਂ ਕਰਨਾ ਹੈ, ਉਸ ਪ੍ਰਮਾਤਮਾ ਦੇ ਪਿਆਰ ਵਿੱਚ ਜੋੜਨਾ ਹੈ ਜਾਂ ਜ਼ਿੰਦਗੀ ਦਾ ਲਾਹਾ ਖੱਟਣਾ ਹੈ, ਤੇ ਉਹਦਾ ਕੋਈ ਟਾਈਮ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਟਾਈਮ ਲੰਘ ਗਿਆ ਫਿਰ ਗੱਲ ਨਹੀਂ ਬਣਨੀ, ਫਿਰ ਜ਼ਿੰਦਗੀ ਆਕਾਰ ਚਲੀ ਜਾਏਗੀ। ਭਗਤ ਜੀ ਇਹਨਾਂ ਪਵਿੱਤਰ ਸ਼ਲੋਕਾਂ ਦੇ ਰਾਹੀਂ ਜਿਵੇਂ ਸਾਨੂੰ ਸੁਚੇਤ ਕਰ ਰਹੇ ਨੇ, ਸਾਨੂੰ ਗਿਆਨ ਦੇ ਰਹੇ ਨੇ। ਆਓ ਆਪਾਂ ਇਕਾਗਰ ਚਿਤ ਹੋ ਕੇ ਭਗਤ ਜੀ ਦੇ ਇਹ ਪਾਵਨ ਪਵਿੱਤਰ ਸ਼ਲੋਕਾਂ ਦੀ ਵਿਚਾਰ ਸਾਂਝੀ ਕਰੀਏ। ਗੁਰਚਰਨਾਂ ਦਾ ਧਿਆਨ ਧਰਦਿਆਂ, ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਮੁਖ ਤੋਂ ਇੱਕ ਵਾਰ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਸ਼ੇਖ ਫਰੀਦ ਕੇ। ਇਕ ਓੰਕਾਰ ਸਤ ਗੁਰ ਪ੍ਰਸਾਦ, ਫਰੀਦਾ ਜਾਂ ਤੋ ਖਟਣ ਵੇਲ, ਤਾਂ ਤੂੰ ਅਰਤਾ ਦੁਨੀ ਸਿਓ।
ਭਗਤ ਜੀ ਦੇ ਇਹ ਪਾਵਨ ਬਚਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 1378 ਤੇ ਉਹਨਾਂ ਦੇ ਪਵਿੱਤਰ ਸ਼ਲੋਕਾਂ 'ਚ 8ਵੇਂ ਨੰਬਰ ਤੇ ਅੰਕਿਤ ਨੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਬੰਦਿਆ ਤੂੰ ਇਸ ਧਰਤੀ ਤੇ ਕੋਈ ਖੱਟੀ ਖੱਟਣ ਲਈ ਆਏ। ਦੇਖੋ, ਅਸੀਂ ਕੋਈ ਵੀ ਕੰਮ ਕਰਦੇ ਹਾਂ ਉਹਦੇ ਮਗਰ ਸਾਡਾ ਮਨੋਰਥ ਹੁੰਦਾ ਕਿ ਸਾਨੂੰ ਕੋਈ ਲਾਭ ਮਿਲੇ, ਸਾਨੂੰ ਕੋਈ ਉਹਦੇ ਵਿੱਚੋਂ ਫਾਇਦਾ ਹੋਏ। ਜਿਸ ਕੰਮ ਵਿੱਚ ਕੋਈ ਫਾਇਦਾ ਨਾ ਹੋਵੇ, ਲਾਭ ਨਾ ਹੋਵੇ, ਖੱਟੀ ਨਾ ਹੋਵੇ, ਉਹ ਕੰਮ ਕਰਨ ਲਈ ਕੋਈ ਤਿਆਰ ਨਹੀਂ ਹੈ। ਤੇ ਗੁਰਬਾਣੀ ਨੇ ਵੀ ਸਾਨੂੰ ਥਾਂ ਥਾਂ ਤੇ ਗੁਰੂ ਸਾਹਿਬਾਨ ਜੀ ਨੇ ਸੁਚੇਤ ਕੀਤਾ, ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਫੱਕੜੇ ਸਭ ਮੁੱਕਦੀ ਚੱਲੀ ਰਹਿਣ। ਤੂੰ ਕੋਈ ਜ਼ਿੰਦਗੀ ਦਾ ਲਾਹਾ ਖੱਟਣ ਲਈ ਆਇਆ। ਪ੍ਰਮਾਤਮਾ ਨੇ ਜੋ ਜੀਵਨ ਦਿੱਤਾ ਹੈ ਇਹ ਬੜਾ ਅਮੋਲ ਹੈ, ਬੜਾ ਦੁਰਲਭ ਹੈ। ਔਰ ਜ਼ਿੰਦਗੀ ਦਾ ਟਾਈਮ ਜਿਹੜਾ ਇਹ ਨਿਸ਼ਚਿਤ ਹੈ, ਇਹ ਕੋਈ ਆਪਣੀ ਮਰਜ਼ੀ ਅਨੁਸਾਰ ਵਧਾ ਘਟਾ ਨਹੀਂ ਸਕਦਾ। ਇਹ ਟਾਈਮ ਜੋ ਵਾਹਿਗੁਰੂ ਜੀ ਨੇ ਦਿੱਤਾ ਹੈ ਇਹਨੂੰ ਕੋਈ ਅੱਗੇ ਪਿੱਛੇ ਨਹੀਂ ਕਰ ਸਕਦਾ। ਤੇ ਸਾਹਿਬ ਜੀ ਕਹਿੰਦੇ ਤੂੰ ਲਾਹਾ ਲੈਣ ਲਈ ਆਏ, ਜੇ ਐਸ ਜ਼ਿੰਦਗੀ ਦੇ ਟਾਈਮ ਚ ਲਾਹਾ ਖੱਟ ਜਾਏਗਾ, ਇਹਾਂ ਖਾੜ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ। ਫਿਰ ਤੇਰਾ ਆਉਣ ਵਾਲਾ ਸਮਾਂ ਜਿਹੜਾ ਹੈ, ਅਗਲੀ ਜ਼ਿੰਦਗੀ ਜਿਹੜੀ ਉਹ ਸੁਹੇਲੀ ਹੋ ਜਾਏਗੀ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਬੰਦਿਆ ਖੱਟੀ ਖੱਟਣ ਦਾ ਵੀ ਤੇ ਕੋਈ ਵੇਲਾ ਹੈ ਨਾ। ਦੇਖੋ, ਅਸੀਂ ਕੋਈ ਵਪਾਰ ਕਰਨਾ ਹੈ, ਬਿਜ਼ਨਸ ਕਰਨਾ ਹੈ, ਜਾਂ ਜ਼ਿੰਦਗੀ ਦੇ ਅੰਦਰ ਆਪਾਂ ਸੋਚਦੇ 4 ਪੈਸੇ ਕਮਾਉਣੇ, ਉਹਦਾ ਕੋਈ ਟਾਈਮ ਹੁੰਦਾ ਹੈ। ਹਰ ਕੰਮ ਕਰਨ ਦਾ ਕੋਈ ਟਾਈਮ ਹੁੰਦਾ ਹੈ। ਤੁਸੀਂ ਜ਼ਿੰਦਗੀ 'ਚ ਕੋਈ ਚੰਗੀ ਵਿੱਦਿਆ ਲੈਣੀ, ਐਜੂਕੇਸ਼ਨ ਲੈਣੀ ਹੈ, ਉਹਦਾ ਕੋਈ ਟਾਈਮ ਹੈ। ਜ਼ਿੰਦਗੀ ਦਾ ਕੋਈ ਪੜਾਅ ਹੁੰਦਾ ਹੈ ਜਦੋਂ ਬੰਦਾ ਪੜ੍ਹ ਸਕਦਾ ਹੈ। ਕੋਈ ਬੰਦਾ 80-90 ਸਾਲ ਦੀ ਉਮਰ ਜਾ ਕੇ ਕਿ ਹੁਣ ਮੈਂ ਕੋਈ ਡਿਗਰੀ ਲੈ ਲੈਣੀ, ਬੜੀ ਔਖੀ ਗੱਲ ਹੈ। ਕੋਈ ਬਜ਼ੁਰਗ ਹੋ ਕੇ ਕਿ ਹੁਣ ਮੈਂ ਵੱਡੇ ਵੱਡੇ ਵਪਾਰ ਕਰ ਲੈਣੇ, ਬਹੁਤ ਔਖੀ ਗੱਲ ਹੈ। ਹਰ ਕੰਮ ਦਾ ਕੋਈ ਟਾਈਮ ਹੈ। ਤੇ ਗੁਰਬਾਣੀ ਕਹਿੰਦੀ ਜੇ ਪਰਮਾਤਮਾ ਦੇ ਪਿਆਰ ਜੁੜ ਕੇ ਜ਼ਿੰਦਗੀ ਦਾ ਕੋਲਾਹਾ ਲੈਣਾ ਹੈ ਤਾਂ ਉਹਦਾ ਵੀ ਕੋਈ ਟਾਈਮ ਹੈ ਨਾ। ਜ਼ਿਆਦਾਤਰ ਮਨੁੱਖ ਇਹ ਸੋਚਦਾ ਹੈ ਕਿ ਦੁਨੀਆ ਦੇ ਕੰਮ ਹੁਣ ਜਵਾਨੀ ਵੇਲੇ ਕਰ ਲਓ ਤੇ ਰੱਬ ਵਾਲੇ ਬੰਨੇ ਬੁੱਢੇ ਵਾਲੇ ਜੁੜ ਜਾਵਾਂਗੇ। ਜੋ ਜਵਾਨੀ ਵੇਲੇ ਜੁੜ ਗਿਆ ਉਹ ਤੇ ਬਜ਼ੁਰਗ ਅਵਸਥਾ 'ਚ ਵੀ ਜੁੜਿਆ ਰਹੇਗਾ, ਉਹਦੇ ਤੇ ਬੁਢੇਪੇ ਦਾ, ਜਵਾਨੀ ਦਾ ਕੋਈ ਬਹੁਤਾ ਪ੍ਰਭਾਵ ਨਹੀਂ ਪੈਂਦਾ। ਪਰ ਜਿਹੜਾ ਜਵਾਨੀ ਵੇਲੇ ਨਾ ਜੁੜਿਆ ਉਹ ਬਿਰਧ ਵੇਲੇ ਕਿਵੇਂ ਜੁੜੇਗਾ? ਜਿਸ ਵੇਲੇ ਸਰੀਰ ਕਮਜ਼ੋਰ ਹੋ ਜਾਣਾ, ਨੈਣੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧਵਾਨੀ ਰੂਹ ਦਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਪ੍ਰਾਣੀ। ਜਦੋਂ ਅੱਖਾਂ 'ਚੋਂ ਪਾਣੀ ਵਗਣਾ, ਅੱਖਾਂ ਨੂੰ ਨਜ਼ਰ ਨਹੀਂ ਆਉਣਾ, ਕੰਨਾਂ ਤੋਂ ਸੁਣਿਆ ਨਹੀਂ ਜਾਣਾ, ਗਲੇ ਤੋਂ ਬੋਲਿਆ ਨਹੀਂ ਜਾਣਾ, ਸਰੀਰ ਕਰਕੇ ਕੋਈ ਖੇਚਲ ਨਹੀਂ ਹੋ ਸਕਣੀ, ਉਦੋਂ ਬੰਦਾ ਕੀ ਕਰੇਗਾ? ਕੁਝ ਲੋਕਾਂ ਦਾ ਖਿਆਲ ਇਹ ਹੈ ਕਿ ਰੱਬ ਦੀ ਬੰਦਗੀ ਜਿਹੜੀ ਇਹ ਕੰਮ ਸੌਖਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰੱਬ ਵਾਲੇ ਬੰਨੇ ਜੁੜਨਾ ਕੋਈ ਮੁਸ਼ਕਲ ਨਹੀਂ ਹੈ, ਪਰ ਇੰਨਾ ਸੌਖਾ ਵੀ ਨਹੀਂ ਹੈ। ਜੇ ਅਸੀਂ ਜਵਾਨੀ ਵੇਲੇ ਰੱਬ ਵਾਲੇ ਬੰਨੇ ਜੁੜਨ ਦਾ ਅਭਿਆਸ ਨਾ ਕੀਤਾ, ਕਿਉਂਕਿ ਜੋ ਕੰਮ ਅਸੀਂ ਕਰਾਂਗੇ ਨਾ ਉਹ ਅਖੀਰ ਤੱਕ ਨਾਲ ਹੀ ਜਾਣੇ ਨੇ। ਜੋ ਬਚਪਨ ਤੋਂ ਸਾਡੇ ਸੰਸਕਾਰ ਬਣਦੇ ਚਲੇ ਜਾਂਦੇ ਨੇ, ਆਦਤਾਂ ਬਣਦੀਆਂ ਜਾਂਦੀਆਂ ਨੇ, ਉਹ ਅਖੀਰ ਤੱਕ ਨਾਲ ਹੀ ਰਹਿਣੀਆਂ, ਉਹਨੂੰ ਕੋਈ ਬਦਲ ਨਹੀਂ ਸਕਦਾ। ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ। ਜੋ ਜਵਾਨੀ ਵੇਲੇ ਆਦਤਾਂ ਪੈ ਗਈਆਂ ਉਹਨਾਂ ਨੂੰ ਬਿਰਧ ਅਵਸਥਾ 'ਚ ਬਦਲਿਆ ਨਹੀਂ ਜਾ ਸਕਦਾ। ਇਸ ਕਰਕੇ ਗੁਰਬਾਣੀ ਇਹ ਗੱਲ ਕਹਿੰਦੀ, ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਜੇ ਤੁਸੀਂ ਇਹਨਾਂ ਖਿਆਲਾਂ 'ਚ ਹੀ ਪੈ ਜਾਓਗੇ ਕਿ ਉਸ ਵੇਲੇ ਬੰਦਗੀ ਕਰਾਂਗੇ ਜਾਂ ਐਸ ਉਮਰ 'ਚ ਆਪਾਂ ਰੱਬ ਦੇ ਪਿਆਰ ਜੁੜਾਂਗੇ, ਫਿਰ ਰੱਬ ਦੀ ਕੋਈ ਬੰਦਗੀ ਨਹੀਂ ਕਰ ਸਕਦਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਜੀਵਨ ਦੀ ਇੱਕ ਕਥਾ ਬੜੀ ਪਿਆਰੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਫਾਰਸੀ ਪੜ੍ਹਨ ਲਈ ਭੇਜਿਆ ਨਾ ਸਤਿਗੁਰੂ ਜੀ ਨੇ ਮਦਰਸੇ ਦੇ ਅੰਦਰ, ਤੇ ਸਤਿਗੁਰੂ ਜੀ ਕੁਝ ਦਿਨ ਗਏ। ਆਖਰ ਜਦੋਂ ਸਤਿਗੁਰੂ ਜੀ ਨੇ ਉਸ ਮੁੱਲਾ ਨੂੰ ਗਿਆਨ ਕਰਾਤਾ, ਕਾਜੀ ਨੂੰ ਗਿਆਨ ਕਰਾਤਾ, ਤੇ ਉਹਨੇ ਵੀ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰ ਦਿੱਤੀ। ਸਤਿਗੁਰੂ ਜੀ ਮੁੜ ਕੇ ਮਦਰਸੇ 'ਚ ਗਏ ਨਹੀਂ, ਘਰ 'ਚ ਹੀ ਸਤਿਗੁਰੂ ਜੀ ਇਕਾਂਤ ਵਿੱਚ ਪਏ ਰਹਿੰਦੇ ਨੇ, ਵਿਚਾਰ 'ਚ ਡੁੱਬੇ ਰਹਿੰਦੇ ਨੇ, ਕਿਸੇ ਨਾਲ ਬੋਲਦੇ ਨਹੀਂ, ਕੁਝ ਖਾਂਦੇ ਨਹੀਂ, ਕੋਈ ਪੀਂਦੇ ਨਹੀਂ। ਔਰ ਭਾਈ ਸਾਹਿਬ ਜੀ ਕਹਿੰਦੇ ਜ਼ਿਆਦਾਤਰ ਲੇਟੇ ਰਹਿੰਦੇ ਨੇ। ਮਾਤਾ ਪਿਤਾ ਦੇ ਮਨ 'ਚ ਤਾਂ ਚਿੰਤਾ ਹੁੰਦੀ ਹੈ ਜਦੋਂ ਬੱਚਾ ਹੱਸਦਾ ਖੇਡਦਾ ਇੱਕਦਮ ਚੁੱਪ ਕਰਕੇ ਲਾਂਭੇ ਹੋ ਜਾਏ। ਆਂਡੀਆਂ ਗਵਾਂਢੀਆਂ ਨੇ ਵੀ ਕਿਹਾ, ਕਾਲੂ ਤੇਰਾ ਇੱਕੋ ਹੀ ਇੱਕ ਪੁੱਤਰ ਹੈ, ਦੇਖ ਕਈ ਦਿਨਾਂ ਤੋਂ ਹੱਸਦਾ ਖੇਡਦਾ ਨਹੀਂ, ਤੇ ਆਪਣੇ ਪਿੰਡ ਦੀ ਰੌਣਕ ਗਲੀਆਂ ਦੀ ਸ਼ਿੰਗਾਰ ਸੀ, ਇਸ ਕਰਕੇ ਦੇਖ ਲੱਗਦਾ ਕੋਈ ਇਹਨੂੰ ਕਿਸੇ ਬਾਹਰਲੀ ਚੀਜ਼ ਦਾ ਅਸਰ ਹੋ ਗਿਆ। ਵਹਿਮ ਭਰਮ ਬੜੇ ਨੇ ਸਮਾਜ ਵਿੱਚ, ਅੱਜ ਵੀ ਬੜੇ ਨੇ, ਆਪਾਂ ਦੇਖਦੇ ਹਾਂ। ਬਾਪੂ ਕਾਲੂ ਜੀ ਭਿਆਣੇ ਉਸੇ ਹੀ ਕਾਜੀ ਕੋਲ ਗਏ ਕਿ ਕਾਜੀ ਜੀ ਜਦ ਦਾ ਨਾਨਕ ਤੁਹਾਡੇ ਕੋਲ ਪੜ੍ਹ ਕੇ ਗਿਆ ਨਾ, ਉਹ ਕੁਝ ਬੋਲਦਾ ਚੱਲਦਾ ਨਹੀਂ, ਰੁਚੀ ਨਾਲ ਖਾਂਦਾ ਪੀਂਦਾ ਕੁਝ ਨਹੀਂ ਹੈ, ਹੱਸਦਾ ਖੇਡਦਾ ਨਹੀਂ, ਜਰਾ ਆ ਕੇ ਦੇਖੋ ਤਾਂ ਸੀ ਕਿਤੇ ਕਿਸੇ ਬਾਹਰਲੀ ਚੀਜ਼ ਦਾ ਅਸਰ ਹੋ ਗਿਆ ਹੋਏ। ਕਹਿੰਦੇ ਉਹ ਕਾਜੀ ਆਇਆ, ਉਹ ਸਤਿਗੁਰੂ ਜੀ ਦੀ ਰਮਜ ਨੂੰ ਜਾਣਦਾ ਸੀ। ਸਤਿਗੁਰੂ ਜੀ ਨੂੰ ਆਉਂਦੇ ਆ ਕੇ ਕਹਿਣ ਲੱਗਾ, ਨਾਨਕ
ਆ ਜਿਸ ਬੰਨੇ ਤੂੰ ਲੱਗਿਆ ਇਹ ਕੰਮ ਤਾਂ ਬੁੱਢੇ ਵਾਰੇ ਕਰਨ ਦਾ। ਉੱਠ ਕੇ ਬੈਠ, ਖਾ ਪੀ। ਮਾਂ ਪਿਓ ਦੇ ਚਿਹਰੇ ਤੇ ਰੌਣਕ ਆਏ, ਦੇਖ ਕਿਦਾਂ ਉਦਾਸ ਨੇ। ਸਤਿਗੁਰੂ ਜੀ ਬੋਲੇ ਨਹੀਂ। ਉਹਨੇ ਫਿਰ ਕਿਹਾ, ਉਹ ਨਾਨਕ ਆਹ ਕੰਮ ਤਾਂ ਬੁੱਢੇ ਅਵਸਥਾ 'ਚ ਕਰਨ ਦਾ, ਜਵਾਨੀ ਵੇਲੇ ਤੂੰ ਖਾਣ ਪੀਣ ਦਾ ਮੌਕਾ ਹੈ, ਹੱਸਣ ਖੇਡਣ ਦਾ ਮੌਕਾ ਹੈ। ਸਤਿਗੁਰੂ ਜੀ ਨਹੀਂ ਬੋਲੇ। ਤੀਜੀ ਵੇਰਾ ਉਹ ਕਾਜੀ ਕਹਿਣ ਲੱਗਾ, ਨਾਨਕ ਜਿਸ ਰੱਬ ਦੇ ਪਿਆਰ 'ਚ ਤੂੰ ਜੁੜਿਆ ਹੈ ਨਾ, ਉਸ ਰੱਬ ਦਾ ਵਾਸਤਾ ਇੱਕ ਵਾਰੀ ਮੇਰੇ ਕਹਿਣ ਤੇ ਉੱਠ ਪੈ। ਬਾਬਾ ਨਾਨਕ ਜੀ ਸਤ ਕਰਤਾਰ ਕਰਕੇ ਉੱਠ ਬੈਠੇ ਤੇ ਉੱਠਦੇ ਹੀ ਉਹਨਾਂ ਕਾਜੀ ਨੂੰ ਇੱਕ ਸਵਾਲ ਕੀਤਾ, ਕਾਜੀ ਕਿੰਨੀ ਕੁ ਉਮਰ ਹੁੰਦੀ ਹੈ ਬੰਦੇ ਦੀ? ਮੰਨ ਲਓ ਮਨੁੱਖ ਦੀ ਉਮਰ 100 ਸਾਲ ਹੈ, 20 ਸਾਲ ਤਾਂ ਬਚਪਨ ਦੇ ਬਤੀਤ ਹੋ ਜਾਂਦੇ ਨੇ ਬੰਦੇ ਦੇ। ਬਾਲਕ ਅਵਸਥਾ ਅਚੇਤ ਅਵਸਥਾ ਗਿਣੀ ਜਾਂਦੀ ਹੈ। ਜ਼ਿੰਦਗੀ ਦੇ ਆਖਰੀ 20 ਸਾਲ ਜਦੋਂ ਅੱਸੀਆਂ ਕਾ ਵਿਵਹਾਰ ਨਾ ਪਾਵੇ, ਜਿਸ ਵੇਲੇ 90 80 90 100 ਸਾਲ ਦੀ ਉਮਰ ਜਿਹੜੀ ਹੈ ਬਿਰਧ ਅਵਸਥਾ ਦੀ, ਉਦੋਂ ਮਨੁੱਖ ਕੀ ਕਰਨਾ ਹੈ? ਮਨੁੱਖ ਬੈਠਾ ਰਹਿ ਸਕਦਾ ਹੈ, ਖਿੱਝ ਸਕਦਾ ਹੈ, ਹੋਰ ਕੁਝ ਨਹੀਂ ਕਰ ਸਕਦੇ ਉਸ ਤੋਂ ਬਾਅਦ। ਸਤਿਗੁਰੂ ਜੀ ਕਹਿਣ ਲੱਗੇ 40 ਸਾਲ ਤੇ ਐਵੇਂ ਲੰਘੇ ਮਨੁੱਖ ਦੇ, ਬਾਕੀ ਰਹਿੰਦੀ ਜ਼ਿੰਦਗੀ 'ਚ ਮਨੁੱਖ ਨੇ ਹਸਾਉਣਾ ਵੀ ਹੈ, ਕੰਮ ਵੀ ਕਰਨਾ ਹੈ, ਖਾਣਾ ਪੀਣਾ ਹੈ, ਘਰ ਪਰਿਵਾਰ ਦੇ ਹੋਰ ਕੰਮ ਕਰਨੇ ਨੇ। ਜੇ ਲੇਖੇ ਜੋਖੇ 'ਚ ਪੈ ਜਾਈਏ ਤੇ ਕੋਈ ਟਾਈਮ ਨਹੀਂ ਮਿਲਦਾ ਰੱਬ ਦੀ ਬੰਦਗੀ ਕਰਨ ਦਾ। ਸਤਿਗੁਰੂ ਜੀ ਕਹਿਣ ਲੱਗੇ ਹਰ ਵੇਲੇ ਹੀ ਗੁਰੂ ਕਾ ਇੱਕ ਅੰਮ੍ਰਿਤ ਬਚਨ ਕਿ ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਤ ਨਾ ਜਾਣਾ। ਸਾਡੀ ਜ਼ਿੰਦਗੀ ਦਾ ਤੇ ਭਰੋਸਾ ਹੀ ਕੋਈ ਨਹੀਂ ਹੈ ਕਿ ਬਿਰਧ ਅਵਸਥਾ ਆਏਗੀ ਕਿ ਨਹੀਂ ਆਏਗੀ। ਕੀ ਭਰੋਸਾ ਹੈ ਸਰੀਰ ਦਾ? ਜੇ ਵੇਲੇ ਵਕਤ ਵਿੱਚ ਪੈ ਗਏ ਕਿ ਰੱਬ ਦੀ ਬੰਦਗੀ ਆਪਾਂ ਬੁੱਢੇ ਵਾਰੇ ਕਰਾਂਗੇ, ਅਖੀਰ ਵੇਲੇ ਕਰਾਂਗੇ, ਫਿਰ ਰੱਬ ਦੀ ਬੰਦਗੀ ਨਹੀਂ ਹੋ ਸਕਦੀ। ਅਗਲੀ ਗੱਲ ਬਾਬਾ ਫਰੀਦ ਸਾਹਿਬ ਜੀ ਨੇ ਜਿਹੜੀ ਕਹੀ ਹੈ ਕਿ ਰੱਬ ਦੀ ਬੰਦਗੀ ਦਾ ਅਰਥ ਕੰਮਕਾਰ ਛੱਡ ਕੇ ਨਹੀਂ ਹੈ ਕਿ ਕੰਮਕਾਰ ਛੱਡ ਕੇ ਜੰਗਲਾਂ 'ਚ ਬੈਠਾਂਗੇ ਤਾਂ ਬੰਦਗੀ ਹੋਏਗੀ। ਬਾਬਾ ਫਰੀਦ ਸਾਹਿਬ ਜੀ ਦੇ ਅੱਗੇ ਬਚਨ ਹੋਣਗੇ, ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਟੁੰਡੇ। ਰੱਬ ਜੰਗਲਾਂ 'ਚ ਨਹੀਂ ਮਿਲਣਾ, ਰੱਬ ਕੋ ਤੀਰਥਾਂ ਤੇ ਨਹੀਂ ਮਿਲਣਾ, ਰੱਬ ਕੋ ਕੰਮਕਾਰ ਛੱਡਿਆ ਨਹੀਂ ਮਿਲਣਾ। ਇਹ ਕੰਮਕਾਰ ਜਿਹੜੇ ਸਾਨੂੰ ਰੱਬ ਨਾਲੋਂ ਤੋੜਦੇ ਨਹੀਂ ਹੈ ਤੇ ਸਾਨੂੰ ਜੁੜਨ ਦੀ ਜਾਚ ਨਹੀਂ ਹੈ। ਗੁਰਮਤਿ ਨੇ ਤੇ ਮਾਰ ਕੇ ਬੜਾ ਸੋਹਣਾ ਤੇ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ। ਬਾਬਾ ਫਰੀਦ ਸਾਹਿਬ ਜੀ ਕਹਿਣਗੇ, ਉਹ ਬੰਦਿਆ ਜਦੋਂ ਤਾਂ ਵੇਲਾ ਸੀ ਨਾ ਖੱਟੀ ਖੱਟਣ ਦਾ, ਉਦੋਂ ਤੇ ਦੁਨੀਆਦਾਰੀ ਵਿੱਚ ਹੀ ਮਸਤ ਰਿਹਾ। ਜਾਂ ਤੋਂ ਖੱਟਣ ਵੇਲ, ਵੇਲ ਮੈਂ ਨਾ ਵੇਲਾ, ਗੁਰਬਾਣੀ 'ਚ ਥਾਂ ਥਾਂ ਤੇ ਵੇਲਾ ਸ਼ਬਦ ਆਇਆ। ਕਰੋ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ। ਬੇਲਾ ਦਾ ਅਰਥ ਹੈ ਵੇਲਾ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਬਰੀਆ ਦਾ ਅਰਥ ਹੈ ਵਾਰੀ, ਟਾਈਮ, ਵੇਲਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇਹ ਤੇਰੀ ਅਵਸਰ, ਇਹ ਤੇਰੀ ਬਾਹਰ। ਅਵਸਰ ਦਾ ਅਰਥ ਹੈ ਮੌਕਾ, ਟਾਈਮ, ਵੇਲਾ। ਇਸ ਕਰਕੇ ਸਤਿਗੁਰੂ ਜੀ ਨੇ ਥਾਂ ਥਾਂ ਤੇ ਗੱਲ ਚੇਤੇ ਕਰਾਈ ਹੈ ਕਿ ਇਹ ਜਿਹੜਾ ਵੇਲਾ ਹੈ ਇਹ ਰੱਬ ਦੇ ਪਿਆਰ ਵਿੱਚ ਜੁੜਨ ਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹ ਜਿਹੜਾ ਮਨੁੱਖਾ ਦੇਹ ਮਿਲੀ ਹੈ ਨਾ, ਇਹ ਕੇਵਲ ਤਾਂ ਕੇਵਲ ਮਾਨਸ ਦੇਹ ਦਾ ਇਹੀ ਲਾਹ ਹੈ, ਭਜੋ ਗੋਬਿੰਦ ਭੂਲ ਮਤ ਜਾਹੋ। ਉਸ ਪਰਮਾਤਮਾ ਦੇ ਪਿਆਰ ਵਿੱਚ ਜੁੜੋ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਤੱਕ ਜੁੜਨ ਦਾ ਟਾਈਮ ਸੀ ਨਾ, ਉਦੋਂ ਬੰਦਾ ਦੁਨੀਆਦਾਰੀ 'ਚ ਜੁੜੀ ਰਿਹਾ। ਉਦੋਂ ਕਹਿੰਦਾ ਜੀ ਕੰਮਾਂ ਕਾਰਾਂ 'ਚੋਂ ਵੇਲ ਹੀ ਨਹੀਂ ਹੈ। ਦੇਖੋ ਇਸ ਵੇਲੇ ਦੁਨੀਆ 'ਚ ਸਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ, ਸਹਿਮ ਮੱਚਿਆ ਹੋਇਆ ਹੈ, ਮਹਾਮਾਰੀ ਮੱਚੀ ਹੋਈ ਹੈ। ਅਸੀਂ ਆਪਣੇ ਜੀਵਨ ਨੂੰ ਸੋਚੀਏ, ਆਮ ਦਿਨਾਂ 'ਚ ਅੱਗੇ ਕਿਆ ਕਰ ਜੀ, ਗੁਰਦੁਆਰੇ ਜਾਣ ਦਾ ਸਾਡੇ ਕੋਲ ਟਾਈਮ ਹੀ ਨਹੀਂ ਹੈ। ਹੁਣ ਟਾਈਮ ਹੈ ਤੇ ਅਸੀਂ ਜਾ ਨਹੀਂ ਸਕਦੇ, ਲੇਕਿਨ ਜਦੋਂ ਸਾਡੇ ਕੋਲ ਟਾਈਮ ਸੀ ਉਦੋਂ ਅਸੀਂ ਆਉਂਦੇ ਨਹੀਂ ਸੀ। ਉਦੋਂ ਕਹਿੰਦੇ ਜੀ ਕੰਮਕਾਰ ਹੀ ਇੰਨੇ ਨੇ, 2 ਮਹੀਨੇ ਕੰਮ ਕਰ ਨਹੀਂ ਕੀਤੇ ਤਾਂ ਵੀ ਤੇ ਚੱਲ ਹੀ ਗਿਆ, ਫਿਰ ਵੀ ਰੋਟੀ ਮਿਲਦੀ ਜਾਣੀ ਹੈ। ਲੇਕਿਨ ਅਸੀਂ ਜਦੋਂ ਤੰਦਰੁਸਤੀ, ਜਦੋਂ ਮੌਕਾ ਰੱਬ ਨੇ ਦਿੱਤਾ ਸੀ, ਉਦੋਂ ਸਾਡੇ ਕੋਲ ਟਾਈਮ ਨਹੀਂ। ਇਹ ਜੋ ਘਟਨਾਵਾਂ ਵਾਪਰਦੀਆਂ ਨੇ ਮਨੁੱਖ ਨੂੰ ਕੁਝ ਸਮਝਾਉਣ ਲਈ ਵਾਪਰਦੀਆਂ ਨੇ, ਮਨੁੱਖ ਨੂੰ ਕੁਝ ਸਿੱਖਿਆ ਦੇਣ ਲਈ ਵਾਪਰਦੀਆਂ ਨੇ। ਲੇਕਿਨ ਮਨੁੱਖ ਸਮਝਦਾ ਜਾਂ ਨਹੀਂ ਸਮਝਦਾ ਉਹਦੀ ਮਰਜ਼ੀ ਹੈ। ਜੇ ਅਸੀਂ ਸਮਝਾਵਾਂਗੇ ਤੇ ਸਾਡਾ ਜੀਵਨ ਬੜਾ ਸਫਲ ਹੋ ਜਾਏਗਾ। ਰੋਟੀ ਪਾਣੀ ਥੋੜਾ ਕੰਮ ਕੀਤਿਆਂ ਵੀ ਮਿਲ ਜਾਣਾ। ਜ਼ਰੂਰੀ ਨਹੀਂ ਕਿ ਬਹੁਤ ਪੰਡਾਂ ਬੰਨ ਲਵਾਂਗੇ ਤੇ ਅਸੀਂ ਬਹੁਤਾ ਖਾ ਲਵਾਂਗੇ। ਪੰਡਾਂ ਬੰਨ ਕੇ ਵੀ ਆਪਾਂ ਇੱਥੇ ਛੱਡ ਜਾਣੀਆਂ ਨੇ। ਮੈਂ ਉੜੀਸਾ 'ਚ ਇੱਕ ਸ਼ਹਿਰ ਦੇਖਿਆ, 1 ਵਜੇ ਮੈਂ ਬਾਜ਼ਾਰ ਗਿਆ ਤੇ 1 ਵਜੇ ਸੁੰਨਸਾਨ, ਉੱਥੇ ਕੋਈ ਨਹੀਂ ਸੀ ਫਿਰਦਾ। ਮੈਂ ਪੁੱਛਿਆ ਅੱਜ ਐਤਵਾਰ ਹੈ? ਕਹਿਣ ਲੱਗੇ ਨਹੀਂ, ਸਾਡੇ ਬਾਜ਼ਾਰ 1 ਵਜੇ ਬੰਦ ਹੋ ਜਾਂਦੇ ਤੇ ਫਿਰ 5 ਵਜੇ ਖੁੱਲਦਾ ਹੈ। ਔਰ ਇਹਦੇ ਦੌਰਾਨ ਕੋਈ ਬਾਜ਼ਾਰ 'ਚ ਦੁਕਾਨ ਨਹੀਂ ਖੋਲ੍ਹ ਸਕਦਾ, ਕੋਈ ਗਾਹਕ ਨਹੀਂ ਆ ਸਕਦਾ। ਰੋਟੀ ਤੇ ਉਹ ਵੀ ਲੋਕ ਖਾ ਰਹੇ ਨੇ। ਅਸੀਂ ਸਵੇਰ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਕਾਰੋਬਾਰ ਕਰਦੇ ਕਰਦੇ ਰੋਟੀ ਪਾਣੀ ਖਾਣਾ ਵੀ ਭੁੱਲ ਜਾਂਦੇ ਹਾਂ। ਟਾਈਮ ਹੀ ਨਹੀਂ ਰੋਟੀ ਖਾਣ ਦਾ, ਕੀ ਕਰੀਏ? ਇਹਦਾ ਮਤਲਬ ਇਹ ਹੈ ਕਿ ਅਸੀਂ ਸੋਚਦੇ ਕਿ ਅਸੀਂ ਬਹੁਤ ਕਮਾ ਲਵਾਂਗੇ, ਅਸੀਂ ਬਹੁਤ ਜ਼ਿਆਦਾ ਢੇਰ ਲਗਾ ਲਵਾਂਗੇ। ਕੁਦਰਤ ਸਾਨੂੰ ਦਰਸਾਉਣਾ ਚਾਹੁੰਦੀ ਹੈ ਕਿ ਰੋਟੀ ਪਾਣੀ ਤੇ ਤੁਹਾਨੂੰ ਮਿਲੇਗਾ ਹੀ ਮਿਲੇਗਾ ਜੇ ਤੁਸੀਂ ਮਿਹਨਤ ਕਰੋਗੇ, ਪਰ ਇਹ ਨਹੀਂ ਕਿ ਜੇ ਬਹੁਤਾ ਕਮਾ ਲੋਗੇ ਤੁਸੀਂ ਬਹੁਤੇ ਢੇਰ ਲਗਾ ਲੋਗੇ। ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਵੇਲਾ ਹੈ, ਜ਼ਿੰਦਗੀ ਦਾ ਟਾਈਮ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਾਂ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ।
ਬੰਦਿਆ ਜਦੋਂ ਖੱਟੀ ਖੱਟਣ ਦਾ ਵੇਲਾ ਹੈ, ਉਹ ਕੋਈ ਟਾਈਮ ਹੈ ਨਾ। ਜੇ ਜਵਾਨੀ ਲੰਘ ਜਾਏ ਤੇ ਬਿਰਧ ਅਵਸਥਾ 'ਚ ਮਨੁੱਖ ਕੀ ਕਰੇਗਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਜਦੋਂ ਖੱਟੀ ਖੱਟਣ ਦਾ ਵੇਲਾ, ਉਦੋਂ ਤੇ ਤੂੰ ਦੁਨੀਆਦਾਰੀ 'ਚ ਮਸਤ ਰਿਹਾ, ਉਦੋਂ ਤੈਨੂੰ ਕੰਮਾਂ ਕਾਰਾਂ 'ਚੋਂ ਵੇਲ ਹੀ ਨਹੀਂ ਲੱਗਿਆ, ਉਦੋਂ ਤੂੰ ਕੇਵਲ ਸੰਸਾਰਕ ਧੰਦਿਆਂ ਵਿੱਚ ਬੈਠ ਕੇ ਉਹ ਆਪਣੀ ਪੋਟਲੀ ਨੂੰ ਇਕੱਠਾ ਕਰਦਾ ਰਿਹਾ, ਜਿਹੜੀ ਪੋਟਲੀ ਅੱਜ ਤੱਕ ਕਦੀ ਕਿਸੇ ਦੇ ਨਾਲ ਨਹੀਂ ਗਈ। ਕੋਈ ਥੋੜਾ ਜੋੜ ਜੇ, ਕੋਈ ਬਹੁਤਾ ਜੋੜ ਜੇ, ਸਾਰੇ ਨੇ ਛੱਡ ਤੇ ਇੱਥੇ ਜਾਣੇ, ਕੋਈ ਨਾਲ ਨਹੀਂ ਲੈ ਕੇ ਜਾਂਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਬੰਦਿਆ ਜਦੋਂ ਤਾਂ ਟਾਈਮ ਸੀ, ਜਦੋਂ ਵੇਲਾ ਸੀ, ਉਦੋਂ ਤੂੰ ਦੁਨੀਆਦਾਰੀ ਵਿੱਚ ਖਚਤ ਰਿਹਾ, ਰੱਬ ਦੇ ਪਿਆਰ ਵਿੱਚ ਜੁੜਿਆ ਨਾ। ਮਰਗ ਸਵਾਈ ਨੇਹ ਜਾਂ ਭਰਿਆ ਤਾਂ ਲਦਿਆ। ਮਰਗ ਦਾ ਅਰਥ ਹੈ ਮੌਤ। ਦੇਖੋ, ਜਿਉਂ-ਜਿਉਂ ਸਾਡੀ ਜ਼ਿੰਦਗੀ ਦਾ ਦਿਨ ਬਤੀਤ ਹੁੰਦਾ ਹੈ ਨਾ, ਤਿਉਂ-ਤਿਉਂ ਸਾਡੀ ਮੌਤ ਦੀ ਨੀਂਹ ਜਿਹੜੀ ਹੈ ਉਹ ਪੱਕੀ ਹੁੰਦੀ ਚਲੀ ਜਾਂਦੀ ਹੈ। ਜਿਸ ਦਿਨ ਅਸੀਂ ਜਨਮ ਲੈ ਲੈਂਦੇ ਹਾਂ, ਉਸੇ ਦਿਨ ਮੌਤ ਦੀ ਨੀਂਹ ਰੱਖ ਦਿੱਤੀ ਜਾਂਦੀ, ਉਸੇ ਦਿਨ ਮੌਤ ਦੀ ਨੀਂਹ ਰੱਖ ਦਿੱਤੀ ਜਾਂਦੀ ਹੈ। ਮਰਨਾ ਉਸੇ ਵੇਲੇ ਹੀ ਸਾਡੇ ਨਾਲ ਲਿਖ ਦਿੱਤਾ ਜਾਂਦਾ ਹੈ। ਜਨਮੰ ਤਾਂ ਮਰਣੰ, ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਕਿ ਜਨਮੰ ਤਾਂ ਮਰਣੰ। ਜੇ ਜਨਮ ਹੈ ਤੇ ਮੌਤ ਉਸੇ ਦਿਨ ਹੀ ਸਾਡੇ ਨਾਲ ਜੁੜ ਗਈ, ਉਹਨੂੰ ਕੋਈ ਟਾਲ ਨਹੀਂ ਸਕਿਆ ਤੇ ਨਾ ਟਾਲ ਸਕੇਗਾ, ਜਿੰਨੇ ਮਰਜ਼ੀ ਮਨੁੱਖ ਯਤਨ ਕਰ ਲੇ। ਜਿਸ ਦਿਨ ਅਸੀਂ ਜਨਮ ਲੈ ਲਿਆ, ਉਸੇ ਦਿਨ ਸਾਡੀ ਮੌਤ ਦੀ ਨੀਂਹ ਦੀ ਇੱਟ ਰੱਖੀ ਗਈ ਤੇ ਹਰ ਰੋਜ਼ ਉਹ ਇੱਕ ਇੱਕ ਇੱਟ ਲਾ ਕੇ ਨਾ ਮਜ਼ਬੂਤ ਹੁੰਦੀ ਚਲੀ ਜਾਂਦੀ ਹੈ। ਮਰਗ ਸਵਾਈ ਨਹੀਂ, ਸਵਾਈ ਦਾ ਅਰਥ ਦੂਣ ਸਵਾਈ, ਵੱਧਦੀ ਗਈ। ਜਦੋਂ ਮੌਤ ਦੀ ਨੀਂਹ ਪੱਕੀ ਹੋ ਗਈ, ਸਾਡੀ ਜ਼ਿੰਦਗੀ ਦਾ ਜਿੰਨਾ ਟਾਈਮ ਲੰਘਦਾ ਜਾਂਦਾ ਹੈ, ਜਿੰਨਾ ਅਸੀਂ ਬਿਰਧ ਅਵਸਥਾ ਨੂੰ ਤੁਰੇ ਜਾਂਦੇ ਆ, ਉਨੀ ਸਾਡੀ ਮੌਤ ਦੀ ਨੀਂਹ ਪੱਕੀ ਹੋਈ ਚਲੀ ਜਾਂਦੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿਣਗੇ, ਤੂੰ ਤੇ ਦੁਨੀਆਦਾਰੀ 'ਚ ਹੀ ਖਚਤ ਰਿਹਾ, ਤੇਰੀ ਮੌਤ ਦੀ ਨੀਂਹ ਪੱਕੀ ਹੁੰਦੀ ਚਲੀ ਗਈ, ਤੂੰ ਧਿਆਨ ਹੀ ਨਹੀਂ ਦਿੱਤਾ। ਭਗਤ ਜੀ ਦਾ ਇੱਕ ਬੜਾ ਪਿਆਰਾ ਬਚਨ ਗੁਰੂ ਗ੍ਰੰਥ ਸਾਹਿਬ ਜੀ, ਜਨਨੀ ਜਾਣਤ ਸੁਤ ਬੜਾ ਹੋਤ ਹੈ, ਇਤਨਾ ਕੋ ਨਾ ਜਾਣਤ ਜੇ ਦਿਨ ਦਿਨ ਅਬਦ ਘਟਤ ਹੈ। ਮਾਂ ਪਿਓ ਸੋਚਦੇ ਨੇ ਬੱਚਾ ਸਾਲ ਦਾ ਹੋ ਗਿਆ, ਹੁਣ 2 ਸਾਲਾਂ ਦਾ ਹੋ ਗਿਆ, 3 ਸਾਲਾਂ ਦਾ ਹੋ ਗਿਆ, ਅਸੀਂ ਜਨਮ ਦਿਨ ਮਨਾਉਂਦੇ ਹਾਂ, ਬੜੀ ਖੁਸ਼ੀ ਦਾ ਅਸੀਂ ਮੌਕਾ ਗਿਣਦੇ ਹਾਂ। ਪਰ ਭਗਤ ਜੀ ਕਹਿੰਦੇ, ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣਤ ਜੇ ਦਿਨ ਦਿਨ ਅਬਦ ਘਟਤ ਹੈ। ਮਾਂ ਸੋਚਦੀ ਹੈ ਕਿ ਮੇਰਾ ਬੱਚਾ ਵੱਡਾ ਹੋ ਰਿਹਾ, ਪਰ ਉਹਨੂੰ ਇਹ ਨਹੀਂ ਪਤਾ ਕਿ ਬੱਚੇ ਦੀ ਤਾਂ ਉਮਰ ਵੀ ਘਟ ਰਹੀ ਹੈ। ਜੋ ਦਿਨ ਆਵੈ ਸੋ ਦਿਨ ਜਾਹੀ, ਕਾਰਣਾ ਕੂਚ ਰਹਿਨ ਥਿਰ ਨਾਹੀ। ਜਿਹੜਾ ਦਿਨ ਜਾ ਰਿਹਾ ਹੈ ਉਹ ਸਾਡੀ ਜ਼ਿੰਦਗੀ ਵਿੱਚੋਂ ਖਤਮ ਹੁੰਦਾ ਜਾ ਰਿਹਾ ਹੈ, ਘਟਦਾ ਚਲਿਆ ਜਾ ਰਿਹਾ ਹੈ। ਇਸ ਕਰਕੇ ਮਰਗ ਸਵਾਈ ਨਹੀਂ, ਇੱਕ ਇੱਕ ਦਿਨ ਜਿਹੜਾ ਸਾਡੀ ਮੌਤ ਦੀ ਨੀਂਹ ਨੂੰ ਪੱਕੀਆਂ ਕਰ ਰਿਹਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਇਹ ਟਾਈਮ ਮਿਲਿਆ ਸੀ ਖੱਟੀ ਖੱਟਣ ਦਾ, ਲਾਹਾ ਲੈਣ ਦਾ। ਮਨੁੱਖ ਸੋਚਦਾ ਹੈ ਖਾ ਪੀ ਲਓ, ਮੌਜ ਮੇਲਾ ਮੰਨ ਲਓ, ਇਹੀ ਜ਼ਿੰਦਗੀ ਦਾ ਲਾਹਾ ਹੈ। ਈਟ ਡਰਿੰਕ ਐਂਡ ਬੀ ਮੈਰੀ, ਖਾਓ ਪੀਓ ਮੌਜ ਮੇਲਾ ਮਾਣੋ, ਇਹੀ ਜ਼ਿੰਦਗੀ ਦਾ ਲਾਹਾ ਹੈ। ਬਾਬਰ ਵਰਗਿਆਂ ਨੇ ਵੀ ਕਿਹਾ, ਬਾਬਰ ਬਿਆਸ ਐਸ਼ ਕਰ ਲੈ, ਇਹੀ ਜ਼ਿੰਦਗੀ ਦਾ ਲਾਹਾ ਹੈ। ਵਿਗਿਆਨਕ ਕਹਿੰਦੇ ਨਵੀਆਂ ਨਵੀਆਂ ਕਾਢਾਂ ਕੱਢ ਲਓ, ਇਹੀ ਜ਼ਿੰਦਗੀ ਦਾ ਲਾਹਾ ਹੈ। ਦੁਨੀਆਦਾਰ ਬੰਦਾ ਕਹਿੰਦਾ ਵੱਧ ਤੋਂ ਵੱਧ ਧਨ ਪਦਾਰਥ ਇਕੱਠਾ ਕਰਕੇ ਕਾਰੋਬਾਰ ਵੱਡਾ ਕਰ ਲਓ, ਇਹੀ ਜ਼ਿੰਦਗੀ ਦਾ ਲਾਹਾ ਹੈ। ਪਰ ਗੁਰਬਾਣੀ ਕਹਿੰਦੀ ਹੈ ਕਿ ਜ਼ਿੰਦਗੀ ਦਾ ਲਾਹਾ ਹੈ ਜ਼ਿੰਦਗੀ ਅੰਦਰ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਨਾ, ਮਨੁੱਖਤਾ ਦੀ ਸੇਵਾ ਕਰਨਾ। ਜੇ ਅਸੀਂ ਜ਼ਿੰਦਗੀ ਦੇ ਅੰਦਰ ਮਾਨਵਤਾ ਦੀ ਸੇਵਾ ਨਾ ਕਰ ਸਕੇ, ਜੇ ਅਸੀਂ ਜ਼ਿੰਦਗੀ ਅੰਦਰ ਕੋਈ ਲਾਹੇਵੰਦਾ ਕਰਮ ਨਾ ਕਰ ਸਕੇ, ਤੇ ਅਸੀਂ ਘਾਟੇ ਵਿੱਚ ਚਲੇ ਜਾਵਾਂਗੇ, ਆਕਾਰ ਚਲੀ ਜਾਏਗੀ ਜ਼ਿੰਦਗੀ। ਇਸ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਲਾਹਾ ਨਾਮ ਰਤਨ ਜਪ ਸਾਰ। ਅਸੀਂ ਲਾਹੇ ਲਈ ਆਏ ਹਾਂ, ਲਾਹੇ ਕਾਰਨ ਆਇਆ ਜਗ। ਅਸੀਂ ਲਾਹਾ ਲੈਣ ਲਈ ਆਏ ਹਾਂ, ਪਰ ਲਾਹਾ ਸਾਡੀ ਜ਼ਿੰਦਗੀ ਦਾ ਹੈ ਪਰਮਾਤਮਾ ਦੇ ਪਿਆਰ ਜੁੜਨਾ। ਪਰਮਾਤਮਾ ਦੇ ਪਿਆਰ ਵਿੱਚ ਜੁੜਨ ਦਾ ਅਰਥ ਹੈ ਕਿ ਉਸ ਪਰਮਾਤਮਾ ਨੂੰ ਯਾਦ ਕਰਦਿਆਂ, ਉਹਦੇ ਪਿਆਰ ਜੁੜਦਿਆਂ ਉਹ ਕਰਮ ਕਰਨੇ ਜਿਹਦੇ ਨਾਲ ਪਰਮਾਤਮਾ ਦੀ ਰਹਿਮਤ ਮਿਲੇ। ਮਨੁੱਖਤਾ ਦੀ ਸੇਵਾ ਵੀ ਪਰਮਾਤਮਾ ਦੀ ਬੰਦਗੀ ਹੈ। ਜ਼ਿੰਦਗੀ ਅੰਦਰ ਰੱਬੀ ਗੁਣ ਧਾਰਨ ਕਰਨੇ, ਪਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਫਿਰ ਆਸ ਸਮਾਜ ਅੰਦਰ ਉਹਨਾਂ ਗੁਣਾਂ ਦੇ ਨਾਲ ਵਿਚਰਨਾ। ਸਾਹਿਬ ਜੀ ਕਹਿੰਦੇ ਜ਼ਿੰਦਗੀ ਦਾ ਲਾਹਾ ਹੈ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜਦੋਂ ਤਾਂ ਖੱਟੀ ਖੱਟਣ ਦਾ ਵੇਲਾ ਸੀ, ਉਦੋਂ ਤੂੰ ਦੁਨੀਆ 'ਚ ਹੀ ਖਚਤ ਰਿਹਾ। ਹੁਣ ਤਾਂ ਮਰਗ ਸਵਾਈ ਨਹੀਂ, ਮੌਤ ਦੀ ਨਹੀਂ ਦੂਣ ਸਵਾਈ ਹੋ ਗਈ, ਪੱਕੀ ਹੋ ਗਈ। ਜਾਂ ਭਰਿਆ ਤਾਂ ਲੱਦਿਆ। ਜਿਵੇਂ ਕੋਈ ਬੇੜੀ ਭਰ ਜਾਏ ਨਾ, ਤੇ ਆਪਾਂ ਦੇਖਦੇ ਹਾਂ ਪੂਰ ਭਰ ਜਾਏ ਤੇ ਫਿਰ ਤੁਰ ਪੈਂਦੀ ਹੈ। ਇਸੇ ਤਰੀਕੇ ਨਾਲ ਤੇਰੀ ਜ਼ਿੰਦਗੀ ਦੀ ਬੇੜੀ ਹੁਣ ਭਰ ਗਈ। ਸਵਾਸਾਂ ਦੀ ਪੂੰਜੀ ਜਿਹੜੀ ਹੈ ਨਾ, ਉਹ ਖਤਮ ਹੋ ਗਈ। ਤੇਰੀ ਜ਼ਿੰਦਗੀ ਦੀ ਬੇੜੀ ਭਰ ਗਈ। ਹੁਣ ਤਾਂ ਇੱਥੋਂ ਤੁਰਨਾ ਪੈਣਾ, ਇੱਥੇ ਰਹਿਣਾ ਨਹੀਂ ਹੈ। ਤੂੰ ਆਪਣਾ ਖੱਟੀ ਖੱਟਣ ਦਾ ਵੇਲਾ ਸੰਭਾਲਿਆ ਨਹੀਂ,
ਹੁਣ ਮੌਤ ਦੀ ਨੀਂਹ ਪੱਕੀ ਹੋ ਗਈ। ਦੇਖ ਫਰੀਦਾ ਜੋ ਥੀਆ ਦਾੜੀ ਹੋਈ ਪੂਰ। ਬਾਬਾ ਫਰੀਦ ਸਾਹਿਬ ਜੀ ਸੁਚੇਤ ਕਰਦੇ ਨੇ, ਬੰਦਿਆ ਬਹੁਤਾ ਵੇਲਾ ਲੰਘ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਇੱਕ ਮਹਾਨਤਾ ਹੈ ਕਿ ਸਤਿਗੁਰੂ ਜੀ ਨੇ ਮਨੁੱਖ ਦੇ ਅੰਦਰ ਇੱਕ ਪੋਜ਼ਿਟਿਵ ਸੋਚ ਪੈਦਾ ਕੀਤੀ ਹੈ। ਕੋਈ ਬਿਰਧ ਹੈ, ਕੋਈ ਜਵਾਨ ਹੈ, ਕੋਈ ਬੱਚਾ ਹੈ, ਕੋਈ ਵਪਾਰੀ ਹੈ, ਕੋਈ ਕਿਰਸਾਨ ਹੈ, ਕੋਈ ਰਾਜਾ ਹੈ, ਕੋਈ ਪ੍ਰਜਾ ਹੈ, ਹਰ ਮਨੁੱਖ ਦੇ ਅੰਦਰ ਉਸ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਨ ਦੇ ਲਈ ਚਾਅ ਪੈਦਾ ਕੀਤਾ ਹੈ। ਧਰਮ ਦੇ ਨਾਂ ਤੇ ਡਰਾਇਆ ਨਹੀਂ ਗਿਆ। ਵੈਸੇ ਜਦੋਂ ਅਸੀਂ ਧਰਮਾਂ ਦੀ ਦੁਨੀਆ 'ਚ ਨਜ਼ਰ ਮਾਰਦੇ ਆ ਨਾ, ਮਨੁੱਖ ਨੂੰ ਡਰਾਇਆ ਹੀ ਗਿਆ। ਮਨੁੱਖ ਦੇ ਅੰਦਰ ਕੇਵਲ ਤਾਂ ਕੇਵਲ ਸਹਿਮ ਪੈਦਾ ਕੀਤਾ ਗਿਆ ਔਰ ਡਰਾ ਕੇ ਮੱਥੇ ਟਿਕਾਏ ਜਾਂਦੇ ਨੇ। ਮੌਤ ਦੇ ਨਾਂ ਤੇ ਡਰਾਇਆ ਜਾਂਦਾ ਹੈ, ਔਰ ਅਨੇਕ ਤਰ੍ਹਾਂ ਦੇ ਨਰਕਾਂ ਦੇ ਨਾਂ ਤੇ ਡਰਾਇਆ ਜਾਂਦਾ ਹੈ, ਜਮਦੂਤਾਂ ਦੇ ਨਾਂ ਤੇ ਡਰਾਇਆ ਜਾਂਦਾ ਹੈ। ਲੇਕਿਨ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਬੰਦਿਆ ਜ਼ਿੰਦਗੀ ਦਾ ਵੇਲਾ ਤਾਂ ਲੰਘ ਗਿਆ, ਹੁਣ ਵੀ ਦੇਖ ਫਰੀਦਾ ਜੂਥੀਆ ਦਾੜੀ ਹੋਈ ਭੂਰ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਬੰਦਿਆ ਦੇਖ ਹੁਣ ਕੀ ਅਵਸਥਾ ਬਣ ਗਈ ਤੇਰੀ। ਦਾੜੀ ਹੋਈ ਭੂਰ। ਭੂਰ ਦਾ ਅਰਥ ਹੁੰਦਾ ਜਿਹਨੂੰ ਆਪਾਂ ਕਰੜ ਬਰੜੀ ਜੀ ਕਹਿੰਦੇ ਆ। ਭੂਰੀ ਦਾ ਅਰਥ ਕਾਲੀ ਤੇ ਚਿੱਟੀ ਜੀ ਘਸਮੈਲੀ ਜੀ ਹੋ ਗਈ ਹੈ। ਅੱਧੇ ਵਾਲ ਜਿਹੜੇ ਨੇ ਕਾਲੇ ਸੀ ਉਹ ਚਿੱਟੇ ਹੋ ਗਏ ਨੇ, ਹੁਣ ਕਾਲੇ ਚਿੱਟੇ ਜੇ ਨੇ, ਭੂਰੀ ਜੀ ਹੋ ਗਈ ਹੈ ਦਾੜੀ। ਭਾਵ ਇਹ ਹੈ ਕਿ ਤੇਰੀ ਜਵਾਨੀ ਗਈ ਤੇ ਬੁਢਾਪਾ ਜਿਹੜਾ ਉਹਨੇ ਪੈਰ ਰੱਖ ਲਿਆ, ਉਹ ਪ੍ਰਵੇਸ਼ ਕਰ ਚੁੱਕਾ ਹੈ। ਹੁਣ ਵੀ ਸੁਚੇਤ ਹੋ ਜਾ, ਹੁਣ ਵੀ ਜਾਗ ਪੈ। ਭਾਈ ਗੁਰਦਾਸ ਜੀ ਨੇ ਇੱਕ ਬੜਾ ਪਿਆਰਾ ਬਚਨ ਲਿਖਿਆ ਹੈ, ਕਹਿੰਦੇ ਕਿ ਘੜੀ ਘੜੀ ਟੇਰ ਘਰਿਆਰ ਸੁਨਾਏ ਸੰਦੇਸ਼ੋ ਪਹਿਰ ਪਹਿਰ ਪੁਨ ਪੁਨ ਸਮਝਾਏ ਹੈ। ਆ ਘੜੀ ਲੱਗੀ ਹੈ ਨਾ ਸਾਡੇ ਘਰਾਂ 'ਚ, ਟਿਕ ਟਿਕ ਕਰਦੀ ਹੈ। ਪਹਿਲਾਂ ਘੜੀਆਂ ਜਿਹੜੀਆਂ ਅਲਾਰਮ ਘੰਟੇ ਬਾਅਦ ਮਾਰਦੀਆਂ ਸਨ, ਆ ਜਿਵੇਂ ਘੰਟਾ ਘਰ ਬਣਿਆ ਨਾ ਆਪਣੇ ਸ਼ਹਿਰ 'ਚ, ਇਹਦੇ ਉੱਪਰ ਘੜਿਆਲ ਲੱਗਾ। ਹੁਣ ਤਾਂ ਨਹੀਂ, ਪਹਿਲਾਂ ਘੜਿਆਲ ਵਜਿਆ ਕਰਦੇ ਸਨ, ਪਹਿਰ ਬਾਅਦ, ਘੰਟੇ ਬਾਅਦ। ਉਹ ਟਾਈਮ ਦੱਸਿਆ ਕਰਦੇ ਸਨ ਕਿ ਇੰਨਾ ਟਾਈਮ ਜਿਹੜਾ ਹੈ ਲੰਘ ਗਿਆ। ਇਸ ਕਰਕੇ ਵੱਡੇ ਵੱਡੇ ਇਹ ਘੜਿਆਲ ਲੱਗੇ ਹੁੰਦੇ ਸਨ। ਭਾਈ ਸਾਹਿਬ ਜੀ ਕਹਿੰਦੇ, ਘੜੀ ਘੜੀ ਟੇਰ ਘਰਿਆਰ ਸੁਨਾਏ ਸੰਦੇਸ਼ੋ ਪਹਿਰ ਪਹਿਰ ਪੁਨ ਪੁਨ ਸਮਝਾਏ ਹੈ। ਬੰਦਿਆ ਹਰ ਘੜੀ ਬਾਰ ਘੜਿਆਲ ਵੱਜਦਾ, ਪਹਿਰ ਬਾਅਦ ਘੜਿਆਲ ਵੱਜਦਾ, ਉਹ ਤੈਨੂੰ ਕੁਝ ਸੰਦੇਸ਼ ਦੇ ਰਿਹਾ, ਸੁਨੇਹਾ ਦੇ ਰਿਹਾ। ਉਹ ਇਹ ਕਹਿ ਰਿਹਾ ਕਿ ਤੇਰੀ ਜ਼ਿੰਦਗੀ ਦਾ ਇੱਕ ਪੈਰ ਲੰਘ ਗਿਆ, ਇੱਕ ਘੜੀ ਲੰਘ ਗਈ ਹੈ, ਇੱਕ ਦਿਨ ਲੰਘ ਗਿਆ। ਇਹ ਸਾਨੂੰ ਸਮਝਾ ਰਹੀ ਹੈ ਘੜੀ ਟਿਕ ਟਿਕ ਕਰਕੇ ਕਿ ਤੇਰੀ ਜ਼ਿੰਦਗੀ ਦਾ ਇੰਨਾ ਟਾਈਮ ਲੰਘ ਗਿਆ। ਕਹਿਣ ਲੱਗੇ, ਘੜੀ ਘੜੀ ਟੇਰ ਘਿਆਰ ਸੁਨਾਏ ਸੰਦੇਸ਼ੋ ਪਹਿਰ ਪਹਿਰ ਪੁਨ ਪੁਨ ਸਮਝਾਏ ਹੈ। जैसे जैसे बेली पानी पर बूढ़त है पूर्ण होए पापन की नौका हराए हैं। ਪੁਰਾਤਨ ਸਮੇਂ ਦੇ ਅੰਦਰ ਟਾਈਮ ਨੂੰ, ਸਮੇਂ ਨੂੰ ਜਾਣਨ ਦੇ ਲਈ ਪਾਣੀ ਦੀ ਘੜੀ ਹੁੰਦੀ ਸੀ, ਰੇਤ ਦੀ ਘੜੀ ਹੁੰਦੀ ਸੀ, ਧੁੱਪ ਦੀ ਘੜੀ ਹੁੰਦੀ ਸੀ। ਇਵੇਂ ਟਾਈਮ ਨੂੰ ਸਮਝਦੇ ਸਨ ਬਜ਼ੁਰਗ। ਪਾਣੀ ਦੀ ਘੜੀ ਏਦਾਂ ਸੀ, ਵੱਡੇ ਸਾਰੇ ਬਰਤਨ 'ਚ ਪਾਣੀ ਭਰ ਲੈਣਾ, ਇੱਕ ਕੌਲੀ 'ਚ ਮੋਰੀ ਕਰਕੇ ਉਹਨੂੰ ਉਹਦੇ ਵਿੱਚ ਰੱਖ ਦੇਣਾ। ਉਹ ਮੋਰੀ ਰਾਹੀਂ ਕੌਲੀ 'ਚ ਪਾਣੀ ਪੈਂਦਿਆਂ ਜਦੋਂ ਕੌਲੀ ਭਰ ਕੇ ਵਿੱਚ ਡੁੱਬ ਜਾਂਦੀ ਸੀ, ਕਹਿੰਦੇ ਇੰਨਾ ਟਾਈਮ ਹੋ ਗਿਆ। ਉਹਦੇ ਤੋਂ ਅੰਦਾਜ਼ਾ ਲਗਾਇਆ ਜਾਂਦਾ ਸੀ ਕਿ ਕੌਲੀ ਡੁੱਬ ਗਈ ਹੈ, ਇੰਨਾ ਟਾਈਮ ਹੋ ਗਿਆ। ਉਹ ਡੁੱਬਦੀ ਹੋਈ ਕੌਲੀ ਤੈਨੂੰ ਕੁਝ ਸਮਝਾ ਰਹੀ ਹੈ, ਟਾਈਮ ਸਮਝਾ ਰਿਹਾ ਹੈ ਕਿ ਜਿਵੇਂ ਕੌਲੀ ਪਾਣੀ ਨਾਲ ਭਰੀ ਤੇ ਡੁੱਬ ਗਈ ਨਾ, ਜਦੋਂ ਤੇਰੀ ਜ਼ਿੰਦਗੀ ਪਾਪਾਂ ਦੇ ਨਾਲ ਭਰ ਗਈ, ਇਹ ਵੀ ਡੁੱਬ ਜਾਣੀ ਹੈ। ਸੁਚੇਤ ਹੋ ਜਾ। ਚਾरों ओर शोर पैर हुआ पुकार हारे, चारों पैर सोबते अचेत न लिजाए है। घड़ी ਦੀ ਆਵਾਜ਼ ਸੁਣ ਕੇ ਬੰਦਾ ਨਹੀਂ ਜਾਗਿਆ। ਆਪਾਂ ਦੇਖਦੇ ਹਾਂ ਅਲਾਰਮ ਵੱਜਦਾ ਕਿ ਅਲਾਰਮ ਬੰਦ ਕਰਕੇ ਪਰੇ ਸੁੱਟ ਦਿੰਦੇ ਨੇ, ਜਾਗਣਾ ਹੀ ਨਹੀਂ ਹੈ। ਘੜੀ ਦੀ ਆਵਾਜ਼ ਸੁਣ ਕੇ ਬੰਦਾ ਨਹੀਂ ਜਾਗਿਆ। ਸਾਡੇ ਆਲ ਦੁਆਲੇ ਰੌਲਾ ਰੱਪਾ, ਹਵਾ ਚੱਲ ਰਹੀ ਹੈ, ਪਾਣੀ ਚੱਲ ਰਿਹਾ ਹੈ, ਦਿਨ ਰਾਤ ਤੁਰ ਰਹੇ ਨੇ, ਰੁੱਤਾਂ ਲੰਘ ਰਹੀਆਂ ਨੇ। ਇਹ ਸਭ ਕੁਝ ਸਾਨੂੰ ਸਮਝਾਉਣ ਲਈ ਨੇ। ਜਿਹੜਾ ਦਿਨ ਚਲੇ ਗਿਆ ਉਹ ਵਾਪਸ ਨਹੀਂ ਆਉਣਾ। ਸਾਡੀ ਜ਼ਿੰਦਗੀ ਦਾ ਜਿਹੜਾ ਟਾਈਮ ਚਲ ਗਿਆ ਉਹ ਵਾਪਸ ਨਹੀਂ ਆਉਣਾ। ਇਸ ਕਰਕੇ ਭਾਈ ਸਾਹਿਬ ਜੀ ਕਹਿੰਦੇ ਕਿ ਚਾਰ ਸਵੇਰੇ ਜਿਹੜਾ ਰੌਲਾ ਰੱਪੇ ਸਾਨੂੰ ਕੁਝ ਸਮਝਾਉਣ ਲਈ ਹੈ। ਜਦੋਂ ਬੰਦਾ ਘੜੀ ਦੀ ਆਵਾਜ਼ ਸੁਣ ਕੇ ਨਾ ਜਾਗਿਆ, ਕੌਲੀ ਡੁੱਬਦੀ ਨੂੰ ਦੇਖ ਕੇ ਨਾ ਸਮਝਿਆ, ਆਲੇ ਦੁਆਲੇ ਨੂੰ ਦੇਖ ਕੇ ਨਾ ਸਮਝਿਆ, ਤੇ ਫਿਰ ਵਾਹਿਗੁਰੂ ਨੇ ਪਹਿਰੇਦਾਰ ਨੂੰ ਭੇਜਿਆ। ਗੁਰੂ ਪਹਿਰੇਦਾਰ ਹੈ, ਗੁਰੂ ਸਾਨੂੰ ਜਗਾਉਣ ਲਈ ਆਇਆ। ਜਾਗ ਲਿਓ ਰੇ ਮਨ ਜਾਗ ਲਿਓ, ਕਹਾਂ ਗਾਫਲ ਸੋਇਆ। ਸਤਿਗੁਰੂ ਸਾਹਿਬ ਜੀ ਕਹਿੰਦੇ, ਬੰਦਿਆ ਜਾਗ, ਤੂੰ ਸੁਚੇਤ ਹੋ, ਤੇਰੀ ਜ਼ਿੰਦਗੀ ਲੰਘਦੀ ਜਾਈ। ਕਿਆ ਤੂੰ ਸੋਇਆ ਜਾਗ ਇਆਨਾ, ਤੈ ਜੀਵਨ ਜਗ ਸੱਚ ਕਰ ਜਾਨਾ। ਜਾਗੋ ਜਾਗੋ ਸੁੱਤਿਓ। ਗੁਰਬਾਣੀ ਸਾਨੂੰ ਜਗਾਉਂਦੀ ਹੈ, ਸੁਚੇਤ ਕਰਦੀ ਹੈ। ਲੇਕਿਨ ਬੰਦੇ ਨੂੰ ਨੀਂਦ ਬੜੀ ਪਿਆਰੀ ਹੈ। ਜਿਹੜਾ ਬੰਦਾ ਨੀਂਦ ਦੀਆਂ ਗੋਲੀਆਂ ਦੇ, ਉਹ ਬੜਾ ਚੰਗਾ ਲੱਗਦਾ ਸਾਨੂੰ।
ਜਿਹੜਾ ਸੌਣ ਦੀਆਂ ਗੱਲਾਂ ਕਰੇ ਨਾ, ਵਹਿਮਾਂ ਭਰਮਾਂ ਦੀਆਂ ਗੱਲਾਂ ਆ ਗਈਆਂ, ਉਹ ਬੜਾ ਚੰਗਾ ਲੱਗਦਾ। ਆਪਾਂ ਕਹਿੰਦੇ ਇਹ ਗੱਲ ਠੀਕ ਹੈ। ਜਿਹੜੇ ਸਾਡੇ ਮਨਪਸੰਦ ਦੀ ਗੱਲ ਕਰੇ, ਸਾਨੂੰ ਤਾਂ ਮੌਤ ਦਾ ਨਾਂ ਸੁਣਨਾ ਹੀ ਚੰਗਾ ਨਹੀਂ ਲੱਗਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੇ ਸਾਨੂੰ ਸੱਚ ਦਾ ਸੰਦੇਸ਼ ਦਿੱਤਾ ਹੈ। ਕਈ ਲੋਕ ਦੇਖੇ ਨੇ, ਜੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਹੋ ਜਿਹਾ ਬਚਨ ਆ ਜਾਏ ਨਾ, ਕਹਿੰਦੇ ਮੁੱਖ ਵਾਕ ਕਰੜਾ ਆ ਗਿਆ, ਜਰਾ ਦੁਬਾਰਾ ਲੈ ਲਓ, ਮੁੱਖ ਵਾਕ ਕਰੜਾ ਆ ਗਿਆ। ਮੈਨੂੰ ਯਾਦ ਹੈ ਅਮਰੀਕਾ 'ਚ ਇੱਕ ਸ਼ਹਿਰ ਫਿਲਾਡੈਲਫੀਆ, ਇੱਕ ਵਾਰੀ ਉੱਥੇ ਸ੍ਰੀ ਅਖੰਡ ਪਾਠ ਸਾਹਿਬ ਕਿਸੇ ਘਰ 'ਚ ਰੱਖਣ ਲੱਗੇ, ਤੇ ਇੱਕ ਇੱਥੋਂ ਇੰਡੀਆ ਤੋਂ ਮਹਾਂਪੁਰਖ ਗਏ ਸੀ, ਬੜੇ ਮੰਨੇ ਪ੍ਰਮੰਨੇ। ਆਰੰਭ ਵੇਲੇ ਪਾਠ ਦਾ ਮੁੱਖ ਵਾਕ ਆ ਗਿਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ। ਤੇ ਉਹ ਮਹਾਂਪੁਰਖ ਉਹਨਾਂ ਨੂੰ ਕਹਿੰਦੇ ਸੀ, ਪਤਾ ਨਹੀਂ ਕਿੱਦਾਂ ਦੇ ਮਹਾਂਪੁਰਖ, ਕਹਿੰਦੇ ਜੀ ਮੁੱਖ ਵਾਕ ਦੁਬਾਰਾ ਲਓ, ਤੇ ਕਰੜਾ ਆ ਗਿਆ, ਖੁਸ਼ੀਆਂ ਦਾ ਪ੍ਰੋਗਰਾਮ। ਇਹ ਮਹਾਂਪੁਰਖਾਂ ਦੀ ਚਾਲ ਹੈ ਲੋਕਾਂ ਨੂੰ ਨੀਂਦ ਦੀਆਂ ਗੋਲੀਆਂ ਦੇਣ ਦੀ। ਮੁੱਖ ਵਾਕ ਕਰੜਾ ਹੈ। ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਹੀ ਕਰੜੇ ਲੱਗਦੇ ਨੇ, ਉਹਨੂੰ ਮਿੱਠਾ ਕੀ ਲੱਗੇਗਾ। ਔਰ ਇੱਕ ਹੋਰ ਘਟਨਾ ਵਾਪਰੀ, ਮੈਂ ਕਥਾ ਕਰ ਰਿਹਾ ਸਾਂ ਕੈਲੀਫੋਰਨੀਆ 'ਚ, ਲਾਈਵ ਆਉਂਦੀ ਉੱਥੇ ਕਥਾ, ਤੇ ਇੱਕ ਬੀਬੀ ਦਾ ਫੋਨ ਆਇਆ, ਤੁਸੀਂ ਮੌਤ ਦੀਆਂ ਗੱਲਾਂ ਬੜੀਆਂ ਕਰਦੇ ਆ। ਮੌਤ ਦੀਆਂ ਗੱਲਾਂ ਜੋ ਗੁਰਬਾਣੀ ਨੇ ਕਹੀਆਂ ਉਹ ਤੇ ਦੱਸਣੀਆਂ ਪੈਣੀਆਂ ਨੇ, ਕਿ ਮੌਤ ਤੋਂ ਡਰੋ ਨਾ, ਮੌਤ ਅਵਸ਼ ਹੈ, ਟਲਣੀ ਨਹੀਂ ਹੈ। ਕਹਿੰਦੀ ਮੌਤ ਦੀਆਂ ਗੱਲਾਂ ਬੜੀਆਂ ਕਰਦੇ ਹੋ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਜਗਾਉਂਦੀ ਹੈ, ਜਿਹੜਾ ਤੇ ਸਾਨੂੰ ਦੇਵੇ ਨੀਂਦ ਦੀਆਂ ਗੋਲੀਆਂ ਮਿੱਠੀਆਂ ਮਿੱਠੀਆਂ। ਕੋਈ ਸ਼ਬਦ ਸੁਣਾ ਦੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ, ਉਹਨਾਂ ਦੇ ਬੜੇ ਖੁਸ਼ ਹੁੰਦੇ ਆ। ਪਰ ਇਹਦਾ ਜਿਹੜਾ ਰਹਾਉ ਵਾਲਾ ਵਚਨ ਹੈ ਨਾ, ਉਹਦੇ ਵੱਲ ਅਸੀਂ ਕਿਆ ਧਿਆਨ ਨਹੀਂ ਦਿੱਤਾ। ਮੇਰੇ ਮਨ ਏਕ ਸਿਉ ਚਿਤ ਲਾਏ, ਏਕ ਸੁਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ। ਬਸ ਖੁਸ਼ੀਆਂ ਸ਼ਬਦ ਆ ਗਿਆ, ਅਸੀਂ ਖੁਸ਼ ਹੋ ਜਾਂਦੇ ਹਾਂ। ਇਹ ਸ਼ਬਦ ਸੁਣਾ ਦਿਓ। ਕੋਈ ਘਰ 'ਚ ਪ੍ਰੋਗਰਾਮ, ਕਹਿੰਦੇ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਸ਼ਬਦ ਪੜ੍ਹ ਦਿਓ, ਜੋ ਮੰਗੇ ਠਾਕਰ ਆਪਣੇ ਤੇ ਪੜ੍ਹ ਦਿਓ। ਇਹਦਾ ਭਾਵ ਅਰਥ ਜੇ ਦੱਸੋ ਤੇ ਫਿਰ ਕਹਿਣਾ ਨਹੀਂ ਇਹ ਨਹੀਂ ਸਾਨੂੰ ਚਾਹੀਦਾ। ਇਸ ਕਰਕੇ ਅਸੀਂ ਮਿੱਠੀਆਂ ਚੀਜ਼ਾਂ ਸੁਣਨਾ ਚਾਹੁੰਦੇ ਹਾਂ। ਮਿੱਠੀਆਂ ਗੋਲੀਆਂ ਜਿਹੜਾ ਦੇਵੇ, ਕੋਈ ਕਰਾਮਾਤ ਕਹਾਣੀਆਂ ਸੁਣਾਏ, ਕੋਈ ਸੁਣਾ ਦੇ ਉੱਥੇ 40 ਦਿਨ ਨੰਗੇ ਪੈਰ ਗਿਆ, ਉੱਥੇ ਗਿਆ ਆਹ ਚੀਜ਼ ਮਿਲਦੀ, ਅਸੀਂ ਬੜੇ ਖੁਸ਼ ਹੁੰਦੇ ਹਾਂ। ਪਰ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ, ਬਾਬਾ ਕਬੀਰ ਸਾਹਿਬ ਜੀ ਦੀ ਬਾਣੀ, ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੰਨੀ ਬਾਣੀ ਹੈ, ਉਹ ਸਾਨੂੰ ਗਿਆਨ ਦਿੰਦੀ ਹੈ, ਉਹ ਸਾਨੂੰ ਮਿੱਠੀਆਂ ਗੋਲੀਆਂ ਨਹੀਂ ਦਿੰਦੀ। ਬਾਬਾ ਫਰੀਦ ਸਾਹਿਬ ਜੀ ਨੇ ਇਹ ਗੱਲ, ਭਾਈ ਗੁਰਦਾਸ ਜੀ ਦੇ ਬਚਨ ਚੇਤੇ ਕਰ ਰਿਹਾ ਸਾਂ ਕਿ ਗੁਰੂ ਆਇਆ ਪਹਿਰੇਦਾਰ ਬਣ ਕੇ, ਪਹਿਰੇਦਾਰ ਜਗਾਉਂਦਾ। ਤੇ ਕਈ ਲੋਕਾਂ ਨੂੰ ਪਹਿਰੇਦਾਰ ਵੀ ਚੰਗਾ ਨਹੀਂ ਲੱਗਦਾ, ਕਹਿਣ ਲੱਗੇ ਚੌਕੀਦਾਰ ਸਾਰੀ ਰਾਤ ਐਵੇਂ ਖੜਾ ਕਰਦਾ ਰਹਿੰਦਾ, ਸੌਣ ਨਹੀਂ ਦਿੰਦਾ। ਚਾਰੋਂ ओर शोर पैरुआ पुकार हारे, चारों पैर सोबते अचेत ना लजाए हैं। बंदा पहरेदार दी आवाज सुन के ना जागिया, सुता रहा, नींद प्यारी सी, और इनू ये नहीं पता कि मेरी जिंदगी जिहड़ी बतीत हो रही है। कह लगे हुण नहीं जागिया, पहरेदार दी गल सुन के, तामर चूड़ शब्द सुनत उघार, आंखें बिन प्रिया प्रेम, राते पाछे पछताए हैं। तामर मैणा हनेरा, चूड़ मैणा हनेरे नू चकना चूर करने वाला। तामर चूड़ संस्कृत का ये शब्द है। तामर चूड़ का अर्थ है हनेरे नू चकना चूर करने वाला। जदों कुकड़ बांग दिंदा असीं कहंदे भी रात गई ते हुण ते दिन आ गया, बस रात गई। कुकड़ दी बांग इस गल दी प्रतीक गिणी जांदी सी, कदी हुण ते कुकड़ां ते भी कोई भरोसा नहीं है। कुकड़ दी बांग इस गल दी प्रतीक सी कि हुण दिन आ रहा है, रात जिहड़ी चली गई। तामर चूड़ का अर्थ है कुकड़। कुकड़ जिहड़ा हनेरे नू चकना चूर करने वाला गिणिया गया। इत्थे कुकड़ का अर्थ है बिरध अवस्था, वाल चिट्टे हो गए। कोई बंदा चिरां बाद मिले ना सानू, आपां कहंदे ते बग्गा कुकड़ बन गए, बग्गा कुकड़। चिट्टे वाल आ गए, धौले वाल आ गए। तामर चूड़ शब्द सुनत उघार आंखियो बंदिया, आ चिट्टे वाल आ गए ने, कुकड़ ने बांग देती, हुण ही जाग पै। जे हुण ना जागिया ते फिर तेनू झूरना पएगा, फिर तेनू पछताउणा पएगा। गुरबाणी कहंदी हुण ही जाग पाओ, बिरध अवस्था आई है। बाबा फरीद साहब जी कहणगे, देख फरीदा जोथिया दाढ़ी होई पूर। बंदिया देख दाढ़ी भूरी हो गई है, कक्की बक्की जी हो गई है। हुण वाल चिट्टे तेरे हो जाने ने, दुध वर्गे उजड़ हो जाने ने। हुण ही तू सावधान हो जा, सुचेत हो जा। जवानी चली गई है, हुण ते भवर गए, बग बैठे आए, धौले तेरे वाल होने शुरू हो गए ने। अगो नेड़ा आया, पिछा रहया दूर। अगो दा अर्थ है कि जड़ा मौत दा नेड़ा है, बनना है, वो बहुत नेड़े आ गया है। ते पिछला पासा जन्म दा जेड़ा है वो बहुत दूर रह गया। भाव तेरा बचपन पिछे रह गया है, जन्म दी गल पिछे रह गई, हुण ते मौत दी गल है। भगत जी दा इत्थे कहण तो भाव इह है कि हुण पिछे ना देख। बंदा बचपन विच होए ना, जदों बच्चा हुंदा है ना, छोटा जिहा बच्चा साडा जिहड़ा है ना, वो सिर ते पग बन के कहेगा मैं जवान हो गया। कई बारी नकली मुछां ला के कहेगा मैं जवान हो गया।
ਆਪਣੇ ਆਪ ਨੂੰ ਤਕੜਾ ਦੱਸਦਾ। ਬਚਪਨ ਵਿੱਚ ਜਵਾਨ ਮਨੁੱਖ ਦਾ ਧਿਆਨ ਜਵਾਨੀ ਵੱਲ ਹੁੰਦਾ। ਬਚਪਨ ਵਿੱਚ ਧਿਆਨ ਜਵਾਨੀ ਵੱਲ ਹੁੰਦਾ, ਮੈਂ ਤਗੜਾ ਹੋ ਗਿਆ, ਮੈਂ ਜਵਾਨ ਹੋ ਗਿਆ ਹਾਂ। ਲੇਕਿਨ ਜਦੋਂ ਬੰਦਾ ਆਉਂਦਾ ਹੈ ਬੁਢੇਪੇ 'ਚ, ਉਹਦਾ ਧਿਆਨ ਬਚਪਨ ਵੱਲ ਜਾਣਾ ਸ਼ੁਰੂ ਹੋ ਜਾਂਦਾ ਹੈ। ਉਦੋਂ ਧਿਆਨ ਅੱਗੇ ਨਹੀਂ ਜਾਂਦਾ। ਬਚਪਨ 'ਚ ਧਿਆਨ ਜਵਾਨੀ ਵੱਲ, ਜਵਾਨੀ 'ਚ ਤੇ ਵੈਸੇ ਹੀ ਬੰਦਾ ਮਸਤਾਨਾ ਹੋ ਜਾਂਦਾ ਹੈ। ਧਨ ਜੋਬਨ ਪ੍ਰਭਤਾ ਕੇ ਮਦ ਮੈਂ ਅਹਨਸ ਫਿਰੇ ਦੀਵਾਨਾ, ਦਿਨ ਰਾਤ ਦੀਵਾਨਾ ਹੋਇਆ ਫਿਰਦਾ, ਉਹਨੂੰ ਕੁਝ ਸੁਝਦਾ ਨਹੀਂ ਹੈ। ਲੇਕਿਨ ਜਦੋਂ ਬੰਦਾ ਬੁਢੇਪੇ 'ਚ ਆਉਂਦਾ ਉਦੋਂ ਫਿਰ ਪਿੱਛੇ ਨੂੰ ਦੇਖਣਾ ਸ਼ੁਰੂ ਕਰ ਦਿੰਦਾ। ਉਹ ਕਹਿੰਦਾ ਕੋਈ ਇਹ ਨਾ ਸੋਚ ਲੈ ਕਿ ਮੈਂ ਬੁੱਢਾ ਹੋ ਗਿਆ। ਬੁੱਢੇ ਹੋਣਾ ਕੋਈ ਮਾੜੀ ਗੱਲ ਨਹੀਂ ਸੀ, ਬੁਢੇਪਾ ਕੋਈ ਮਾੜੀ ਗੱਲ ਨਹੀਂ ਸੀ। ਬੁਢੇਪਾ ਤੇ ਇੱਕ ਬੜੀ ਮਹਾਨ ਦਾਤ ਹੈ ਰੱਬ ਦੀ। ਬੁਢੇਪਾ ਇਸ ਕਰਕੇ ਮਾਨ ਹੈ, ਦੇਖੋ ਬੱਚਾ ਹੁੰਦਾ ਹੈ ਛੋਟਾ ਜਿਹਾ, ਸਰੀਰ ਦਾ ਵਿਕਾਸ ਹੁੰਦਾ ਹੈ, ਉਹ ਸਹਿਜੇ ਸਹਿਜੇ ਕਿਸ਼ੋਰ ਫਿਰ ਜਵਾਨ ਬਣਦਾ ਹੈ। ਸਰੀਰ ਜਿਹੜਾ ਹੈ ਉਹ ਤੰਦਰੁਸਤ ਹੁੰਦਾ, ਤਗੜਾ ਹੋ ਜਾਂਦਾ ਹੈ, ਸਰੀਰ ਦਾ ਵਿਕਾਸ ਹੁੰਦਾ ਹੈ। ਚਾਹੀਦਾ ਤਾਂ ਅਸੀਂ ਜਿਵੇਂ ਸਰੀਰ ਦਾ ਵਿਕਾਸ ਹੋਇਆ ਤਿਵੇਂ ਮਨੁੱਖ ਦੀ ਅਵਸਥਾ ਦਾ ਵੀ ਵਿਕਾਸ ਹੁੰਦਾ ਹੈ। ਮਨੁੱਖ ਦੀ ਮਨੋਵਸਥਾ ਵੀ ਜਿਹੜੀ ਸੀ ਉਹਦਾ ਵਿਕਾਸ ਹੁੰਦਾ। ਅੰਦਰ ਸਾਡੇ ਜਿਹੜਾ ਭੋਲਾਪਣ, ਸਾਡੇ ਅੰਦਰ ਜਿਹੜੀ ਨਿਰਵੈਰਤਾ, ਸਾਡੇ ਅੰਦਰ ਜਿਹੜਾ ਸੰਤੋਖ ਸੀ। ਬੱਚਾ ਦੇਖੋ ਕਿੰਨਾ ਸੰਤੋਖ ਵਾਲਾ ਬੱਚਾ, ਕਿੰਨਾ ਭੋਲੇਪਨ 'ਚ ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੁੰਦਾ, ਭੋਲਾ ਹੁੰਦਾ। ਭੋਲੇ ਦਾ ਅਰਥ ਮੂਰਖ ਨਹੀਂ ਹੁੰਦਾ। ਭੋਲੇ ਦਾ ਅਰਥ ਮੂਰਖ ਨਾ ਲੈ ਲੈਣਾ। ਭੋਲਾ ਹੈ, ਕਿਸੇ ਨਾਲ ਲੱਗ ਲਗਾਓ ਨਹੀਂ ਹੈ, ਕੋਈ ਲਾਲਚ ਨਹੀਂ ਹੈ। ਉਹ ਜਿਹੜੀ ਅਵਸਥਾ ਸੀ ਬਾਲ ਅਵਸਥਾ, ਉਹ ਤਾਂ ਪ੍ਰਬਲ ਹੋਣੀ ਚਾਹੀਦੀ ਸੀ। ਅੰਦਰ ਪਿਆਰ ਹੋਰ ਵਧਣਾ ਚਾਹੀਦਾ ਸੀ, ਭੋਲਾਪਣ ਹੋਰ ਵਧਣਾ ਚਾਹੀਦਾ ਸੀ। ਪਰ ਜਿਉਂ-ਜਿਉਂ ਸਰੀਰ ਦਾ ਵਿਕਾਸ ਹੋਇਆ, ਸਾਡੇ ਅੰਦਰੋਂ ਉਹ ਭੋਲਾਪਣ ਖਤਮ ਹੋ ਗਿਆ ਤੇ ਚਲਾਕੀਆਂ, ਚਤਰਾਈਆਂ, ਹੰਕਾਰ, ਈਰਖਾ ਇਹ ਵਧਣੀ ਸ਼ੁਰੂ ਹੋ ਗਈ। ਸਾਡੇ 'ਚੋਂ ਅਵਸਥਾ ਜਿਹੜੀ ਸੀ ਉਹ ਖਤਮ ਹੋ ਗਈ। ਇਹ ਗੱਲ ਚੇਤੇ ਰੱਖਿਓ, ਜਦੋਂ ਵੀ ਪ੍ਰਮਾਤਮਾ ਦੇ ਪਿਆਰ 'ਚ ਕੋਈ ਜੁੜਦਾ ਜਾਂ ਜੁੜਨਾ, ਉਹਦੇ ਲਈ ਉਸੇ ਅਵਸਥਾ ਦੀ ਲੋੜ ਹੈ ਜਿਹਨੂੰ ਆਪਾਂ ਕਹਿੰਦੇ ਬੱਚਾ ਤਾਂ ਰੱਬ ਦਾ ਰੂਪ ਹੁੰਦਾ ਹੈ। ਰੱਬ ਦਾ ਰੂਪ ਕਿਵੇਂ ਹੁੰਦਾ? ਨਿਰਵੈਰ ਹੁੰਦਾ। ਰੱਬ ਦਾ ਰੂਪ ਕਿਵੇਂ ਹੁੰਦਾ? ਉਹ ਕਿਸੇ ਨਾਲ ਕੋਈ ਲਗ ਲਗਾਓ ਹੁੰਦਾ ਹੀ ਨਹੀਂ ਉਹਦਾ। ਬੱਚਾ ਜਿਹੜਾ ਉਹਦੇ ਅੰਦਰ ਕੋਈ ਲਾਲਚ ਹੀ ਨਹੀਂ ਹੁੰਦਾ। ਰੱਬ ਦਾ ਰੂਪ ਇਹ ਹੈ ਜਿਹੜਾ ਕਹਿੰਦੇ ਨਾ ਗੋਬਿੰਦ ਮਿਲਣ ਕੀ ਤੇਰੀ ਬਰੀਆ, ਗੋਬਿੰਦ ਨੂੰ ਮਿਲਣ ਦਾ ਮੌਕਾ। ਗੋਬਿੰਦ ਨੂੰ ਕਿਵੇਂ ਮਿਲਾਂਗੇ? ਗੋਬਿੰਦ ਨੂੰ ਮਿਲਣ ਦਾ ਤਰੀਕਾ ਇਹ ਹੈ ਕਿ ਗੋਬਿੰਦ ਨੂੰ ਯਾਦ ਕਰਦਿਆਂ ਕਰਦਿਆਂ ਤੁਸੀਂ ਅੰਦਰੋਂ ਨਿਰਵੈਰ ਹੋ ਜਾਓ, ਅੰਦਰੋਂ ਲੋਭ ਤੋਂ ਰਹਿਤ ਹੋ ਜਾਓ, ਅੰਦਰੋਂ ਸੰਤੋਖ ਵਿੱਚ ਆ ਜਾਓ, ਅੰਦਰੋਂ ਹਰ ਤਰ੍ਹਾਂ ਦੀ ਈਰਖਾ, ਕਪਟ, ਚੁਗਲੀ, ਨਿੰਦਿਆ ਖਤਮ ਹੋ ਜਾਏ। ਆਪਾਂ ਕਹਿੰਦੇ ਇਹ ਤੇ ਬੰਦਾ ਰੱਬ ਦਾ ਰੂਪ ਹੀ ਹੈ, ਰੱਬ ਵਰਗਾ ਹੈ ਤਾਂ ਬੰਦਾ, ਇਹਦਾ ਸੁਭਾਅ ਰੱਬ ਵਰਗਾ ਹੈ। ਰੱਬ ਦੇ ਵਿੱਚ ਲਵਲੀਨ ਹੋਣ ਦਾ ਅਰਥ ਹੈ ਕਿ ਸੁਭਾਅ ਰੱਬ ਵਰਗਾ ਬਣਾ ਲਓ। ਦੁਨੀਆ ਤੁਹਾਨੂੰ ਕਹੇ ਕਿ ਬੰਦਾ ਤੇ ਹੈ ਹੀ ਰੱਬ ਵਰਗਾ, ਇਹ ਤੇ ਰੱਬ ਦਾ ਰੂਪ ਹੈ। ਰੱਬ ਦੇ ਜਿਹੜੇ ਬੰਦੇ ਰੱਬ 'ਚ ਰੂਪ ਹੁੰਦੇ ਨੇ ਹੈਗੇ ਉਹ ਇਸੇ ਸਰੀਰ 'ਚ ਨੇ। ਜਿਨ੍ਹਾਂ ਨੂੰ ਅਸੀਂ ਰਾਖਸ਼ ਕਹਿੰਦੇ ਉਹਨਾਂ ਨੂੰ ਕਿਹੜੇ ਸਿੰਘ ਲੱਗੇ ਹੁੰਦੇ ਨੇ? ਉਹਨਾਂ ਨੂੰ ਕਿਹੜੇ ਸਿੰਘ ਲੱਗੇ, ਉਹ ਤੇ ਸੁਭਾਅ ਕਰਕੇ ਰਾਖਸ਼ ਗਿਣੇ ਜਾਂਦੇ ਨੇ। ਜਿਨ੍ਹਾਂ ਨੂੰ ਅਸੀਂ ਮਹਾਂਪੁਰਖ ਕਹਿੰਦੇ ਆ ਜਾਂ ਜਿਨ੍ਹਾਂ ਨੂੰ ਅਸੀਂ ਨਮਸਕਾਰਾਂ ਕਰਦੇ, ਜਿਨ੍ਹਾਂ ਦਾ ਸਤਿਕਾਰ ਕਰਦੇ ਆ, ਉਹਨਾਂ ਨੂੰ ਕਿਹੜੇ ਖੰਭ ਲੱਗ ਜਾਂਦੇ ਨੇ? ਉਹਨਾਂ ਦੀ ਇੱਕ ਅਵਸਥਾ ਹੈ ਜਿੱਥੇ ਦੇਖ ਕੇ ਅਸੀਂ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ। ਇਸੇ ਤਰੀਕੇ ਨਾਲ ਰੱਬ ਦਾ ਰੂਪ ਬਣਨਾ ਇੱਕ ਅਵਸਥਾ ਹੈ। ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ। ਪਾਣੀ ਦਾ ਸੁਭਾਅ ਪਾਣੀ ਨਾਲ ਰਲਦਾ ਹੈ, ਉਹ ਪਾਣੀ 'ਚ ਸਮਾ ਜਾਂਦਾ ਹੈ। ਜਦੋਂ ਤੁਹਾਡਾ ਸੁਭਾਅ ਗੋਬਿੰਦ ਵਰਗਾ ਬਣ ਗਿਆ, ਪਰਮਾਤਮਾ ਵਰਗਾ ਬਣ ਗਿਆ, ਤੁਸੀਂ ਪਰਮਾਤਮਾ 'ਚ ਲਿਵਲੀਨ ਹੋ ਜਾਓਗੇ। ਪਰਮਾਤਮਾ 'ਚ ਲਿਵਲੀਨ ਹੋਣ ਲਈ ਕੋਈ ਘਰ ਛੱਡਣ ਦੀ ਥੋੜ੍ਹਾ ਲੋੜ ਹੈ, ਔਗਣ ਛੱਡਣ ਦੀ ਲੋੜ ਹੈ, ਬੁਰਾਈਆਂ ਛੱਡਣ ਦੀ ਲੋੜ ਹੈ। ਔਰ ਗੁਰਬਾਣੀ ਨੇ ਘਰ ਛੱਡਣ ਲਈ ਕਿਤੇ ਨਹੀਂ ਕਿਹਾ, ਕੰਮ ਛੱਡਣ ਲਈ ਕਹਿੰਦੇ ਕਿਹਾ। ਸਤਿਗੁਰੂ ਜੀ ਕਹਿੰਦੇ ਸਾਧੋ ਮਨ ਕਾ ਮਾਣ ਤਿਆਗੋ, ਹਿਰਦੇ 'ਚੋਂ ਅਹੰਕਾਰ ਛੱਡ ਦਿਓ, ਗੋਬਿੰਦ ਨੂੰ ਆਪੇ ਮਿਲ ਜਾਓਗੇ। ਇੱਥੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਬੰਦਿਆ ਬਚਪਨ ਚਲਿਆ ਗਿਆ, ਦਾੜੀ ਤੇਰੀ ਭੂਰੀ ਹੋ ਗਈ। ਹੁਣ ਉਹ ਬਚਪਨ ਵਾਲਾ ਸਮਾਂ ਬੜੀ ਦੂਰ ਰਹਿ ਗਿਆ, ਪਰ ਬੰਦਾ ਬੁਢੇਪੇ 'ਚ ਆ ਕੇ ਵੀ ਬਚਪਨ ਨੂੰ ਦੇਖਦਾ। ਮੈਂ ਗੱਲ ਕਹਿ ਰਿਹਾ ਬਚਪਨ ਵਿੱਚ ਬੰਦਾ ਜਵਾਨੀ ਵੱਲ ਧਿਆਨ ਰੱਖਦਾ। ਚਾਹੀਦਾ ਤਾਂ ਇਹ ਸੀ ਕਿ ਬਚਪਨ ਦੇ ਨਾਲ ਨਾਲ ਜਿਵੇਂ ਸਰੀਰ ਦਾ ਵਿਕਾਸ ਹੋਇਆ, ਸਾਡੀ ਸੁਰਤ ਦਾ ਵਿਕਾਸ ਹੁੰਦਾ। ਸਾਡੇ ਅੰਦਰ ਸੰਤੋਖ, ਸਾਡੇ ਅੰਦਰ ਪਿਆਰ, ਸਾਡੇ ਅੰਦਰ ਹਲੇਮੀ, ਇਹ ਚੀਜ਼ਾਂ ਪ੍ਰਬਲ ਹੁੰਦੀਆਂ, ਪਰ ਉਹ ਖਤਮ ਹੋਣੀਆਂ ਸ਼ੁਰੂ ਹੋ ਗਈਆਂ। ਸਰੀਰ ਦਾ ਵਿਕਾਸ ਹੋ ਗਿਆ ਪਰ ਅੰਦਰ ਵਿਨਾਸ਼ ਹੋਣਾ ਸ਼ੁਰੂ ਹੋ ਗਿਆ। ਜਦੋਂ ਜਵਾਨੀ ਆਈ, ਜਵਾਨੀ ਤੋਂ ਬਾਅਦ ਜਦੋਂ ਬਿਰਧ ਅਵਸਥਾ ਨੇ ਪੈਰ ਰੱਖਣੇ ਸ਼ੁਰੂ ਹੋ ਗਏ, ਥੋੜੇ ਥੋੜੇ ਵਾਲ ਕਿਤੇ ਕਾਲੇ ਹੋਣੇ ਸ਼ੁਰੂ ਹੋ ਗਏ ਸੀ ਕਿ ਕਿਸੇ ਨੂੰ ਪਤਾ ਹੀ ਨਾ ਲੱਗੇ, ਲੁਕਾ ਦਿਓ ਉਹਨਾਂ ਨੂੰ। ਫਿਰ ਆਪਾਂ ਰੰਗ ਮੰਗਾਉਂਦੇ ਆ, ਕੋਈ ਨਾ ਕੋਈ ਤਰੀਕਾ, ਕੋਈ ਸਿਰ ਨੂੰ ਰੰਗਦਾ ਹੈ, ਕੋਈ ਮੂੰਹ ਨੂੰ ਰੰਗ, ਕਿਸੇ ਨੂੰ ਪਤਾ ਨਾ ਲੱਗੇ। ਬੰਦਾ ਬੜੇ ਆਪਣੇ ਰੰਗ ਭੇਸ ਬਦਲਦਾ ਕਿ ਕਿਉਂਕਿ ਬੁਢੇਪੇ ਨੂੰ ਲੋਕਾਂ ਨੇ ਨਿੰਦੇ ਹੈ।
ਬੁਢੇਪਾ ਮਾੜਾ ਨਹੀਂ ਹੈ। ਦੇਖੋ, ਪਹਿਲੀ ਗੱਲ, ਜਦੋਂ ਤੁਸੀਂ ਰੱਬ ਦੇ ਪਿਆਰ ਜੁੜ ਜਾਓਗੇ, ਇਹ ਬਿਰਧ ਅਵਸਥਾ ਤੁਹਾਡੇ ਤੇ ਆਪਣਾ ਪ੍ਰਭਾਵ ਹੀ ਨਹੀਂ ਪਾ ਸਕੇਗੀ। ਗੁਰਬਾਣੀ ਕਹਿੰਦੀ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ। ਬੰਦਾ ਬੁੱਢਾ ਕਦੀ ਨਹੀਂ ਹੁੰਦਾ। ਇੱਕ ਅੰਗਰੇਜ਼ੀ ਵਿਦਵਾਨ ਦਾ ਬੜਾ ਸੋਹਣਾ ਖਿਆਲ ਆ ਕਿ ਜਿਹਨੂੰ ਆਪਾਂ ਜਵਾਨੀ ਕਹਿੰਦੇ, ਉਹਦਾ ਸੰਬੰਧ ਸਰੀਰਕ ਅਵਸਥਾ ਨਾਲ ਨਹੀਂ ਹੈ। ਯੂਥ ਇਜ਼ ਨਾਟ ਸਟੇਟ ਆਫ ਲਾਈਫ, ਇਟ ਇਜ਼ ਸਟੇਟ ਆਫ ਮਾਈਂਡ। ਜਵਾਨੀ ਦਾ ਸੰਬੰਧ ਸਰੀਰਕ ਅਵਸਥਾ ਨਾਲ ਨਹੀਂ ਹੈ, ਜਵਾਨੀ ਦਾ ਸੰਬੰਧ ਤੇ ਤੁਹਾਡੀ ਮਨੋ ਅਵਸਥਾ ਦੇ ਨਾਲ ਹੈ। ਬਹੁਤ ਸਾਰੇ ਉਹ ਲੋਕ ਨੇ ਜਿਹੜੇ ਜਵਾਨੀ 'ਚ ਬੁੱਢੇ ਹੁੰਦੇ ਨੇ, ਜਵਾਨੀ 'ਚ ਬੁੱਢੇ, ਜਿਨ੍ਹਾਂ ਸਵੇਰੇ ਉੱਠਣਾ ਹੀ 12 ਵਜੇ ਹੈ, ਹਾਏ ਮਾਰੇ ਗਏ, ਸਿਰ ਦਰਦ ਕਰਦਾ ਹੈ, ਢਿੱਡ ਦਰਦ ਕਰਦਾ ਹੈ, ਆਹ ਹੋ ਗਿਆ, ਉਹ ਤਾਂ ਬੁੱਢੇ ਹੀ ਨੇ। ਮਨਮੁਖ ਬਾਲਕ ਬਿਰਧ ਸਮਾਨ ਹੈ। ਮਨ ਦੀ ਮੱਤ ਮਗਰ ਚੱਲਣ ਵਾਲਾ ਬੰਦਾ, ਉਹ ਤੇ ਬਾਲਕ ਵੀ ਬੁੱਢਿਆਂ ਵਰਗਾ ਹੈ, ਲੇਕਿਨ ਬੁੱਢੇ ਜਿਹੜੇ ਨੇ ਉਹ ਜਵਾਨਾਂ ਤੋਂ ਤਗੜੇ ਨੇ। ਇਸ ਕਰਕੇ ਗੁਰਬਾਣੀ ਇਹ ਗੱਲ ਕਹਿੰਦੀ ਕਿ ਬਿਰਧ ਅਵਸਥਾ ਡਰਾਉਣੀ ਨਹੀਂ ਹੈ। ਸਰੀਰ ਦਾ ਦੇਖੋ, ਸਮੇਂ ਦਾ ਅਸਰ ਤਾਂ ਹਰ ਚੀਜ਼ ਤੇ ਪੈਣਾ। ਬੱਚੇ ਸਨ, ਜਵਾਨੀ ਆਈ ਹੈ, ਬੁਢੇਪਾ ਆਉਣਾ ਹੀ ਆਉਣਾ, ਇਹਨੂੰ ਕੋਈ ਟਾਲ ਨਹੀਂ ਸਕਦਾ। ਇਹ ਕੁਦਰਤ ਦੇ ਨਿਯਮਾਂ ਨੂੰ ਕੋਈ ਬਦਲ ਨਹੀਂ ਸਕਦਾ, ਨਾ ਅੱਜ ਤੱਕ ਬਦਲ ਸਕੇ। ਇਹਨਾਂ ਨਿਯਮਾਂ ਨੂੰ ਰੱਬ ਵੀ ਨਹੀਂ ਬਦਲ ਸਕਦਾ, ਆਪਣੇ ਬਣਾਏ ਹੋਏ ਨਿਯਮਾਂ ਨੂੰ। ਇਹ ਰੱਬ ਦੇ ਨਿਯਮ ਨੇ। ਇਸ ਕਰਕੇ ਗੁਰਬਾਣੀ ਇਹ ਗੱਲ ਕਹਿੰਦੀ ਕਿ ਬਚਪਨ ਤੋਂ ਜਵਾਨੀ, ਚਾਹੇ ਜਵਾਨੀ ਤੋਂ ਬਿਰਧ ਅਵਸਥਾ ਦੇ ਨਾਲ ਸਾਡੇ ਬਾਹਰੋਂ ਵਾਲ ਚਿੱਟੇ ਹੋ ਗਏ, ਚਾਹੀਦਾ ਸੀ ਮਨ ਵੀ ਚਿੱਟਾ ਹੋ ਜਾਂਦਾ, ਮਨ ਵਾਹਿਗੁਰੂ ਜੀ ਦੇ ਪਿਆਰ ਜੁੜ ਜਾਂਦਾ, ਗਿਆਨਵਾਨ ਹੋ ਜਾਂਦਾ। ਪਰ ਬੰਦਾ ਅੰਦਰੋਂ ਕਾਲਾ, ਬਾਹਰੋਂ ਵੀ ਕਹਿੰਦਾ ਕਾਲਾ ਹੀ ਨਜ਼ਰ ਆਵਾਂ, ਬਾਹਰੋਂ ਆਪਣੇ ਆਪ ਦੇ ਰੰਗ ਰੂਪ ਨੂੰ ਬਦਲਣਾ ਸ਼ੁਰੂ ਕਰ ਦਿੰਦਾ ਹੈ। ਤੇ ਗੁਰਬਾਣੀ ਇਹ ਗੱਲ ਕਹਿੰਦੀ, ਜੇ ਜਰਵਾਣਾ ਪਰ ਹਰੈ ਜਰ ਵੇਸ ਕਰੇਂਦੀ ਆਈ ਹੈ। ਜਿੰਨਾ ਮਰਜੀ ਜ਼ੋਰ ਲਾ ਲਓ ਕਿ ਬੁਢੇਪੇ ਨੂੰ ਦੂਰ ਕਰਨਾ, ਬੁਢੇਪੇ ਨੇ ਤੇ ਆ ਹੀ ਜਾਣਾ। ਠੀਕ ਹੈ, ਤੁਸੀਂ ਬਾਹਰੋਂ ਰੰਗ ਰੋਗਨ ਲਗਾ ਲਓਗੇ, ਲੇਕਿਨ ਉੱਠਣ ਲੱਗਿਆ ਜਦੋਂ ਉੱਠਿਆ ਨਾ ਗਿਆ, ਗੋਡਿਆਂ ਤੇ ਪੈਰ ਰੱਖੇ, ਲੋਕਾਂ ਨੇ ਬੁੱਢਾ ਹੋ ਗਿਆ। ਹੁਣ ਝੁਰੜੀਆਂ ਪੈ ਗਈਆਂ, ਲੋਕਾਂ ਨੇ ਕਹਿਣਾ ਬੁੱਢਾ ਹੋ ਗਿਆ। ਨਜ਼ਰ ਨਹੀਂ ਆਉਂਦਾ, ਕਹਿਣਾ ਬਾਪੂ ਉਦਾਂ ਤੂੰ ਰੰਗ ਕਾਲਾ ਕਰਦਾ, ਪਰ ਅੱਖਾਂ ਦੀ ਰੋਸ਼ਨੀ ਦੱਸਦੀ ਤੂੰ ਬੁੱਢਾ ਹੋ ਗਿਆ। ਹੁਣ ਵਾਲ ਤਾਂ ਕਾਲੇ ਕਰ ਲਏ, ਕੰਨਾਂ ਤੋਂ ਸੁਣਦਾ ਹੀ ਨਹੀਂ ਹੈ, ਲੋਕਾਂ ਨੇ ਕਹਿਣਾ ਇਹ ਬੁੱਢਾ ਹੋ ਗਿਆ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਹੁਣ ਤਾਂ ਅੱਗਾ ਨੇੜੋਂ ਆਇਆ, ਪਿੱਛਾ ਰਹਿਆ ਦੂਰ। ਉਹ ਬਚਪਨ, ਉਹ ਜਵਾਨੀ ਬਹੁਤ ਦੂਰ ਰਹਿ ਗਈ ਹੈ। ਹੁਣ ਤੇ ਅਗਲੀ ਗੱਲ ਨੂੰ ਚੇਤੇ ਕਰ, ਅੱਗਾ ਨੇੜੇ ਆ ਗਿਆ, ਭਾਵ ਹੁਣ ਵੀ ਸੁਚੇਤ ਹੋ ਜਾ, ਹੁਣ ਵੀ ਸਾਵਧਾਨ ਹੋ ਜਾ, ਅੱਗੇ ਵੱਲ ਧਿਆਨ ਕਰ, ਆਪਣੇ ਆਉਣ ਵਾਲੇ ਸਮੇਂ ਨੂੰ ਸਵਾਰਨ ਵਾਲੇ ਬੰਨੇ ਲੱਗ। ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਦੇਖ ਬੰਦਿਆ ਕਿਹੋ ਜਿਹੀ ਹਾਲਤ ਬਣ ਗਈ। ਸ਼ੱਕਰ, ਮਿੱਠੀਆਂ ਚੀਜ਼ਾਂ, ਸ਼ੱਕਰ ਮਿੱਠੀ ਹੁੰਦੀ ਹੈ ਨਾ, ਮਿੱਠੀਆਂ ਚੀਜ਼ਾਂ, ਚੰਗੀਆਂ ਚੀਜ਼ਾਂ, ਜਿਹੜੀਆਂ ਚੀਜ਼ਾਂ ਸਾਨੂੰ ਚੰਗੀਆਂ ਲੱਗਦੀਆਂ ਸਾਰੀਆਂ ਸ਼ੱਕਰ ਹੀ ਨੇ, ਮਿੱਠੀਆਂ ਨੇ। ਆਪਾਂ ਕਹਿੰਦੇ ਤੇ ਸ਼ਹਿਦ ਵਾਂਗੂ ਮਿੱਠਾ, ਭਾਵੇਂ ਕੁਝ ਵੀ ਹੋਏ, ਆਪਾਂ ਕਹਿੰਦੇ ਸ਼ਹਿਦ ਵਰਗਾ ਮਿੱਠਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹਾਲਤ ਕੀ ਬਣ ਗਈ, ਜਿਹੜੀਆਂ ਚੀਜ਼ਾਂ ਮਿੱਠੀਆਂ ਲੱਗਦੀਆਂ ਸਨ, ਚੰਗੀਆਂ ਲੱਗ, ਉਹੀ ਹੁਣ ਜ਼ਹਿਰ ਲੱਗਣੀਆਂ ਸ਼ੁਰੂ ਹੋ ਗਈਆਂ। ਦੇਖੋ, ਜਦੋਂ ਸਰੀਰ ਵਿੱਚ ਕਿਤੇ ਸ਼ੂਗਰ ਆ ਜਾਏ ਤੇ ਜਿਹੜੀਆਂ ਚੀਜ਼ਾਂ ਮਿੱਠੀਆਂ ਨੇ ਉਹੀ ਸਾਡੇ ਲਈ ਜ਼ਹਿਰ ਬਣ ਜਾਂਦੀਆਂ ਨੇ। ਆਪਾਂ ਕਹਿੰਦੇ ਇਹ ਨਹੀਂ ਖਾਣੀਆਂ, ਬੰਦਾ ਡਰਨਾ ਸ਼ੁਰੂ ਹੋ ਜਾਂਦਾ। ਕੀ ਹਾਲਾਤ ਬਣ ਗਏ, ਸ਼ੱਕਰ ਹੋਈ ਵਿਸ। ਹੁਣ ਵੀ ਤੇ ਜੇ ਆਪਣੀ ਹਾਲਾਤ ਦੇਖੀਏ ਸਮੁੱਚੇ ਸੰਸਾਰ ਦੇ, ਸ਼ੱਕਰ ਹੋਈ ਵਿਸੀ ਹੈ। ਜਿੰਨਾ ਮੌਜ ਮੇਲਿਆਂ ਨੂੰ ਆਪਾਂ ਕਹਿੰਦੇ ਇੱਧਰ ਭੱਜਾਂਗੇ, ਉਹ ਹੁਣ ਹਰ ਕੋ ਮੂੰਹ ਬਣ ਕੇ ਬਾਹਰ ਜਾਂਦਾ, ਡਰ ਲੱਗਦਾ, ਹੱਥ ਮਿਲਾਉਣ ਤੋਂ ਡਰ ਲੱਗਦਾ, ਕਿਤੇ ਕੁਝ ਖਾਣ ਤੋਂ ਡਰ ਲੱਗਦਾ, ਕਿਤੇ ਬੈਠਣ ਤੋਂ। ਇਹ ਹੈ ਸ਼ੱਕਰ ਹੋਈ ਵਿਸ। ਜਿਹੜੀਆਂ ਚੀਜ਼ਾਂ ਚੰਗੀਆਂ ਸਨ, ਵਧੀਆ ਸਨ, ਉਹਨਾਂ ਤੋਂ ਡਰ ਲੱਗਣਾ ਸ਼ੁਰੂ ਹੋ ਗਿਆ, ਉਹ ਸਾਡੇ ਲਈ ਜ਼ਹਿਰ ਬਣ ਗਈਆਂ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ, ਜਵਾਨੀ 'ਚ ਤੂੰ ਬਹੁਤ ਮੌਜ ਮਸਤੀਆਂ ਕੀਤੀਆਂ ਨੇ, ਹੁਣ ਬੁਢੇਪਾ ਆ ਗਿਆ, ਜਿਹੜੀਆਂ ਚੀਜ਼ਾਂ ਨੂੰ, ਜਿਨ੍ਹਾਂ ਵਿਸ਼ੇ ਵਿਕਾਰਾਂ ਨੂੰ ਚੰਗੇ ਗਿਣਦਾ ਸਨ, ਉਹੀ ਤੇਰੇ ਲਈ ਜ਼ਹਿਰ ਬਣ ਗਏ, ਹੁਣ ਉਹੀ ਤੇਰੇ ਲਈ ਡਰਾਉਣੇ ਬਣ ਗਏ। ਭਾਵ ਇਹ ਹੈ ਕਿ ਹੁਣ ਸਰੀਰਕ ਹਾਲਤ ਇਹੋ ਜਿਹੀ ਹੋ ਗਈ, ਹੁਣ ਤੂੰ ਵਿਸ਼ੇ ਵਿਕਾਰ ਜਿਹੜੇ ਨੇ ਉਹ ਤੇਰੇ ਲਈ ਜ਼ਹਿਰ ਬਣ ਗਏ ਨੇ। ਮਿੱਠੀਆਂ ਚੀਜ਼ਾਂ, ਜਿਹੜੀਆਂ ਚੰਗੀਆਂ ਚੀਜ਼ਾਂ ਸਮਝਦਾ ਸਨ, ਉਹ ਵੀ ਤੇਰੇ ਲਈ ਜ਼ਹਿਰ ਬਣ ਗਈਆਂ ਨੇ। ਅਸੀਂ ਜਵਾਨੀ 'ਚ ਹੁੰਦੇ ਹਾਂ, ਹਰ ਕੋਈ ਸਾਡੇ ਨਾਲ ਦੋਸਤੀ ਪਾਉਣਾ ਚਾਹੁੰਦਾ, ਤੁਹਾਡੇ ਕੋਲ ਪ੍ਰਭਤਾ ਹੈ, ਤੁਹਾਡੇ ਕੋਲ ਰੁਤਬਾ ਹੈ, ਤੁਹਾਡੇ ਕੋਲ ਜਵਾਨੀ ਹੈ, ਤੁਹਾਡੇ ਕੋਲ ਬਲ ਹੈ, ਹਰ ਕੋਈ ਚਾਹੁੰਦਾ ਕਿ ਇਹਦੇ ਨਾਲ ਮੇਲ ਜੋ ਰੱਖਿਆ ਜਾਏ। ਪਰ ਵਾਹਿਗੁਰੂ ਜੀ ਦੇ ਹੁਕਮ ਸਰੀਰ ਬਿਰਧ ਹੋ ਗਿਆ, ਕਮਜ਼ੋਰ ਹੋ ਗਿਆ, ਮਾਫ ਕਰਨਾ, ਫਿਰ ਤੇ ਬੱਚੇ ਵੀ ਨੇੜੇ ਨਹੀਂ ਲੱਗਦੇ। ਉਹ ਵੀ ਕਹਿੰਦੇ ਬਾਪੂ ਸਾਡੇ ਕੋਲ ਟਾਈਮ ਨਹੀਂ ਹੈ। ਉਹ ਵੀ ਦੂਰ ਦੂਰ ਹੀ ਰਹਿੰਦੇ ਨੇ। ਭਾਗਾਂ ਵਾਲੇ ਨੇ ਉਹ ਬਜ਼ੁਰਗ, ਭਾਗਾਂ ਵਾਲੇ ਨੇ ਉਹ ਪਰਿਵਾਰ ਜਾਂ ਬੱਚੇ ਜਿਹੜੇ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਦੇ ਨੇ, ਉਹ ਬਹੁਤ ਹੀ ਸਤਿਕਾਰਯੋਗ ਨੇ। ਲੇਕਿਨ ਜ਼ਿਆਦਾਤਰ ਦੁਨੀਆ ਦੀ ਹਾਲਤ ਤੇ ਇਹੀ ਹੈ ਨਾ ਕਿ ਜਦੋਂ
ਬੁਢੇਪਾ ਆ ਜਾਂਦਾ ਹੈ, ਉਹੀ ਉਦੋਂ ਕੋਈ ਬਹੁਤ ਵਿਰਲੇ ਨੇੜੇ ਲੱਗਦੇ ਨੇ। ਬਾਬਾ ਫਰੀਦ ਸਾਹਿਬ ਜੀ ਨੇ ਵੀ ਜਾਂ ਹੋਰ ਸਤਿਗੁਰੂ ਜੀ ਨੇ ਵੀ ਗੁਰਬਾਣੀ 'ਚ ਇਸ ਅਵਸਥਾ ਦਾ ਜ਼ਿਕਰ ਕੀਤਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਬੰਦਿਆ ਦੇਖ ਕਿਹੋ ਜਿਹੀ ਹਾਲਤ ਜ਼ਿੰਦਗੀ ਦੀ ਬਣ ਗਈ ਕਿ ਜਿਹੜੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਸਨ, ਜਿਹੜੇ ਵਿਕਾਰ ਚੰਗੇ ਲੱਗਦੇ ਸਨ, ਜਿਹੜੇ ਲੋਕ ਚੰਗੇ ਲੱਗਦੇ ਸਨ, ਜਿਹੜੀਆਂ ਵਸਤੂਆਂ ਚੰਗੀਆਂ ਲੱਗਦੀਆਂ ਸਨ, ਉਹੀ ਸਰੀਰ ਦੇ ਲਈ ਹੁਣ ਜ਼ਹਿਰ ਲੱਗਣੀਆਂ ਸ਼ੁਰੂ ਹੋ ਗਈਆਂ, ਭਾਵ ਉਹ ਚੰਗੀਆਂ ਨਹੀਂ ਲੱਗਦੀਆਂ। ਸਾਈ ਬਾਜਹੁ ਆਪਣੇ ਵੇਦਨ ਕਹੀਐ ਕਿਸ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹੁਣ ਇਹ ਆਪਣੇ ਮਨ ਦਾ ਜਿਹੜਾ ਦੁੱਖ ਹੈ ਨਾ, ਅਸੀਂ ਕਿਸੇ ਨੂੰ ਨਹੀਂ ਬਿਆਨ ਕਰ ਸਕਦੇ, ਕਿਸੇ ਨੇ ਸੁਣਨਾ ਵੀ ਨਹੀਂ ਹੈ, ਕਿਸੇ ਨੇ ਨਹੀਂ ਸੁਣਨਾ। ਬਜ਼ੁਰਗ ਬੰਦਾ ਆਪਣੇ ਮਨ ਕਰਕੇ ਪੀੜਤ ਹੋ ਕੇ ਇੱਕ ਥਾਂ ਤੇ ਘਰ 'ਚ ਬੈਠਾ ਕਲਬੀ ਜਾਏ, ਕੌਣ ਸੁਣਦਾ? ਕਿਸੇ ਕੋ ਟਾਈਮ ਹੀ ਨਹੀਂ ਹੈ। ਘਰ ਵਾਲੇ ਨਹੀਂ ਸੁਣਦੇ ਤੇ ਬਾਹਰ ਵਾਲਿਆਂ ਨੇ ਤੇ ਸੁਣਨਾ ਹੀ ਕੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿਣਗੇ ਅਵਸਥਾ ਇਹੋ ਜਿਹੀ ਬਣ ਗਈ ਕਿ ਬਿਰਧ ਅਵਸਥਾ 'ਚ ਆ ਕੇ ਜਿਹੜੀਆਂ ਚੀਜ਼ਾਂ ਚੰਗੀਆਂ ਸਨ ਉਹ ਵੀ ਦੁਖਦਾਈ ਲੱਗਣੀਆਂ ਸ਼ੁਰੂ ਹੋ ਗਈਆਂ, ਉਹ ਵੀ ਜ਼ਹਿਰ ਵਰਗੀਆਂ ਲੱਗਣੀਆਂ ਸ਼ੁਰੂ ਹੋ ਗਈਆਂ, ਕੁਝ ਵੀ ਚੰਗਾ ਨਹੀਂ ਲੱਗਦਾ। ਪਰ ਇਹ ਜਿਹੜੇ ਮਨ ਦੀ ਪੀੜਾ ਹੈ ਕਿਹਨੂੰ ਦੱਸੀਏ ਹੁਣ ਆਪਾਂ, ਕਿਹਦੇ ਨਾਲ ਸਾਂਝੀ ਕਰੀਏ? ਕਹਿਣ ਲੱਗੇ ਸਾਈਂ ਬਾਝੋਂ ਆਪਣੇ। ਭਗਤ ਜੀ ਕਹਿੰਦੇ ਕਿ ਇਹ ਰੱਬ ਦਾ ਇੱਕ ਕਾਨੂੰਨ ਹੈ, ਇਹਨੂੰ ਕੋਈ ਬਦਲ ਨਹੀਂ ਸਕਦਾ, ਇਹਨੂੰ ਨਿਯਮ ਨੂੰ ਕੋਈ ਚੇਂਜ ਨਹੀਂ ਕਰ ਸਕਦਾ। ਬੁਢਾਪਾ ਆਉਣਾ ਹੀ ਹੈ, ਬਿਰਧ ਅਵਸਥਾ ਹੋਣੀ ਹੈ, ਔਰ ਇਹ ਹਾਲਤ ਸਾਰਿਆਂ ਦੀ ਬਣਨੀ ਹੈ। ਪਰ ਇੱਥੇ ਆ ਕੇ ਆਪਾਂ ਕਿਸੇ ਨੂੰ ਆਪਣਾ ਦੁੱਖ ਨਹੀਂ ਦੱਸ ਸਕਦੇ, ਜਾਂ ਕੋਈ ਸਾਡੇ ਦੁੱਖ ਨੂੰ ਵੰਡਾ ਵੀ ਨਹੀਂ ਸਕਦਾ, ਸਾਡੇ ਦੁੱਖ ਨੂੰ ਦੂਰ ਵੀ ਨਹੀਂ ਕਰ ਸਕਦਾ। ਇੱਕੋ ਹੀ ਹੈ ਸਾਡਾ ਦੁੱਖ ਸੁਣਨ ਵਾਲਾ, ਪਰਮਾਤਮਾ। ਜੇ ਪਰਮਾਤਮਾ ਦੇ ਪਿਆਰ 'ਚ ਹੁਣ ਵੀ ਜੁੜ ਜਾਵਾਂਗੇ। ਭਗਤ ਜੀ ਨੇ ਇੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਇਹ ਜਿਹੜਾ ਟਾਈਮ ਸੀ ਖੱਟੀ ਖੱਟਣ ਦਾ, ਲਾਹਾ ਲੈਣ ਦਾ, ਉਦੋਂ ਤੇ ਦੁਨੀਆਦਾਰੀ 'ਚ ਤੂੰ ਮਸਤ ਰਿਹਾ ਕਿ ਮੇਰਾ ਪਰਿਵਾਰ ਹੈ, ਪਾਲਣਾ ਹੈ, ਇਹ ਘਰ ਹੈ, ਇਹ ਕਾਰੋਬਾਰ ਹੈ, ਉਧਰ ਹੀ ਲੱਗਾ ਰਿਹਾ। ਪਰ ਹੁਣ ਕੀ ਹੋਇਆ ਹੈ ਕਿ ਦਾੜੀ ਭੂਰੀ ਹੋ ਗਈ, ਬਚਪਨ ਜਵਾਨੀ ਬਹੁਤ ਪਿੱਛੇ ਰਹਿ ਗਈ, ਹੁਣ ਬੁਢੇਪਾ ਆ ਗਿਆ, ਬਿਰਧ ਅਵਸਥਾ ਆ ਗਈ। ਹੁਣ ਤੇ ਅਵਸਥਾ ਇਹ ਬਣ ਗਈ, ਬਾਬਾ ਫਰੀਦ ਸਾਹਿਬ ਜੀ ਦਾ ਬਚਨ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਭਵਿਓਮ ਅੱਜ ਫਰੀਦੇ ਕੂਜੜਾ ਸਹਿ ਕੋਹਾਂ ਥੀਓਮ। ਹੁਣ ਮੰਜੇ ਤੇ ਪਿਆ, ਉਹ ਸੁਆਹ ਵਾਲਾ ਕੁੱਜਾ ਵੀ 100 ਕੋਹ ਦੀ ਦੂਰੀ ਤੇ ਨਜ਼ਰ ਆਉਂਦਾ ਹੈ। ਬਿਰਧ ਅਵਸਥਾ, ਮਜਬੂਰੀ ਵਾਲੀ ਅਵਸਥਾ ਆ ਗਈ। ਕਹਿਣ ਲੱਗੇ ਅਜੇ ਵੀ ਪ੍ਰਮਾਤਮਾ ਵਾਲੇ ਬੰਨੇ ਜੁੜ ਜਾ। ਬਿਰਧ ਅਵਸਥਾ 'ਚ ਜਾ ਕੇ ਵੀ, ਇਸ ਅਵਸਥਾ 'ਚ ਪਹੁੰਚ ਕੇ ਵੀ ਮਨੁੱਖ ਦਾ ਧਿਆਨ ਦੁਨੀਆਦਾਰੀ 'ਚ ਖਚਤ ਹੁੰਦਾ ਹੈ। ਇੱਕ ਵਿਦਵਾਨ ਨੇ ਇੱਕ ਬੜੀ ਪਿਆਰੀ ਕਥਾ ਲਿਖੀ ਕਿ ਇੱਕ ਸ਼ਾਹੂਕਾਰ ਬਜ਼ੁਰਗ ਹੋ ਗਿਆ, ਆਖਰੀ ਪੜਾਂ ਤੇ ਹੈ, ਉਹਦਾ ਪਰਿਵਾਰ ਕੋਲ ਬੈਠਾ ਹੈ, 3 ਬੱਚੇ ਸਨ। ਵੱਡੇ ਦਾ ਨਾਂ ਲੈ ਕੇ ਕਹਿਣ ਲੱਗਾ ਉਹ ਕਿੱਥੇ ਹੈ? ਤੇ ਧਰਮ ਪਤਨੀ ਕਹਿਣ ਲੱਗੀ ਜੀ ਤੁਹਾਡੇ ਕੋਲ ਹੀ ਬੈਠਾ ਹੈ। ਉਹਨੂੰ ਦੇਖ ਕੇ ਫਿਰ ਕਹਿਣ ਲੱਗਾ ਇਹਦੂ ਛੋਟਾ ਕਿੱਥੇ ਹੈ? ਕਹਿਣ ਲੱਗੀ ਉਹ ਵੀ ਤੁਹਾਡੇ ਨੇੜੇ ਹੀ ਹੈ, ਦੇਖੋ ਤੁਸੀਂ ਕੋਲ ਆ, ਗੱਲਬਾਤ ਕਰੋ, ਤੁਸੀਂ ਘਬਰਾਉਂਦੇ ਕਿਉਂ? ਤੀਸਰੇ ਦਾ ਨਾਮ ਲਿਆ, ਉਹ ਕਿੱਥੇ ਹੈ? ਤੇ ਘਰ ਵਾਲੀ ਕਹਿਣ ਲੱਗੀ ਜੀ ਸਦਕੇ ਉਹ ਵੀ ਤੁਹਾਡੇ ਕੋਲ ਬੈਠਾ ਹੈ, ਤੁਹਾਨੂੰ ਮਿਲਣ ਲਈ ਆਇਆ। ਤੇ ਬੜੇ ਗੁੱਸੇ 'ਚ ਆ ਕਹਿਣ ਲੱਗਾ ਮਰ ਜਾਣਿਓ, ਸਾਰੇ ਇੱਥੇ ਬੈਠੇ, ਦੁਕਾਨ ਤੇ ਕੌਣ ਜਾਏਗਾ, ਕੰਮ ਕਰ ਕੌਣ ਕਰੇਗਾ? ਉੱਥੇ ਪਹੁੰਚ ਕੇ ਵੀ ਦੁਕਾਨ ਹੀ ਚੇਤੇ ਆ ਰਹੀ ਹੈ, ਉੱਥੇ ਪਹੁੰਚ ਕੇ ਉਹਨੂੰ ਨੁਕਸਾਨ ਹੀ ਚੇਤੇ ਆ ਰਿਹਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿਣਗੇ ਧਿਆਨ ਪਿੱਛੇ ਨੂੰ ਨਾ ਕਰ, ਅੱਗੇ ਨੂੰ ਕਰ। ਜੇ ਤੂੰ ਪਹਿਲਾਂ ਹੀ ਧਿਆਨ ਅੱਗੇ ਨੂੰ ਕੀਤਾ ਹੁੰਦਾ, ਆਪਣੇ ਆਉਣ ਵਾਲੇ ਸਮੇਂ ਨੂੰ ਸਵਾਰਨ ਵਾਲੇ ਬੰਨੇ ਲੱਗਾ ਹੁੰਦਾ, ਤੇ ਫਿਰ ਬੰਦੇ ਨੂੰ ਕਦੀ ਝੂਰਨਾ ਨਹੀਂ ਪੈਂਦਾ। ਬਿਰਧ ਅਵਸਥਾ ਕੋਈ ਡਰਾਉਣੀ ਅਵਸਥਾ ਨਹੀਂ ਹੈ, ਜਾਂ ਕੋਈ ਦੁਖਦਾਈ ਅਵਸਥਾ ਨਹੀਂ ਹੈ। ਕਿਸੇ ਵੀ ਅਵਸਥਾ ਨੂੰ ਦੁਖਦਾਈ ਜਾਂ ਸੁਖਦਾਈ ਬਣਾਉਣਾ ਇਹ ਤੁਹਾਡੇ ਹੱਥ ਵਿੱਚ ਹੈ। ਜਿਨ੍ਹਾਂ ਨੇ ਦੁਖੀ ਹੋਣਾ ਉਹ ਤੇ ਜਵਾਨੀ 'ਚ ਦੁਖੀ ਹੋਏ ਚਲੇ ਜਾਂਦੇ ਨੇ, ਜਿਨ੍ਹਾਂ ਨੇ ਦੁਖੀ ਹੋਣਾ ਉਹ ਤੇ ਰਾਜਗੱਦੀਆਂ ਤੇ ਬੈਠੇ ਬੜੇ ਪੀੜਤ ਨੇ, ਬੜੇ ਦੁਖੀ ਨੇ। ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ 'ਚ ਇੱਕ ਵਚਨ ਕਿਹਾ ਕਿ ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਭ ਖੰਡਨ ਹੈ। ਬੰਦਾ ਸਵਰਗ ਵਰਗੇ ਮੁਲਕ 'ਚ ਰਹਿੰਦਾ ਹੋਏ, ਸਵਰਗ ਦਾ ਅਰਥ ਹੈ ਸਵੈਰਗ, ਜੋ ਤੁਸੀਂ ਚਾਹੋ ਤੁਹਾਨੂੰ ਮਿਲਦਾ ਜਾਏ। ਇੱਕ ਮਨ ਦੀ ਅਵਸਥਾ ਹੈ ਸਵਰਗ ਦਾ ਸੰਬੰਧ ਕਿਸੇ ਬਾਹਰਲੇ ਸਟੇਟਸ ਨਾਲ ਨਹੀਂ ਹੈ ਕਿ ਇਸ ਧਰਤੀ ਤੋਂ ਬਾਅਦ ਕੋ ਸਵਰਗ ਹੈ, ਕਿਉਂਕਿ ਮਨੁੱਖ ਦੇ ਮਨ 'ਚ ਇੱਕ ਕਮਜ਼ੋਰੀ ਹੈ, ਕੇਵਲ ਮਨੁੱਖ ਦੇ ਮਨ 'ਚ, ਹੋਰ 84 ਲੱਖ ਜੂਨਾਂ 'ਚ ਨਹੀਂ, ਕੇਵਲ ਮਨੁੱਖ ਦੇ ਮਨ 'ਚ। ਉਹ ਕੀ ਹੈ ਕਿ ਕਰੇ ਕੋਈ ਤੇ ਖਾਵਾਂ ਮੈਂ, ਵਿਹਲੇ ਬੈਠੇ ਮੈਨੂੰ ਮਿਲਦਾ ਜਾਏ। ਇਹ ਮਨੁੱਖ ਦੀ ਇੱਕ ਕਮਜ਼ੋਰੀ ਹੈ, ਆਲਸ ਆ ਗਿਆ ਮਨੁੱਖ ਦੇ ਅੰਦਰ। ਔਰ ਮਨੁੱਖ ਦੀ ਇਸ ਕਮਜ਼ੋਰੀ ਨੂੰ ਅਖੌਤੀ ਧਾਰਮਿਕ ਲੋਕਾਂ ਨੇ ਚੰਗੀ ਤਰ੍ਹਾਂ ਪਕੜਿਆ, ਕੈਸ਼ ਕੀਤਾ ਕਿ ਬੰਦਾ ਨਾ ਸੁਖ ਚਾਹੁੰਦਾ ਹੈ,
ਬੰਦਾ ਮਿਹਨਤ ਨਹੀਂ ਕਰਨਾ ਚਾਹੁੰਦਾ। ਦੇਖੋ ਕੀੜੀਆਂ ਮਿਹਨਤ ਕਰ ਰਹੀਆਂ ਨੇ, ਪੰਛੀ ਮਿਹਨਤ ਕਰ ਰਹੇ ਨੇ, ਉਹਨਾਂ ਕਦੀ ਰੱਬ ਤੇ ਗਿਲਾ ਨਹੀਂ ਕੀਤਾ, ਕਦੀ ਉਹਨਾਂ ਨੇ ਸ਼ਿਕਵਾ ਨਹੀਂ ਕੀਤਾ। ਬੰਦਾ ਠੰਡ ਆ ਜਾਏ ਕਹਿੰਦਾ ਲਓ ਜੀ ਠੰਡ ਨਾਲ ਮਰ ਗਏ, ਰੱਬ ਨੇ ਠੰਡ ਹੀ ਬੜੀ ਪਾਤੀ ਹੈ। ਗਰਮੀ ਆ ਜਾਏ ਕਹਿੰਦਾ ਜੀ ਗਰਮੀ ਬੜੀ ਆ ਗਈ, ਰੱਬ ਨੇ ਬੜਾ ਕਰੋਪ ਕਰਤਾ ਹੈ। ਰੱਬ ਦਾ ਕੋਈ ਰੰਗ ਵੀ ਇਹਨੂੰ ਪ੍ਰਵਾਨ ਨਹੀਂ ਹੈ। ਕਿਸੇ ਅਵਸਥਾ 'ਚ ਰੱਬ ਦਾ ਸ਼ੁਕਰਾਨਾ ਨਹੀਂ ਕਰਦਾ। ਸੁਖੀ ਹੋਣਾ ਇੱਕੋ ਇੱਕ ਤਰੀਕਾ ਹੈ, ਰੱਬ ਦਾ ਧੰਨਵਾਦ ਕਰਨਾ ਸ਼ੁਰੂ ਕਰ ਦਿਓ। ਜਿੰਨਾ ਰੱਬ ਦਾ ਧੰਨਵਾਦ ਕਰੋਗੇ ਉਹਨੇ ਆਨੰਦ ਨਾਲ ਭਰਪੂਰ ਹੀ ਹੁੰਦੇ ਜਾਓਗੇ, ਔਰ ਰੱਬ ਉਹਨੇ ਤੁਹਾਨੂੰ ਧੰਨਵਾਦ ਦੇ ਮੌਕਿਆਂ ਦੀ ਕਮੀ ਕਦੀ ਨਹੀਂ ਰਹਿਣ ਦੇਵੇਗਾ। ਔਰ ਇਸੇ ਤਰੀਕੇ ਦੇ ਨਾਲ ਮੈਂ ਬੇਨਤੀ ਕਰ ਰਿਹਾ ਸਾਂ ਕਿ ਬਿਰਧ ਹੋਣਾ ਜਾਂ ਦੁੱਖ ਦੀ ਦੁਖੀ ਹੋਣਾ, ਸੁਖੀ ਹੋਣਾ ਤੁਹਾਡੇ ਮਨ ਤੇ ਨਿਰਭਰ ਕਰਦਾ ਹੈ। ਕੁਝ ਲੋਕ ਨੇ ਜਿਹੜੇ ਰਾਜ ਗੱਦੀਆਂ ਤੇ ਬੈਠੇ ਬੜੇ ਦੁਖੀ ਨੇ। ਤੁਸੀਂ ਸੁਖੀ ਹੋਣ ਦਾ ਇੱਕੋ ਇੱਕ ਤਰੀਕਾ ਹੈ ਕਿ ਬੰਦਾ ਸਮੇਂ ਦੇ ਨਾਲ ਆਪਣੇ ਆਪ ਨੂੰ ਇੰਪਰੂਵ ਕਰੇ। ਇਹ ਜਵਾਨੀ ਵੇਲੇ ਧਨ ਦੌਲਤ ਅਸੀਂ ਬਹੁਤ ਇਕੱਠਾ ਕਰਦੇ ਹਾਂ, ਧਨ ਦੌਲਤ ਦੀ ਲੋੜ ਇਹਦੇ 'ਚ ਕੋਈ ਸ਼ੱਕ ਨਹੀਂ, ਗੁਜਰਾਨ ਹੈ ਸਾਡੀ। ਮਿਹਨਤ ਕਰਨਾ ਮਨੁੱਖ ਦਾ ਹੱਕ ਹੈ, ਆਪਣੀ ਮਿਹਨਤ ਨਾਲ ਕੋਈ ਅਮੀਰ ਬਣਦਾ ਬਹੁਤ ਚੰਗੀ ਗੱਲ ਹੈ। ਇੱਧਰੋਂ ਵਰਜਿਆ ਨਹੀਂ ਹੈ ਸਤਿਗੁਰੂ ਜੀ ਨੇ ਸਾਨੂੰ। ਮਾਇਆ ਨੂੰ ਕਿਤੇ ਮਾੜਾ ਨਹੀਂ ਕਿਹਾ, ਪੈਸੇ ਕਮਾਉਣ ਨੂੰ ਕਿਤੇ ਮਾੜਾ ਨਹੀਂ ਕਿਹਾ। ਲੇਕਿਨ ਬੰਦਾ ਜ਼ਿੰਦਗੀ ਭਰ ਕੇਵਲ ਧਨ ਹੀ ਕਮਾਉਂਦਾ ਰਹਿੰਦਾ, ਜਿਹੜਾ ਅਸਲੀ ਧਨ ਸੀ ਉਹ ਕਦੀ ਕਮਾਇਆ ਨਹੀਂ ਹੈ। ਬਾਬਾ ਫਰੀਦ ਸਾਹਿਬ ਜੀ ਦਾ ਇੱਕ ਪਵਿੱਤਰ ਬਚਨ ਹੈ ਸੂਹੀ ਰਾਗ ਦੇ ਅੰਦਰ, ਬੇੜਾ ਬੰਦ ਨ ਸਕਿਓ ਬੰਧਨ ਕੀ ਵੇਲਾ, ਭਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ। ਬੇੜਾ ਵਰਖਾ ਦੇ ਦਿਨ ਆਉਣੇ ਨੇ ਹੁਣ, ਤੇ ਜਿਹੜੇ ਲੋਕ ਦਰਿਆਵਾਂ ਦੇ ਕੰਢਿਆਂ ਤੇ ਰਹਿੰਦੇ ਨੇ ਜਾਂ ਜਿਨ੍ਹਾਂ ਦੇ ਨੇੜੇ ਤੇੜੇ ਬਰਸਾਤੀ ਨਾਲੇ ਹੁੰਦੇ ਨੇ, ਉਹਨਾਂ ਨੂੰ ਪਤਾ ਜਦੋਂ ਵਰਖਾ ਆਉਣੀ ਹੈ ਦਰਿਆ ਚੜ ਜਾਣੇ ਨੇ, ਤੇ ਦਰਿਆ ਤੋਂ ਪਾਰ ਜਾਣ ਦਾ ਕੋਈ ਨਾ ਕੋਈ ਸਾਨੂੰ ਸਾਧਨ ਬਣਾਉਣਾ ਪੈਣਾ। ਉਹਨਾਂ ਨੇ ਕੋਈ ਲੱਕੜਾਂ ਦੇ ਨਾਲ, ਕੋਈ ਕੱਖਾਂ ਦੇ ਨਾਲ, ਕੋਈ ਪੀਪਿਆਂ ਦੇ ਨਾਲ ਕੋਈ ਨਾ ਕੋਈ ਬੇੜਾ ਬਣਾਇਆ ਹੁੰਦਾ, ਕੋਈ ਨਾ ਕੋਈ ਸਾਧਨ ਬਣਾਇਆ ਹੁੰਦਾ ਕਿ ਜਦੋਂ ਕਿਤੇ ਪਾਣੀ ਚੜਿਆ ਤੇ ਆਪਾਂ ਪਾਰ ਵੀ ਤੇ ਜਾਣਾ ਆਪਣੇ ਕੰਮਾਂ ਕਾਰਾਂ ਦੇ ਲਈ। ਹੁਣ ਭਾਵੇਂ ਪੁਲ ਬਣ ਗਏ ਨੇ, ਚੰਗੀਆਂ ਬੇੜੀਆਂ ਆ ਗਈਆਂ ਨੇ, ਪਹਿਲਾਂ ਆਮ ਲੋਕ ਇਦਾਂ ਹੀ ਕਰਦੇ ਸਨ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਤੈਨੂੰ ਇਹ ਜ਼ਿੰਦਗੀ ਮਿਲੀ ਸੀ ਇੱਕ ਬੇੜਾ ਕਾਇਮ ਕਰਨ ਦੇ ਲਈ, ਬੇੜਾ ਬਣਾ, ਕਿਉਂਕਿ ਤੇਰੇ ਅੱਗੇ ਆਉਣ ਵਾਲੇ ਸਮੇਂ 'ਚ ਕੋਈ ਬੜਾ ਤਗੜਾ ਸਮੁੰਦਰ ਆ ਰਿਹਾ ਜਿਹਨੂੰ ਤੂੰ ਪਾਰ ਕਰਨਾ ਹੈ। ਉਹ ਸਮੁੰਦਰ ਹੈ ਜ਼ਿੰਦਗੀ ਤੋਂ ਬਾਅਦ ਨਹੀਂ, ਐਸੇ ਜ਼ਿੰਦਗੀ 'ਚ ਹੀ ਹੈ। ਬਾਅਦ ਕੀ ਹੈ ਤੇ ਉੱਥੇ ਜਾ ਕੇ ਪਤਾ ਲੱਗੇਗਾ। ਇਹ ਜ਼ਿੰਦਗੀ ਤੋਂ ਬਾਅਦ ਕੀ ਮਾਫ ਕਰਨਾ, ਗੁਰਬਾਣੀ ਕਹਿੰਦੀ ਕਿਸੇ ਨੂੰ ਕੋਈ ਪਤਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ, ਨਾਨਕ ਏਵ ਨ ਜਾਪੀ ਕਿੱਥੇ ਜਾਏ ਸਮਾਈ। ਕਿਸੇ ਨੂੰ ਨਹੀਂ ਪਤਾ ਜੀ ਵੀ ਕਿੱਥੇ ਚਲਿਆ ਜਾਂਦਾ ਹੈ, ਕਿਸੇ ਨੂੰ ਕੋਈ ਪਤਾ ਨਹੀਂ ਹੈ। ਇਹ ਤੇ ਵਾਹਿਗੁਰੂ ਜਾਣਦਾ, ਉਹਦੇ ਹੁਕਮ 'ਚ ਹੀ ਹੈ ਸਭ ਕੁਝ। ਬਾਕੀ ਇਹ ਜ਼ਿੰਦਗੀ ਜਿਹੜਾ ਸਾਡੇ ਅੱਗੇ ਸਮੁੰਦਰ ਹੈ, ਭਉ ਸਾਗਰ ਹੈ, ਉਹਨੂੰ ਪਾਰ ਕਰਨਾ ਹੈ। ਉਹ ਭਉ ਸਾਗਰ ਕਿਹੜਾ ਹੈ ਕਿ ਜਦੋਂ ਆਪਾਂ ਬਿਰਧ ਹੋ ਗਏ, ਕਮਜ਼ੋਰ ਹੋ ਗਏ, ਕਿਸੇ ਨੇ ਸਾਥ ਨਹੀਂ ਦੇਣਾ, ਪੈਸਾ ਬੈਂਕਾਂ 'ਚ ਪਿਆ ਵੀ ਕੰਮ ਨਹੀਂ ਹੋਣਾ, ਕੋਲ ਪਿਆ ਵੀ ਕੰਮ ਨਹੀਂ ਹੋਣਾ, ਡਾਕਟਰ ਨੇ ਕਹਿਣਾ ਹੁਣ ਪੈਸੇ ਦੀ ਲੋੜ ਨਹੀਂ, ਪੈਸੇ ਨਾਲ ਕੰਮ ਨਹੀਂ ਬਣਨਾ, ਅਸੀਂ ਕੁਝ ਨਹੀਂ ਕਰ ਸਕਦੇ। ਉਹ ਜਿਹੜਾ ਔਖਾ ਟਾਈਮ ਹੈ ਉਹਦੇ 'ਚੋਂ ਕਿਵੇਂ ਬਾਹਰ ਨਿਕਲਣਾ, ਇਹ ਹੈ ਭਉ ਸਾਗਰ। ਉਹਦੇ ਲਈ ਇੱਕ ਬੇੜਾ ਕਾਇਮ ਕਰਨਾ ਸੀ। ਜਿਵੇਂ ਆਪਾਂ ਔਖੇ ਟਾਈਮ ਲਈ ਪੈਸੇ ਨਹੀਂ ਇਕੱਠੇ ਕਰਦੇ, ਮਿਹਨਤ ਕਰ ਲਓ, 4 ਪੈਸੇ ਇਕੱਠੇ ਕਰ ਲਓ, ਕਿਤੇ ਭਾਈ ਔਖੇ ਸੌਖੇ ਵੇਲੇ, ਦੁੱਖ ਸੁੱਖ ਵੇਲੇ ਕੰਮ ਆਉਣਗੇ। ਇਸੇ ਤਰੀਕੇ ਦੇ ਨਾਲ ਜਿਵੇਂ ਉਹ ਪੈਸੇ ਅਸੀਂ ਇਕੱਠੇ ਕਰਦੇ ਹਾਂ, ਆਪਣੀ ਜ਼ਿੰਦਗੀ ਦਾ ਵੀ ਕੋਈ ਧਨ ਇਕੱਠਾ ਕਰਨਾ ਪੈਣਾ। ਉਹ ਧਨ ਕੀ ਹੈ? ਆਪਾਂ ਜਿਵੇਂ ਦੁਨਿਆਵੀ ਧਨ ਦੇ ਲਈ ਦੌੜ ਭੱਜ ਕਰਦੇ ਹਾਂ, ਕਰਨੀ ਚਾਹੀਦੀ ਹੈ, ਕੋਈ ਸ਼ੱਕ ਨਹੀਂ ਹੈ। ਇਵੇਂ ਜ਼ਿੰਦਗੀ ਦੇ ਅੰਦਰ ਸੱਚ ਧਨ ਨੂੰ ਪ੍ਰਾਪਤ ਕਰਨ ਦੇ ਲਈ ਵੀ ਕੋਈ ਯਤਨ ਕਰਨਾ ਚਾਹੀਦਾ ਹੈ। ਕੋਈ ਰੋਜ਼ ਕੋਈ ਚੰਗਾ ਕੰਮ ਕਰਨਾ ਚਾਹੀਦਾ ਹੈ, ਰੋਜ਼ ਕੋਈ ਪਰਉਪਕਾਰ ਕਰਨਾ ਚਾਹੀਦਾ। ਇਹ ਪੂੰਜੀ ਵੀ ਇਕੱਠੀ ਕਰਨੀ ਚਾਹੀਦੀ ਹੈ, ਔਖੇ ਵੇਲੇ ਕੰਮ ਆਉਂਦੀ ਹੈ। ਰੋਜ਼ ਕੋਈ ਰੱਬ ਵਾਲੇ ਬੰਨੇ ਜੁੜਨਾ ਚਾਹੀਦਾ ਹੈ। ਅਸੀਂ ਦੁਨਿਆਵੀ ਧਨ ਲਈ ਰੋਜ਼ ਯਤਨ ਕਰਦੇ ਹਾਂ, ਤੇ ਜਿਹੜੇ ਸਿਆਣੇ ਬੰਦੇ ਨਾਲ ਕਹਿੰਦੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਵੀ ਰੋਜ਼ ਕੁਝ ਐਕਸਰਸਾਈਜ਼ ਕਰਿਆ ਕਰੋ, ਕੋਈ ਵਰਜਿਸ਼ ਕਰਿਆ ਕਰੋ, ਕੋਈ ਸੈਰ ਕਰਿਆ ਕਰੋ, ਤੰਦਰੁਸਤ ਰਹਿਣਾ। ਤਾਂ ਇਹ ਵੀ ਇੱਕ ਧਨ ਹੈ, ਤੰਦਰੁਸਤੀ। ਉਹਦੇ ਵੱਲ ਵੀ ਧਿਆਨ ਦਿੰਦੇ ਨੇ ਸਿਆਣੇ ਲੋਕ, ਸਮਝਦਾਰ ਲੋਕ ਜਿਹੜੇ ਨੇ। ਤੇ ਜਿਹੜੇ ਉਦੋਂ ਜ਼ਿਆਦਾ ਗਿਆਨਵਾਨ ਨੇ, ਉਹ ਆਪਣੇ ਮਾਨਸਿਕ ਜੀਵਨ ਨੂੰ ਤੰਦਰੁਸਤ ਰੱਖਣ ਵੱਲ ਵੀ ਧਿਆਨ ਦਿੰਦੇ। ਗੁਰਬਾਣੀ ਕਹਿੰਦੀ ਉੱਧਰ ਵੀ ਧਿਆਨ ਦਿਓ। ਤੁਸੀਂ ਸਰੀਰਕ ਤੌਰ ਤੇ ਤਗੜੇ ਹੋ ਤੇ ਰੋਗ ਦਾ ਕੋਈ ਪ੍ਰਭਾਵ ਤੁਹਾਡੇ ਤੇ ਨਹੀਂ ਪਏਗਾ। ਦੇਖੋ ਵਾਇਰਸ ਦਾ ਰੌਲਾ ਰੱਪਾ ਹੈ, ਡਾਕਟਰ ਕਹਿੰਦੇ ਜਿਹਦੀ ਇਮਿਊਨਿਟੀ ਤਗੜੀ ਉਹਨੂੰ ਕੋਈ ਖਤਰਾ ਨਹੀਂ ਹੈ, ਜਿੱਥੇ ਮਰਜ਼ੀ ਤੁਰੇ ਫਿਰਦੇ ਨੂੰ ਕੋਈ ਖਤਰਾ ਨਹੀਂ ਹੈ, ਇਮਿਊਨਿਟੀ ਅੰਦਰੋਂ ਤਗੜੀ ਹੈ ਜਿਹਦੀ। ਜਿਹੜਾ ਸਰੀਰਕ ਤੌਰ ਤੇ ਤਗੜਾ ਹੈ ਉਹਨੂੰ ਬਾਹਰਲੀਆਂ ਰੁਕਾਵਟਾਂ ਦਾ ਕੋਈ ਖਤਰਾ ਨਹੀਂ ਹੈ। ਜਿਹੜਾ ਮਾਨਸਿਕ ਤੌਰ ਤੇ ਤਗੜਾ ਹੈ, ਮਾਨਸਿਕ ਤੌਰ ਤੇ, ਉਹਨੂੰ ਬੁਢੇਪੇ ਦਾ ਕੋਈ ਖਤਰਾ ਨਹੀਂ ਹੈ, ਉਹਨੂੰ ਦੁੱਖਾਂ ਦਾ ਕੋਈ ਖਤਰਾ ਨਹੀਂ ਹੈ। ਉਹ ਤੇ ਤਤੀਆਂ ਤਵੀਆਂ ਤੇ ਬੈਠ ਕੇ ਕਹਿੰਦਾ ਤੇਰਾ ਕੀਆ ਮਿੱਠਾ ਲੱਗ ਗਿਆ। ਉਹ ਤੇ ਦੁੱਖ ਦੇ ਵਿੱਚ ਵੀ ਸੁੱਖ ਮਨਾ ਰਿਹਾ। ਉਹ ਕਹਿੰਦਾ ਜੋ ਕੁਝ ਮਰਜ਼ੀ ਹੋਏ ਖੇੜੇ 'ਚ ਹੀ ਰਹਿਣਾ। ਕਤਲਗਾਹ 'ਚ ਬੈਠਾ ਵੀ ਰੱਬ ਦੇ ਗੀਤ ਗਾ ਰਿਹਾ।
ਜਿਵੇਂ ਸਰੀਰਕ ਤੌਰ ਤੇ ਤਗੜੇ ਹੋਣ ਲਈ ਅਸੀਂ ਖੁਰਾਕ ਵੀ ਖਾਂਦੇ ਹਾਂ, ਸਰੀਰਕ ਤੌਰ ਤੇ ਐਕਸਰਸਾਈਜ਼ ਵੀ ਕਰਦੇ ਕਿ ਤੰਦਰੁਸਤ ਰਹੀਏ, ਬਾਹਰੀ ਤੌਰ ਤੇ ਧਨ ਦੇ ਤੌਰ ਤੇ ਤਗੜੇ ਹੋਣ ਲਈ ਅਸੀਂ ਮਿਹਨਤ ਕਰਦੇ ਹਾਂ, ਇਵੇਂ ਮਾਨਸਿਕ ਤੌਰ ਤੇ ਤਗੜੇ ਹੋਣ ਦੇ ਲਈ ਸਾਨੂੰ ਰੋਜ਼ ਯਤਨ ਕਰਨਾ ਚਾਹੀਦਾ ਹੈ ਕਿ ਬੁਰਾਈਆਂ ਤੋਂ ਬਚੀਏ, ਬੇਈਮਾਨੀ ਤੋਂ ਬਚੀਏ, ਝੂਠ ਬੋਲਣ ਤੋਂ ਬਚੀਏ, ਕੋਈ ਦੂਜਿਆਂ ਤੇ ਪਰਉਪਕਾਰ ਕਰੀਏ, ਕੋਈ ਸੇਵਾ ਵਾਲੇ ਬੰਨੇ ਲੱਗੀਏ, ਕੋਈ ਭਲੇ ਕਰਮ ਕਰੀਏ, ਕੋਈ ਸੱਚ। ਇਹ ਸਾਡਾ ਧਨ ਹੈ ਅਸਲੀ, ਇਸ ਧਨ ਨੇ ਕੰਮ ਆਉਣਾ ਹੈ। ਜੇ ਤੁਸੀਂ ਮਾਨਸਿਕ ਤੌਰ ਤੇ ਤਗੜੇ ਹੋਵੋਗੇ, ਦੁਨੀਆ ਦੀ ਕੋਈ ਤਾਕਤ ਤੁਹਾਨੂੰ ਡੁਲਾ ਨਹੀਂ ਸਕੇਗੀ, ਦੁਨੀਆ ਦਾ ਕੋਈ ਦੁੱਖ ਤੁਹਾਡੇ ਤੇ ਪ੍ਰਭਾਵ ਨਹੀਂ ਪਾ ਸਕੇਗਾ, ਕੋਈ ਬੁਢਾਪਾ ਤੁਹਾਡਾ ਵਿਗਾੜ ਨਹੀਂ ਸਕੇਗਾ। ਬਜ਼ੁਰਗਾਂ ਦਾ ਇਤਿਹਾਸ ਪੜ੍ਹਦੇ ਹਾਂ, ਬਾਬਾ ਅਮਰਦਾਸ ਜੀ ਕਿੰਨੀ ਵੱਡੀ ਉਮਰ ਦੇ ਵਿੱਚ ਵੀ ਗਾਗਰ ਢੋਈ ਚਲੇ ਜਾਂਦੇ ਨੇ, 62 ਸਾਲਾਂ ਦੀ ਉਮਰ ਸੇਵਾ ਸ਼ੁਰੂ ਕੀਤੀ। ਅੱਜ ਕਿਸੇ ਨੂੰ ਕਹੋ ਜਵਾਨ ਨੂੰ ਕਿ ਲੈ ਕੇ ਆ ਗਾਗਰ ਏਡੀ ਦੂਰੋਂ ਜਿੱਥੋਂ ਸਤਿਗੁਰੂ ਜੀ ਆਉਂਦੇ, ਕਹਿੰਦੇ ਆਪਾਂ ਕਾਰ ਤੇ ਹੀ ਜਾਵਾਂਗੇ, ਤੁਰ ਕੇ ਜਾਣਾ ਉੱਥੇ ਕਿਤੇ। ਹੁਣ ਤੇ ਤੁਰ ਕੇ ਬਾਜ਼ਾਰ ਜਾਣਾ ਔਖਾ ਹੋ ਗਿਆ ਸਾਨੂੰ, ਤੁਰ ਕੇ। ਔਰ ਇਹਨਾਂ ਲੋੜ ਇੱਕ ਬੰਦੇ ਨੇ ਜਾਣਾ, ਵੱਡੀਆਂ ਵੱਡੀਆਂ ਗੱਡੀਆਂ ਨਾਲ ਬਾਜ਼ਾਰਾਂ 'ਚ ਅਸੀਂ ਤੇ ਭੀੜ ਹੀ ਇੰਨੀ। ਆ ਕੁਦਰਤ ਕੋ ਸਿਖਾਉਣ ਲਈ ਆਏ ਕਿ ਤੁਰਨਾ ਵੀ ਸਿੱਖ ਲਓ ਥੋੜਾ ਜਿਹਾ, ਪ੍ਰਦੂਸ਼ਣ ਘਟਾਓ। ਦੇਖੋ ਪਿਛਲੇ 2 ਮਹੀਨੇ ਤੋਂ ਕਿੰਨਾ ਵਾਤਾਵਰਣ ਸਾਫ਼ ਹੋ ਗਿਆ, ਅਸੀਂ ਕਿੰਨਾ ਗੰਦਾ ਕੀਤਾ ਸੀ। ਅਸੀਂ ਹਵਾ ਨੂੰ ਗੰਦਿਆਂ ਕਰਤਾ, ਪਾਣੀ ਨੂੰ ਗੰਦਿਆਂ ਕਰ ਦਿੱਤਾ, ਅਸੀਂ ਇਸ ਧਰਤੀ ਨੂੰ ਬਰਬਾਦ ਕਰਤਾ। ਮੈਂ ਬੇਨਤੀ ਕਰ ਰਿਹਾ ਸਾਂ ਕਿ ਗੁਰੂ ਅਰਜਨ ਦੇਵ ਜੀ ਕਹਿੰਦੇ ਬਾਹਰੀ ਤੌਰ ਤੇ ਬੰਦਾ ਭਾਵੇਂ ਸਵਰਗ ਵਰਗੇ ਮੁਲਕ 'ਚ ਰਹੇ, ਜੋ ਚਾਹੇ ਮਿਲੀ ਜਾਏ, ਜੋ ਚਾਹੇ ਕਰੀ ਜਾਏ, ਜਿੱਧਰ ਨੂੰ ਮੂੰਹ ਚੁੱਕਿਆ ਤੁਰੀ ਜਾਏ, ਕੋਈ ਰੋਕਣ ਵਾਲਾ ਨਾ। ਸਵਰਗ ਵਰਗਾ ਭਾਵ ਜਿੱਥੇ ਜੋ ਚਾਹੇ ਮਰਜ਼ੀ ਕਰੇ। ਬਸੰਤ ਸਵਰਗ ਲੋਕੇ ਜਿੱਤ ਤੇ ਪ੍ਰਿਥਵੀ ਨਾ ਵਖੰਡਣੇ। ਬੰਦੇ ਦੀ ਇਸ ਕਮਜ਼ੋਰੀ ਨੂੰ ਅਖੌਤੀ ਧਾਰਮਿਕ ਲੋਕਾਂ ਨੇ ਕੈਸ ਕੀਤਾ, ਕਹਿਣ ਲੱਗੇ ਜੇ ਇੱਥੇ ਦਾਨ ਕਰੋਗੇ ਅੱਗੇ ਸਵਰਗ ਮਿਲੇਗਾ। ਅੱਗੇ ਸਾਡੇ ਤੁਹਾਡੇ ਕਈ ਬਜ਼ੁਰਗ ਚਲ ਗਏ, ਕਿਸੇ ਨੇ ਦੱਸਿਆ ਕਿ ਸਵਰਗ 'ਚ ਬੈਠੇ ਕਿੱਥੇ ਬੈਠੇ ਆ? ਕਿਸੇ ਨੂੰ ਕੋਈ ਪਤਾ ਨਹੀਂ। ਅਸੀਂ ਜਾ ਨਹੀਂ ਸਕਦੇ, ਉਹ ਆ ਨਹੀਂ ਸਕਦੇ। ਸਿਰਫ ਤਾਂ ਸਿਰਫ ਇੱਕ ਭੁਲੇਖਾ ਪਾ ਕੇ ਧਰਮ ਦੇ ਨਾਂ ਤੇ ਲੁੱਟਿਆ ਜਾਂਦਾ ਹੈ। ਤੁਹਾਨੂੰ ਸਵਰਗ ਮਿਲੇਗਾ, ਤੁਹਾਨੂੰ ਮੁਕਤੀ ਮਿਲੇਗੀ, ਉੱਥੇ ਪਾਠ ਕਰਾ ਲਓ, ਇੰਨਾ ਮਹਿੰਗਾ ਪਾਠ ਕਰਾ ਲਓ, ਇੱਥੇ ਨਹਾ ਲਓ, ਉੱਥੇ ਦਾਨ ਪੁੰਨ ਕਰ ਲਓ। ਲੇਕਿਨ ਗੁਰਬਾਣੀ ਕਹਿੰਦੀ ਸਵਰਗ ਤੁਹਾਡੇ ਅੰਦਰ ਹੈ। ਬਾਹਰਲੇ ਸਵਰਗ ਦੀ ਗੱਲ ਕਰਦੇ ਸਤਿਗੁਰੂ ਜੀ ਕਹਿੰਦੇ ਮੰਨ ਲਓ ਬੰਦਾ ਸਵਰਗ ਵਰਗੇ ਮੁਲਕ 'ਚ ਹੀ ਰਹਿੰਦਾ ਹੋਵੇ, ਬਸੰਤ ਸਵਰਗ ਲੋਕੇ ਜਿੱਤ ਤੇ ਪ੍ਰਿਥਵੀ ਨਵ ਖੰਡਣੇ, ਸਾਰੀ ਧਰਤੀ ਦਾ ਜੇਤੂ ਹੋਵੇ। ਬਿਸਰੰਤ ਹਰ ਗੋਪਾਲੇ ਨਾਨਕ ਤੇ ਪ੍ਰਾਣੀ ਉਦਿਆਨ ਪ੍ਰਮਣੇ। ਪਰ ਜਿਨੇ ਪ੍ਰਮਾਤਮਾ ਨੂੰ ਭੁਲਾ ਦਿੱਤਾ ਉਹ ਬੰਦਾ ਤੇ ਸਮਝੋ ਜੰਗਲ 'ਚ ਰਹਿ ਰਿਹਾ। ਜੰਗਲ 'ਚ, ਜੰਗਲ ਦਾ ਅਰਥ ਹੈ ਜਿੱਥੇ ਡਰ ਹੋਏ, ਸਹਿਮ ਹੋਏ। ਹੁਣ ਅਸੀਂ ਕਹਿੰਦੇ ਜੀ ਬੜੇ ਤਗੜੇ ਸ਼ਹਿਰ 'ਚ ਰਹਿੰਦੇ ਆ, ਆਪਾਂ ਜੰਗਲ 'ਚ ਨਹੀਂ ਰਹਿ ਰਹੇ, ਡਰ ਦਾ ਗੁਬਾਰ ਹੀ ਨਹੀਂ ਨਿਕਲਦਾ। ਇਹਦੋਂ ਵੱਡਾ ਕੀ ਜੰਗਲ ਹੋ ਸਕਦਾ? ਸਤਿਗੁਰੂ ਜੀ ਕਹਿੰਦੇ ਜਿਹਨੇ ਰੱਬ ਨੂੰ ਭੁਲਾ ਦਿੱਤਾ ਉਹ ਤੇ ਜਿੱਥੇ ਮਰਜ਼ੀ ਰਹੇ ਐਵੇਂ ਰਹਿੰਦਾ ਜਿਵੇਂ ਜੰਗਲ 'ਚ ਡਰਿਆ ਹੋਇਆ, ਉਜੜਿਆ ਹੋਇਆ, ਅੰਦਰੋਂ ਬਰਬਾਦ ਹੋਇਆ। ਉਹਦੇ ਅੰਦਰ ਕ੍ਰੋਧ, ਈਰਖਾ, ਹੰਕਾਰ, ਬੁਰਾਈਆਂ ਸਾਰੀਆਂ ਪਸਰ ਜਾਣਗੀਆਂ। ਪਰ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਯਾਦ ਕੀਤਾ ਜਿੱਥੇ ਮਰਜ਼ੀ ਰਹਿਣ ਉਹ ਆਨੰਦ 'ਚ ਰਹਿੰਦੇ ਨੇ। ਬਸਤਾ ਟੁੱਟੀ ਝੂੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪ੍ਰਮਿੰਨਾ, ਮਿੱਤਰ ਨਾ ਇਠ ਤਨ ਰੂਪਹੀਣ ਕੇ ਸਾਕ ਨਾ ਛਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਬੰਦਿਆ ਖੱਟੀ ਖੱਟਣ ਦਾ ਵੇਲਾ ਲੰਘ ਗਿਆ, ਦਾੜੀ ਤੇਰੀ ਪੂਰੀ ਹੋ ਗਈ, ਹੁਣ ਤੇ ਅੱਗਾ ਨੇੜੇ ਆ ਗਿਆ, ਪਿੱਛੇ ਦੂਰ ਰਹਿ ਗਿਆ। ਪਰ ਸੁਚੇਤ ਹੋ, ਇਸ ਸਮੇਂ ਨੂੰ ਬਚਾ ਲਾ। ਜਦੋਂ ਵੀ ਕਹਿੰਦੇ ਜਾਗ ਪੋ ਉਦੋਂ ਹੀ ਸਵੇਰਾ ਹੁੰਦਾ। ਬਿਰਧ ਅਵਸਥਾ 'ਚ ਵੀ ਬੰਦਾ ਰੱਬ ਵਾਲੇ ਬੰਨੇ ਲੱਗ ਜਾਏ, ਉਸ ਪ੍ਰਮਾਤਮਾ ਦੇ ਪਿਆਰ ਜੁੜ ਜਾਏ ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਅਵਸਥਾ ਵੀ ਸਫਲ ਹੋ ਸਕਦੀ ਹੈ। ਭਗਤ ਜੀ ਨੇ ਬਚਨਗੇ ਦੇਖ ਫਰੀਦਾ ਜੋ ਥੀਆ ਸ਼ੱਕਰ ਹੋਈ ਵਿਸ। ਕਹਿਣ ਲੱਗੇ ਹੁਣ ਇਸ ਅਵਸਥਾ 'ਚ ਆ ਕੇ ਨਾ ਜਿਹੜੀਆਂ ਚੀਜ਼ਾਂ ਤੈਨੂੰ ਪਹਿਲਾਂ ਚੰਗੀਆਂ ਲੱਗਦੀਆਂ ਸਨ, ਜੋ ਤੂੰ ਬਹੁਤ ਸੋਹਣੀਆਂ ਸਮਝਦਾ ਸਾਂ, ਜਿਨ੍ਹਾਂ ਨੂੰ ਬੜੇ ਆਪਣੇ ਸਮਝਦਾ ਸਾਂ, ਉਹ ਸਾਰੀਆਂ ਚੀਜ਼ਾਂ ਤੇਰੇ ਲਈ ਜ਼ਹਿਰ ਬਣ ਗਈਆਂ, ਦੁਖਦਾਈ ਹੋ ਗਈਆਂ। ਉਹਨਾਂ 'ਚ ਤੈਨੂੰ ਕੋਈ ਸੁੱਖ ਨਹੀਂ ਮਿਲਦਾ। ਸਾਈ ਬਾਜੋ ਆਪਣੇ ਵੇਦਣ ਕਹੀਐ ਕਿਸ। ਬੰਦਾ ਜਦੋਂ ਬੜਾ ਮਜਬੂਰ ਹੋ ਜਾਂਦਾ ਹੈ ਨਾ, ਫਿਰ ਅੰਦਰੋਂ ਖਿੱਚਦਾ ਹੈ, ਫਿਰ ਲੋਕਾਂ ਦੇ ਉੱਪਰ ਗੁੱਸਾ ਕੱਢਦਾ ਹੈ, ਪਰਿਵਾਰ ਦੇ ਉੱਪਰ ਗੁੱਸਾ ਕੱਢਦਾ ਹੈ। ਬਿਰਧ ਅਵਸਥਾ 'ਚ ਆ ਕੇ ਕਹਿਣ ਲੱਗੇ ਕਿ ਹੁਣ ਦੁੱਖ ਕਿਸੇ ਨੇ ਨਹੀਂ ਸੁਣਨਾ, ਤੇਰੀ ਪੀੜਾ ਨੂੰ ਕਿਸੇ ਨੇ ਨਹੀਂ ਸਮਝਣਾ। ਇੱਕ ਪ੍ਰਮਾਤਮਾ ਤੋਂ ਬਿਨਾਂ ਕੋਈ ਪੀੜਾ ਨੂੰ ਨਹੀਂ ਜਾਣ ਸਕਦਾ। ਪ੍ਰਮਾਤਮਾ ਦੇ ਪਿਆਰ ਜੁੜ, ਰੱਬ ਦੇ ਇਸ ਕਾਨੂੰਨ ਨੂੰ ਕੋਈ ਨਹੀਂ ਬਦਲ ਸਕਦਾ। ਜੇ ਤੂੰ ਕਹੇ ਕਿ ਧਨ ਦੇ ਨਾਲ ਮੈਂ ਮੁੜ ਕੇ ਜਵਾਨੀ ਲੈ ਆਵਾਂ ਜਾਂ ਧਨ ਦੇ ਨਾਲ ਮੁੜ ਕੇ ਉਹੋ ਜਿਹੀ ਤੰਦਰੁਸਤੀ ਲੈ ਆਵਾਂ, ਨਹੀਂ ਆਉਣੀ। ਕਹਿਣ ਲੱਗੇ ਕੇਵਲ ਇੱਕ ਪ੍ਰਮਾਤਮਾ ਦੇ ਪਿਆਰ 'ਚ ਜੁੜ, ਉਹਦੇ ਤੋਂ ਬਿਨਾਂ ਤੇਰੀ ਇਸ ਪੀੜਾ ਨੂੰ ਕਿਸੇ ਨੇ ਨਹੀਂ ਸੁਣਨਾ। ਉਹਦੇ ਪਿਆਰ ਜੁੜ। ਗੁਰਬਾਣੀ ਨੇ ਬਚਪਨ ਤੋਂ ਹੀ ਸਾਨੂੰ ਉਸ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਜੀਵਨ ਨੂੰ ਸਫਲ ਬਣਾਉਣ ਦੀ ਪ੍ਰੇਰਣਾ ਕੀਤੀ ਹੈ। ਬਾਬਾ ਫਰੀਦ ਸਾਹਿਬ ਜੀ ਜ਼ਿੰਦਗੀ ਦੀ ਇਸ ਹਾਲਤ ਦਾ ਜ਼ਿਕਰ ਕਰਦੇ ਹਾਂ ਕਿ ਜਦੋਂ ਜੀਵਨ
ਅਵੇਸਲੇਪਣ 'ਚ ਬਤੀਤ ਹੋ ਜਾਂਦਾ ਹੈ। ਜਦੋਂ ਬਿਰਧ ਅਵਸਥਾ ਹੁੰਦੀ ਹੈ, ਜਿੱਥੇ ਜਾ ਕੇ ਬੰਦਾ ਇੰਨਾ ਮਜਬੂਰ ਹੋ ਜਾਂਦਾ ਹੈ ਕਿ ਉਹਨੂੰ ਦਿਖਦਾ ਵੀ ਨਹੀਂ ਹੈ, ਸੁਣਦਾ ਵੀ ਨਹੀਂ ਹੈ, ਬੋਲ ਵੀ ਨਹੀਂ ਸਕਦਾ, ਉਸ ਵੇਲੇ ਬੰਦਾ ਜਿਹੜਾ ਮਜਬੂਰ ਹੋ ਕੇ ਆਪਣਾ ਗੁੱਸਾ ਦੂਜਿਆਂ ਦੇ ਉੱਪਰ ਕੱਢਦਾ ਹੈ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਬੰਦਿਆ ਸਾਈਂ ਬਾਝੋਂ ਆਪਣੀ ਵੇਦਨ ਕੀ। ਕਿਸ ਵੇਦਨ ਦਾ ਹੁੰਦਾ? ਪੀੜਾ, ਮਨ ਦੀ ਵੇਦਨਾ। ਉਹ ਮਨ ਦਾ ਜਿਹੜਾ ਦੁੱਖ ਹੈ, ਪ੍ਰਮਾਤਮਾ ਤੋਂ ਬਿਨਾਂ ਕਿਸੇ ਅੱਗੇ ਕਰਨ ਦੀ ਲੋੜ ਨਹੀਂ, ਕਿਸੇ ਨੇ ਨਹੀਂ ਸੁਣਨਾ। ਕੇਵਲ ਇੱਕ ਪ੍ਰਮਾਤਮਾ ਦੇ ਪਿਆਰੇ ਜੁੜ, ਜਦੋਂ ਵੀ ਜੁੜ ਜਾਵਾਂਗੇ ਉਦੋਂ ਸੁੱਖ ਮਿਲਣਾ ਸ਼ੁਰੂ ਹੋ ਜਾਏਗਾ। ਗੁਰਬਾਣੀ ਨੇ ਇਸੇ ਕਰਕੇ ਸਾਨੂੰ ਪ੍ਰੇਰਣਾ ਕੀਤੀ ਹੈ। ਦੇਖੋ, ਸਿਆਣੇ ਬੰਦੇ ਕਹਿੰਦੇ ਨੇ ਥੋੜ੍ਹੀ ਥੋੜ੍ਹੀ ਬਚਤ ਸ਼ੁਰੂ ਚੋਂ ਕਰੋ, ਫਿਰ ਔਖਾ ਨਹੀਂ ਹੁੰਦਾ ਕੋਈ ਕੰਮ ਕਰਨਾ। ਇਸੇ ਤਰੀਕੇ ਨਾਲ ਜੇ ਅਸੀਂ ਸ਼ੁਰੂ ਤੋਂ ਹੀ ਪ੍ਰਮਾਤਮਾ ਦੇ ਪਿਆਰ ਜੁੜਨ ਦਾ ਸੁਭਾਅ ਬਣਾ ਲਈਏ ਤੇ ਫਿਰ ਵਡੇਪਾ ਜਿਹੜਾ ਹੈ ਉਹ ਬਤੀਤ ਕਰਨਾ ਬੜਾ ਸੌਖਾ ਹੋ ਜਾਏਗਾ। ਵਡੇਪਾ ਵੀ ਜਿਹੜਾ ਹੈ, ਅਸੀਂ ਜਵਾਨੀ ਵਿੱਚ ਇਕਾਂਤ ਲੱਭਦੇ ਹਾਂ, ਅਸੀਂ ਜਵਾਨੀ ਵਿੱਚ ਟਾਈਮ ਲੱਭਦੇ ਹਾਂ, ਕੰਮਾਂ ਕਾਰਾਂ ਜ਼ਿੰਮੇਵਾਰੀਆਂ, ਸਾਡੇ ਕੋਲ ਟਾਈਮ ਕੱਢਣਾ ਬੜਾ ਔਖਾ ਹੋ ਜਾਂਦਾ ਹੈ। ਦੁਨੀਆ ਦੇ ਕੰਮਕਾਰ ਹੀ ਇਹੋ ਜਿਹੇ ਨੇ। ਪਰ ਬਿਰਧ ਅਵਸਥਾ 'ਤੇ ਬੜਾ ਖੁੱਲ੍ਹਾ ਟਾਈਮ ਰੱਬ ਨੇ ਦੇ ਦਿੱਤਾ ਕਿ ਬੰਦਾ ਉਦੋਂ ਰੱਬ ਵਾਲੇ ਬੰਨੇ ਜੁੜਦੇ। ਔਰ ਉਦੋਂ ਤੇ ਤਾਂ ਜੁੜੇ ਨਾ ਜੇ ਉਹਨੇ ਜੁੜਨ ਦਾ ਕੋਈ ਅਭਿਆਸ ਕੀਤਾ ਹੋਏ, ਕੋਈ ਜੁੜਨ ਦਾ ਕੋਈ ਤਰੀਕਾ, ਕੋਈ ਪਹਿਲਾਂ ਜਾਚ ਸਿੱਖੀ ਹੋਏ, ਜਾਂ ਜੁੜਨ ਵਾਲੇ ਬੰਨੇ ਕੋਈ ਲਗਾਓ ਲਗਾਇਆ ਹੋਏ। ਗੁਰਬਾਣੀ ਇਹ ਗੱਲ ਕਹਿੰਦੀ ਹੈ, ਆਪਾਂ ਸ਼ੁਰੂ ਤੋਂ ਉਸ ਪ੍ਰਮਾਤਮਾ ਦੇ ਪਿਆਰ ਜੁੜੀਏ। ਬਾਬਾ ਫਰੀਦ ਸਾਹਿਬ ਜੀ ਨੇ ਇਸ ਬਿਰਧ ਅਵਸਥਾ ਦੀ ਮਜਬੂਰੀ ਜੋ ਸਾਡੀ ਜ਼ਿੰਦਗੀ 'ਚ ਆਉਂਦੀ, ਇਹਦੇ ਵੱਲ ਧਿਆਨ ਦਿਵਾ ਕੇ ਇਹ ਗੱਲ ਸਾਨੂੰ ਚੇਤੇ ਕਰਾਈ ਹੈ ਕਿ ਪ੍ਰਮਾਤਮਾ ਤੋਂ ਬਿਨਾਂ ਤੇਰੇ ਦੁੱਖਾਂ 'ਚ ਕਿਸੇ ਨੇ ਮਦਦਗਾਰ ਨਹੀਂ ਬਣਨਾ। ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਪੜ੍ਹਦੇ, ਜਹ ਮਾਤ ਪਿਤਾ ਸੁਤ ਮੀਤ ਨ ਪਾਈ, ਮਨੂਹਾ ਨਾਮ ਤੇਰਾ ਸੰਗ ਸਹਾਈ। ਜਿੱਥੇ ਕਿਸੇ ਨੇ ਮਦਦ ਨਹੀਂ ਕਰਨੀ, ਉੱਥੇ ਪ੍ਰਮਾਤਮਾ ਦਾ ਨਾਮ ਮਦਦਗਾਰ ਬਣੇਗਾ। ਜਦੋਂ ਵੀ ਅਸੀਂ ਪ੍ਰਮਾਤਮਾ ਦੇ ਪਿਆਰ ਜੁੜ ਜਾਵਾਂਗੇ, ਸਾਡੀ ਇਹ ਬਿਰਧ ਅਵਸਥਾ ਵੀ ਸੁਖਦਾਈ ਹੋ ਜਾਏਗੀ, ਇਹ ਵੀ ਸਾਡੇ ਲਈ ਸੁਖ ਦੇਣ ਵਾਲੀ ਬਣ ਜਾਏਗੀ। ਬਾਬਾ ਫਰੀਦ ਸਾਹਿਬ ਜੀ ਨੇ ਇੱਥੇ ਬਿਰਧ ਅਵਸਥਾ ਨੂੰ ਮਾੜਾ ਨਹੀਂ ਕਿਹਾ, ਪਰ ਇਸ ਅਵਸਥਾ 'ਚ ਆ ਕੇ ਜਦੋਂ ਦੁਨਿਆਵੀ ਜਵਾਨੀ ਵਿੱਚ ਜੋ ਅਸੀਂ ਮਨ ਮਰਜ਼ੀਆਂ ਕਰਦੇ ਹਾਂ ਜਾਂ ਮੌਜ ਮੇਲੇ ਮਾਣਦੇ ਹਾਂ, ਰਸ ਕਸ ਮਾਣਦੇ ਹਾਂ, ਉਹ ਨਹੀਂ ਮਾਣ ਸਕਦੇ। ਬੰਦਾ ਮਜਬੂਰ ਹੋ ਜਾਂਦਾ ਹੈ ਤੇ ਉਦੋਂ ਫਿਰ ਉਹ ਗਿਲੇ ਉਲਾਮੇ ਸਿਕਵੇ ਕਰਦਾ ਹੈ। ਬਾਬਾ ਸਾਹਿਬ ਜੀ ਕਹਿਣ ਲੱਗੇ, ਨਹੀਂ, ਇਸ ਸਮੇਂ ਤੇ ਪ੍ਰਮਾਤਮਾ ਦੇ ਪਿਆਰ ਜੇ ਤੂੰ ਜੁੜ ਜਾਏ, ਉਹਨੇ ਤੈਨੂੰ ਜ਼ਿੰਦਗੀ ਅੰਦਰ ਸੁੱਖ ਦੇਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ, ਭਾਵੇਂ ਉਹ ਭਗਤ ਜਨਾਂ ਦੀ ਬਾਣੀ ਹੈ, ਗੁਰੂ ਸਾਹਿਬਾਂ ਦੀ ਬਾਣੀ ਹੈ, ਨਿਰੋਲ ਕੇਵਲ ਤਾਂ ਕੇਵਲ ਇੱਕ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਦੀ ਹੈ। ਦੇਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਕਿੰਨੀ ਮਹਾਨਤਾ ਹੈ। ਭਗਤਾਂ ਦੀ ਬਾਣੀ ਹੈ, ਭਗਤਾਂ ਵਿੱਚ ਕੋਈ ਬ੍ਰਾਹਮਣ ਭਗਤ ਹੈ, ਕੋਈ ਮੁਸਲਮਾਨ ਭਗਤ ਹੈ, ਕੋਈ ਹਲ ਵਾਹੁਣ ਵਾਲਾ ਭਗਤ ਹੈ, ਕੋਈ ਨਾਈ ਹੈ, ਕੋਈ ਸ਼ੀਂਬਾ ਹੈ, ਕੋਈ ਜੁੱਤੀਆਂ ਗੰਢਣ ਵਾਲਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਹ ਮਹਾਨਤਾ ਹੈ ਕਿ ਸਤਿਗੁਰੂ ਜੀ ਨੇ ਪਿਛਲਾ ਜਿਹੜਾ 5-7 ਸਦੀਆਂ ਦਾ ਇਤਿਹਾਸ, ਬੋਲੀ ਜਾਂ ਕਲਚਰ ਜਿਹੜਾ ਉਹਨੂੰ ਸੰਭਾਲ ਕੇ ਰੱਖਿਆ। ਤੁਸੀਂ ਗੁਰਬਾਣੀ ਪੜ੍ਹੋਗੇ, ਇਹਦੇ ਵਿੱਚ ਸਤਿਗੁਰੂ ਜੀ ਨੇ ਭਗਤਾਂ ਦੀ ਗੱਲ, ਤੁਸੀਂ ਸਿੱਧ ਗੋਸ਼ਟ ਪੜ੍ਹੋਗੇ, ਕਿੰਨੇ ਜੋਗੀਆਂ ਦੇ ਜਿਹੜੇ ਖਿਆਲ ਨੇ ਸਤਿਗੁਰੂ ਜੀ ਨੇ ਉੱਥੇ ਅੰਕਿਤ ਕਰਕੇ ਫਿਰ ਉਹਨਾਂ ਨਾਲ ਆਪਣੇ ਖਿਆਲ ਜਿਹੜੇ ਨੇ ਰੱਖੇ ਹੋਏ ਨੇ। ਲੋਹਾ ਰੀਪਾ ਵਰਗੇ ਜਾਂ ਹੋਰ ਜਿਹੜੇ ਜੋਗੀ ਨੇ, ਇਹ ਇਤਿਹਾਸ ਜਾਂ ਇਹ ਕਿੱਡਾ ਵੱਡਾ ਸਤਿਗੁਰੂ ਜੀ ਨੇ ਖਜ਼ਾਨਾ ਜਿਹੜਾ ਸੰਭਾਲ ਕੇ ਰੱਖਿਆ ਹੈ। ਸੋ ਬਾਬਾ ਫਰੀਦ ਸਾਹਿਬ ਜੀ ਦੇ 118 ਸਲੋਕ, 12 ਸਲੋਕ, ਬਾਕੀ ਵਿੱਚ ਗੁਰੂ ਸਾਹਿਬਾਂ ਦੇ ਪਾ ਕੇ ਸਲੋਕ 130 ਸਲੋਕ ਤੁਸੀਂ ਪੜ੍ਹੋਗੇ। ਇੱਥੇ ਮਨੁੱਖ ਨੂੰ ਜ਼ਿੰਦਗੀ ਦੀ ਜੋ ਮਹਾਨਤਾ ਦਰਸਾ ਕੇ ਜੀਵਨ ਵਿੱਚ ਉਸ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਨ ਦੀ ਗੱਲ ਕਹੀ ਹੈ। ਜਿਉਂ-ਜਿਉਂ ਬੰਦਾ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਦਾ ਹੈ, ਤਿਉਂ-ਤਿਉਂ ਉਹਦੇ ਅੰਦਰ ਪਿਆਰ ਆਉਂਦਾ ਹੈ, ਨਿਮਰਤਾ ਹੁੰਦੀ ਹੈ, ਉਹਦੇ ਅੰਦਰ ਰੱਬੀ ਨੂਰ ਆਉਂਦਾ ਹੈ ਔਰ ਉਹਦੀ ਇੱਕ ਅਵਸਥਾ ਬਣ ਜਾਂਦੀ ਹੈ। ਬਾਬਾ ਫਰੀਦ ਸਾਹਿਬ ਜੀ ਦਾ ਅਖੀਰ ਤੇ ਜਾ ਕੇ ਤੁਸੀਂ ਸ਼ਲੋਕ ਪੜ੍ਹੋਗੇ, ਕਿੰਨਾ ਪਿਆਰ ਹੈ ਕਿ ਜੇ ਤਉ ਪ੍ਰਿਆ ਦੀ ਸਿੱਖ ਹਿਉ ਨ ਠਾਹੇ ਕਹੀਦਾ। ਜੇ ਤੇਰੇ ਮਨ 'ਚ ਰੱਬ ਨੂੰ ਮਿਲਣ ਦੀ ਰੀਝ ਹੈ ਤੇ ਕਦੀ ਕਿਸੇ ਦਾ ਦਿਲ ਨਾ ਦਿਖਾਈ। ਇਹੋ ਜਿਹੀ ਜ਼ਿੰਦਗੀ ਬਣਾ ਲੈ, ਸਭਨਾ ਮਨ ਮਾਨਕ ਠਾਹਨ ਮੂਲ ਮਚੰਗ ਵਾ। ਹਰ ਮਨੁੱਖ ਦਾ ਹਿਰਦਾ ਜਿਹੜਾ ਅਮੋਲ ਮੋਤੀ ਹੈ। ਇਹ ਕਿੰਨੇ ਮਹਾਨ ਬਚਨ ਬਾਬਾ ਫਰੀਦ ਸਾਹਿਬ ਜੀ ਦੇ ਮਿੱਠੇ ਬਚਨ, ਮਨੁੱਖਤਾ ਦੇ ਅੰਦਰ ਪਿਆਰ ਭਰਨ ਵਾਲੇ। ਲੋੜ ਹੈ ਬਾਬਾ ਜੀ ਦੀ ਇਹ ਪਵਿੱਤਰ ਬਾਣੀ ਨੂੰ ਪੜ੍ਹਨ ਤੇ ਵਿਚਾਰਨ ਦੀ। ਜਦੋਂ ਉਹਨਾਂ ਦੀ ਪਵਿੱਤਰ ਬਾਣੀ ਨੂੰ ਅਸੀਂ ਪੜ੍ਹਦੇ ਹਾਂ, ਬੜੀ ਆਨੰਦਦਾਇਕ, ਬੜੀ ਰਸਦਾਇਕ, ਠੇਠ ਪੰਜਾਬੀ ਬੋਲੀ ਹੈ, ਠੇਠ ਪੰਜਾਬੀ ਬੋਲੀ। ਔਰ ਆਪਾਂ ਸਗੋਂ ਆਪਣੀ ਬੋਲੀ ਦੇ ਉਸ ਅਸਲੀ ਰੂਪ ਨੂੰ ਤੇ ਭੁੱਲਦੇ ਚਲੇ ਜਾਂਦੇ ਹਾਂ। ਕਈ ਲਫ਼ਜ਼ ਜਿਹੜੇ ਸਾਡੇ ਠੇਠ ਨੇ, ਕਿਉਂਕਿ ਸਾਡੇ 'ਚ ਹੋਰ ਗੱਲਾਂ ਰਲਗੱਡ ਹੁੰਦੀਆਂ ਗਈਆਂ, ਅਸੀਂ ਆਪਣੀ ਬੋਲੀ ਨੂੰ ਵਿਸਾਰਦੇ ਚਲੇ ਜਾਂਦੇ ਹਾਂ। ਲੇਕਿਨ ਬਾਬਾ ਫਰੀਦ ਸਾਹਿਬ ਜੀ ਦੀ ਪਵਿੱਤਰ ਇਹ ਰਚਨਾ ਜਿਹੜੀ ਹੈ, ਠੇਠ ਪੰਜਾਬੀ ਬੋਲੀ ਅੰਦਰ ਹੈ, ਬੜੀ ਮਿੱਠੀ ਬੋਲੀ ਅੰਦਰ ਹੈ। ਤੇ ਬਾਬਾ ਫਰੀਦ ਸਾਹਿਬ ਜੀ ਸਮੁੱਚੀ ਮਾਨਵਤਾ ਨੂੰ, ਬਾਬਾ ਫਰੀਦ ਸਾਹਿਬ ਜੀ ਦੇ ਧਰਮ ਦੀ ਜੇ ਗੱਲ ਕਰੀਏ, ਦਰਅਸਲ ਬਾਬਾ ਫਰੀਦ ਸਾਹਿਬ ਜੀ ਤਾਂ
ਸਮੁੱਚੀ ਮਾਨਵਤਾ ਨੂੰ ਪਿਆਰ ਕਰਨ ਵਾਲੇ ਸ਼ਕਰਗੰਜ ਮਿੱਠੇ ਦੇ ਨਾਲ ਮਿਠਾਸ ਦੇ ਨਾਲ ਭਰੇ ਹੋਏ ਉਹਨਾਂ ਨੇ ਸਮੁੱਚੀ ਮਾਨਵਤਾ ਦੀ ਗੱਲ ਕਰਦੇ ਆ। ਮਨੁੱਖ ਦੀ ਜ਼ਿੰਦਗੀ ਦਾ ਮਕਸਦ ਦਰਸਾ ਕੇ ਆਪਾਂ ਜ਼ਿੰਦਗੀ ਅੰਦਰ ਦਰਵੇਸ਼ ਬਣ ਲਈ ਆਏ ਆ, ਰੱਬ ਦੇ ਪਿਆਰ 'ਚ ਬਣ ਲਈ ਆਏ ਆ, ਪਰ ਅਸੀਂ ਜੁੜ ਗਏ ਕੇਵਲ ਤਾਂ ਕੇਵਲ ਪੋਟਲੀ ਇਕੱਠੀ ਕਰਨ ਵਾਲੇ ਬੰਨੇ। ਬਾਬਾ ਫਰੀਦ ਸਾਹਿਬ ਜੀ ਕਹਿਣਗੇ ਉਸ ਰੱਬ ਦੇ ਪਿਆਰ ਜੁੜਨ ਲਈ ਕੋਈ ਜੰਗਲਾਂ ਜਾਣ ਦੀ ਲੋੜ ਨਹੀਂ, ਘਰ ਛੱਡਣ ਦੀ ਲੋੜ ਨਹੀਂ। ਇੱਕੋ ਇੱਕ ਤਰੀਕਾ ਹੈ, ਉਸ ਰੱਬ ਦੇ ਪਿਆਰ ਵਿੱਚ ਜੁੜ ਕੇ ਉਹਦੇ ਗੁਣ ਗਾਉਂਦਿਆਂ ਹੋਇਆਂ ਆਪਾਂ ਅੰਦਰੋਂ ਉਹਦੇ ਰੰਗ ਨੂੰ ਮਾਣੀਏ। ਕੋਈ ਵੀ ਜ਼ਿੰਦਗੀ ਦਾ ਸਮਾਂ ਜਿਹੜਾ ਉਹ ਸਫਲ ਹੋ ਜਾਏਗਾ। ਇਸ ਮੁਖਵਾਕ ਅੰਦਰ ਬਾਬਾ ਜੀ ਨੇ ਕਿਹਾ ਸੀ ਕਿ ਹੁਣ ਜਿਹੜਾ ਜ਼ਿੰਦਗੀ ਦਾ ਪਿਛਲਾ ਸਮਾਂ ਲੰਘ ਗਿਆ, ਪਰ ਇਸ ਵੇਲੇ ਜਿਹੜੀਆਂ ਮਜਬੂਰੀਆਂ ਤੈਨੂੰ ਦੁੱਖ ਉਠਾਉਣੇ ਪੈ ਰਹੇ ਨੇ, ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ। ਜਿਹੜੀਆਂ ਗੱਲਾਂ ਚੰਗੀਆਂ ਸਨ ਉਹ ਵੀ ਕੌੜੀਆਂ ਲੱਗਣ ਲੱਗ ਪਈਆਂ, ਉਹ ਵੀ ਸੁਖਦਾਈ ਨਹੀਂ ਹੈ। ਇਹੋ ਜਿਹੇ ਸਮੇਂ ਤੇ ਸਾਈਂ ਬਾਜੋਂ ਆਪਣੇ ਵੇਦਣ ਕਹੀਏ ਕਿ ਆਪਣੇ ਸਾਈਂ ਤੋਂ ਬਿਨਾਂ, ਰੱਬ ਤੋਂ ਬਿਨਾਂ, ਮਾਲਕ ਤੋਂ ਬਿਨਾਂ ਆਪਣੇ ਮਨ ਦੀ ਪੀੜਾ ਅਸੀਂ ਕਿਸੇ ਨੂੰ ਨਹੀਂ ਕਹਿ ਸਕਦੇ। ਉਹ ਪਰਮਾਤਮਾ ਹੀ ਹੈ ਜੀ ਕੀ ਏਕ ਹੈ ਹੀ ਪਹਿਮਾਨੀ, ਅਵਰ ਯਤਨ ਕਰ ਰਹੇ ਬਹੁਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਸਾਡੇ ਜੀ ਦੀ ਜਿਹੜੀ ਵੇਦਨ ਹੈ, ਸਾਡੀ ਫਰਿਆਦ ਹੈ, ਇੱਕ ਵਾਹਿਗੁਰੂ ਜੀ ਦੇ ਪਾਸ ਹੀ ਸੁਣੀ ਜਾਣੀ ਹੈ, ਸਾਈਂ ਪਾਸ ਸੁਣੀ ਜਾਣੀ ਹੈ। ਤੇ ਸਾਨੂੰ ਨਿਤ ਉਸ ਸਾਈਂ ਦੇ ਪਿਆਰ 'ਚ ਹੁਣ ਤੋਂ ਹੀ ਜੁੜਨਾ ਚਾਹੀਦਾ ਹੈ। ਭਗਤ ਜੀ ਨੇ ਸਾਨੂੰ ਇਹ ਅਵਸਥਾ ਚੇਤੇ ਕਰਾ ਕੇ ਸਾਵਧਾਨ ਕੀਤਾ ਹੈ ਕਿ ਆਪਾਂ ਉਸ ਪ੍ਰਮਾਤਮਾ ਦੇ ਪਿਆਰ ਜੁੜ ਕੇ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਚਰਨਾਂ 'ਚ ਅਰਦਾਸ ਹੈ ਕਿ ਵਾਹਿਗੁਰੂ ਜੀ ਸਾਰੇ ਜਗਤ 'ਤੇ ਸੁੱਖ ਵਰਤਾਉਣ। ਆਪਾਂ ਸਾਰੇ ਰੋਜ਼ ਅਰਦਾਸ ਕਰਦੇ, ਜਗਤ ਜਲੰਧਰ ਰੱਖ ਲੈ ਆਪਣੀ ਕਿਰਪਾ ਤਾਰ, ਜਿੱਤ ਦੁਆਰੇ ਉਭਰੇ ਤਿੱਤੇ ਲਿਹੋ ਉਬਾਰ। ਇਹ ਜਿਹੜਾ ਟਾਈਮ ਬੜਾ ਸਮੁੱਚੇ ਜਗਤ ਦੇ ਲੋਕਾਂ ਦੇ ਉੱਪਰ ਬੜਾ ਇਹ ਦੁਖਦਾਈ ਦੌਰ ਚੱਲ ਰਿਹਾ ਹੈ, ਇਹਦੇ ਵਿੱਚ ਆਪਾਂ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਤੇ ਬੀਚ ਕੇ ਸਮੇਂ ਦੀਆਂ ਗੱਲਾਂ, ਜੋ ਭੁੱਲਾਂ ਅਸੀਂ ਕੀਤੀਆਂ ਨੇ, ਜੋ ਕੁਝ ਵਾਪਰਿਆ ਸਾਡੀਆਂ ਗਲਤੀਆਂ ਕਰਕੇ ਹੈ, ਮਨੁੱਖ ਦੀ ਗਲਤੀ ਕਰਕੇ। ਰੱਬ ਨੇ ਕੋਈ ਦੁੱਖ ਨਹੀਂ ਬਣਾਇਆ, ਰੱਬ ਕਿਸੇ ਨੂੰ ਨਹੀਂ ਮਾਰਨਾ ਚਾਹੁੰਦਾ, ਪਰ ਮਨੁੱਖ ਨੂੰ ਇਸ ਧਰਤੀ ਤੇ ਜਦੋਂ ਰਹਿਣਾ ਨਹੀਂ ਆਇਆ, ਮਨੁੱਖ ਨੇ ਵਾਤਾਵਰਣ ਗੰਦਾ ਕਰ ਦਿੱਤਾ, ਪ੍ਰਦੂਸ਼ਿਤ ਕਰਤਾ। ਮਨੁੱਖ ਆਪ ਹੀ ਅੰਦਰੋਂ ਇੰਨਾ ਭ੍ਰਿਸ਼ਟਾਚਾਰ 'ਚ ਖਜਤ ਹੋ ਗਿਆ, ਇੰਨੀ ਮਹਾਮਾਰੀ ਮਰੀ ਹੋਈ ਹੈ ਕਿ ਰੋਟੀਆਂ ਦੇਣ ਤੇ ਵੀ ਆਪਾਂ ਦੇਖਦੇ ਭ੍ਰਿਸ਼ਟਾਚਾਰ ਚੱਲ ਰਿਹਾ ਹੈ, ਪੈਸੇ ਵੰਡਣ ਤੇ ਰਾਜਨੀਤੀਆਂ ਹੋ ਰਹੀਆਂ ਨੇ। ਇਹ ਮਨੁੱਖ ਦੇ ਡਿਗੇ ਹੋਏ ਹੋਣ ਦਾ ਇੱਕ ਸਬੂਤ ਹੈ ਕਿ ਮੌਤ ਦੇ ਸਮੇਂ ਤੇ ਉਹ ਸਵਾਰਥ ਦੀਆਂ ਗੱਲਾਂ ਕਰ ਰਹੇ ਹੈ, ਬਜਾਏ ਕਿ ਲੋਕਾਂ ਦੀ ਮਦਦ ਕੀਤੀ ਜਾਏ। ਆਪਾਂ ਇਸ ਸਮੇਂ ਤੇ ਕੁਝ ਸਿੱਖੀਏ। ਸਮੇਂ ਤੋਂ ਆਉਣ ਵਾਲੇ ਸਮੇਂ ਜੇ ਆਪਾਂ ਇਸ ਸੰਸਾਰ ਨੂੰ ਵਧੀਆ ਬਣਾਉਣਾ ਚਾਹੁੰਦੇ ਹਾਂ, ਸਮਾਜ ਨੂੰ ਵਧੀਆ ਬਣਾਉਣਾ ਚਾਹੁੰਦੇ ਹਾਂ, ਤੇ ਆਪਾਂ ਜ਼ਰੂਰ ਸਿੱਖਿਆ ਲਈਏ ਕਿ ਆਪਾਂ ਵਾਤਾਵਰਣ ਵਧੀਆ ਰੱਖੀਏ, ਗੰਦਗੀ ਪਾਉਣੀ ਬੰਦ ਕਰ ਦਈਏ, ਪ੍ਰਦੂਸ਼ਣ ਨੂੰ ਘਟਾਈਏ। ਇਹਦੇ 'ਚੋਂ ਰੋਗ ਜਿਹੜੇ ਪੈਦਾ ਹੁੰਦੇ ਨੇ ਸਾਨੂੰ ਹੀ ਚੱਲਣੇ ਪੈਣੇ ਨੇ, ਚੱਲ ਰਹੇ ਆ ਔਰ ਚੱਲਣੇ ਪੈਣਗੇ ਜੇ ਨਾ ਸਮਝੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲਾਂ ਚੁੱਕਣ ਦੀ ਖਿਮਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮਿਲ ਮਾਏ, ਸਤਿਗੁਰੂ ਮੈਂ ਪਾਇਆ।